ਕਿਸੇ ਵੀ ਪੇਸ਼ੈਂਟ ਨੂੰ ਠੀਕ ਕਰਨ ਦਾ ਸਭ ਤੋਂ ਅੱਛਾ ਤਰੀਕਾ ਹੈ ਕਿ ਉਹਦੇ ਨਾਲ ਗੱਲਬਾਤ ਕਰੋ। ਅੱਧੀ ਬਿਮਾਰੀ ਤੁਹਾਡੀ ਗੱਲਬਾਤ ਨਾਲ ਠੀਕ ਹੋਣੀ ਚਾਹੀਦੀ ਹੈ, ਬਾਕੀ ਲਈ ਮੈਡੀਕਲ ਟ੍ਰੀਟਮੈਂਟ ਹੈ ਜੀ। ਜੇ ਕੋਈ ਪੇਸ਼ੈਂਟ ਆਇਆ ਜੇ ਉਹ ਕਹਿ ਰਿਹਾ ਕਿ ਜੀ ਮੈਨੂੰ ਨੀਂਦ ਨਹੀਂ ਆ ਰਹੀ, ਹਾਂਜੀ, ਹੈ ਨਾ, ਜੇ ਤੁਸੀਂ ਉਹਨੂੰ ਨੀਂਦ ਦੀ ਗੋਲੀ ਲਿਖਤੀ ਤਾਂ ਤੁਹਾਡੀ ਡਿਊਟੀ ਮੈਨੂੰ ਨਹੀਂ ਲੱਗਦਾ ਖਤਮ ਹੋ ਗਈ। ਔਰ ਅੱਜ ਕੱਲ੍ਹ ਜਿੰਨੇ ਬੱਚੇ ਪੜ੍ਹੇ ਲਿਖੇ ਹੈ, ਜੇ ਉਹਨਾਂ ਨੇ ਦਿਖਾਣਾ ਕਿ ਉਹ ਪੜ੍ਹੇ ਲਿਖੇ ਹੈ, ਰੀਅਲੀ ਵੈਲ ਐਜੂਕੇਟਡ ਹੈ, ਤਾਂ ਫਿਰ ਉਹਨਾਂ ਨੂੰ ਇਸ ਚੀਜ਼ 'ਚ ਸ਼ੇਮ ਨਹੀਂ ਹੋਣੀ ਚਾਹੀਦੀ ਕਿ ਮੈਂ ਆਪਣਾ ਬੱਚਾ ਨਾਲ ਲੁੱਕ ਆਫਟਰ ਕਰਾਂ। ਕਿਉਂਕਿ ਬੱਚੇ ਨੇ ਤਾਂ ਆਪਣੀ ਡਾਈਟ ਲੈ ਲੈਣੀ। ਜੇ ਤੁਸੀਂ ਦੁੱਧ ਨਹੀਂ ਪੀ ਰਹੇ ਜਾਂ ਕੈਲਸ਼ੀਅਮ ਸਪਲੀਮੈਂਟ ਨਹੀਂ ਲੈ ਰਹੇ, ਉਹ ਤੁਹਾਡੀ ਬੋਨਸ 'ਚੋਂ ਲਏਗਾ। ਜਿਹੜੀ ਹੁਣ ਜਨਰੇਸ਼ਨ ਹੈ ਉਹਨੂੰ ਨਵੇਂ ਸ਼ੌਂਕ ਹੈ ਨਾ, ਕਿ ਉਹਨੂੰ ਹਰ ਤਰ੍ਹਾਂ ਦਾ ਪਾਊਡਰ ਕਰੀਮ, ਜੰਮਦੇ ਬੱਚੇ ਨੂੰ ਅਸੀਂ ਐਕਸਪੈਰੀਮੈਂਟ ਸ਼ੁਰੂ ਕਰ ਦਿੰਦੇ ਹੋ। ਕਾਈਂਡਲੀ ਡੋਂਟ ਡੂ ਦੈਟ। ਪਤਾ ਲੱਗ ਜਾਏ ਨਾ ਕਿ ਉਹਨਾਂ ਦੇ ਜਿਹੜਾ ਪਾਰਟਨਰ ਹੈ ਉਹਦਾ ਅੱਗੇ ਮਲਟੀਪਲ ਹੈ ਕੰਟੈਕਟ ਹੈ, ਤਾਂ ਉਹ ਬੱਚਿਆਂ ਨੂੰ ਸਪੈਸ਼ਲੀ ਗਰਲਸ ਨੂੰ ਜਾਂ ਲੇਡੀਜ਼ ਨੂੰ ਇਮੀਡੀਏਟਲੀ ਡਾਕਟਰ ਨੂੰ ਮਿਲ ਲੈਣਾ ਚਾਹੀਦਾ। ਪਿੱਛੇ ਜਿਹੇ ਵੀ ਇੱਕ ਪੇਸ਼ੈਂਟ ਆਇਆ ਸੀ, ਉਹਨੇ ਮੈਨੂੰ ਇਹ ਗੱਲ ਕਹੀ ਸੀ ਕਿ ਮੈਂ 5 ਸਾਲ ਤੋਂ ਇਹ ਟ੍ਰੀਟਮੈਂਟ ਲੈ ਰਹੀ ਹਾਂ ਔਰ ਮੈਨੂੰ ਕੋਈ ਫਰਕ ਨਹੀਂ ਪੈ ਰਿਹਾ ਪਾਣੀ ਦਾ। ਤਾਂ ਮੈਂ ਉਹਨੂੰ ਪੁੱਛਿਆ, ਮੈਂ ਕਿਹਾ ਤੁਹਾਡੇ ਹਸਬੈਂਡ ਨੇ ਕੋਈ ਟ੍ਰੀਟਮੈਂਟ ਲਿਆ? ਕਹਿੰਦੇ ਉਹਨਾਂ ਨੂੰ ਕੋਈ ਪ੍ਰੋਬਲਮ ਹੀ ਨਹੀਂ ਹੈ। ਮੈਂ ਕਿਹਾ ਹਾਊ ਡੂ ਯੂ ਨੋ? ਕਾਈਂਡਲੀ ਇਹ ਚੀਜ਼ਾਂ ਨਾ ਅਵੇਅਰ ਰਹੋ ਔਰ ਫਿਰ ਆਪਣਾ ਟ੍ਰੀਟਮੈਂਟ ਕਰੋ। ਟ੍ਰੀਟਮੈਂਟ ਤਾਂ ਤੁਹਾਡਾ 15 ਦਿਨ ਦਾ ਸੀ ਜਿਹੜਾ ਤੁਸੀਂ 5 ਸਾਲ ਦਾ ਕਰ ਲਿਆ ਔਰ ਤੁਸੀਂ ਠੀਕ ਫਿਰ ਵੀ ਨਹੀਂ ਹੋਏ। ਲੂਕੋਰੀਆ ਦਾ ਸਭ ਤੋਂ ਵੱਡਾ ਰੀਜ਼ਨ ਹੈ ਕਿ ਜੇ ਤੁਸੀਂ ਬਿਨਾਂ ਸੋਚੇ ਸਮਝੇ ਐਂਟੀਬਾਇਓਟਿਕ, ਜਦੋਂ ਹੋਇਆ ਥੋੜੀ ਜਿਹੀ ਫੋਰਕੈਨ ਲੈ ਲਈ, ਜਦੋਂ ਦਿਲ ਕੀਤਾ ਡਾਕਸੀਸਾਈਕਲਿਨ ਲੈ ਲਈ, ਮੈਟਰੋਜਿਲ ਲੈ ਲਈ, ਜਾਂ ਹੋਰ ਐਂਟੀਬਾਇਓਟਿਕ ਦੇਖ ਕੇ ਤੁਸੀਂ ਸਰਚ ਕਰਕੇ ਲੈ ਲਏ, ਉਹਦਾ ਰੀਜ਼ਨ ਹੀ ਉਹ ਹੁੰਦਾ ਕਿ ਤੁਸੀਂ ਓਵਰ ਮੈਡੀਕੇਸ਼ਨ ਕਰ ਰਹੇ ਹੋ। ਪਹਿਲਾਂ ਹੁੰਦਾ ਸੀ ਕਿ ਅਸੀਂ ਕੱਪੜੇ ਲੈ ਕੇ ਆਉਂਦੇ ਸੀ ਘਰ, ਹੈ ਨਾ, ਨਵਾਂ ਸਟਿਚ ਕਰਦੇ ਸੀ। ਹੁਣ ਤੁਸੀਂ ਉੱਥੇ ਹੀ ਟਰਾਈ ਕਰਨਾ ਸ਼ੁਰੂ ਕਰ ਦਿੰਦੇ ਹੋ, ਹੈ ਨਾ। ਇਹ ਰੀਜ਼ਨ ਮੈਂ ਜ਼ਰੂਰ ਦੱਸਣਾ ਚਾਹੁੰਦੀ ਹਾਂ। ਕਾਈਂਡਲੀ ਆਪਣੇ ਇਨਰ ਵੇਅਰ ਉੱਥੇ ਟਰਾਈ ਨਾ ਕਰੋ। 14 ਜਾਂ 10 ਸਾਲ ਤੋਂ ਜਦੋਂ ਪੀਰੀਅਡ ਸਟਾਰਟ ਹੁੰਦੇ ਆ, 20 ਸਾਲ ਤੱਕ ਕੁੜੀ ਨੂੰ ਕਿੱਦਾਂ ਦੀ ਡਾਈਟ ਆਪਾਂ ਨੂੰ ਦੇਣੀ ਚਾਹੀਦੀ? ਸਕੂਟਰ ਜਾਂ ਗੱਡੀ 'ਚ ਮਾੜਾ ਪੈਟਰੋਲ ਨਹੀਂ ਪਵਾਉਂਦੇ ਬਿਲਕੁਲ, ਕਿ ਇਹਨੇ ਰਾਸਤੇ 'ਚ ਰੁਕ ਜਾਣਾ। ਹਾਂ, ਪਰ ਅਸੀਂ ਬੋਡੀ ਦੇ ਵਿੱਚ ਸਭ ਕੁਝ ਮਾੜਾ ਪਾਈ ਜਾਂਦੇ ਹਾਂ। ਇਮੋਸ਼ਨਲੀ ਦੋਨੋਂ ਇੱਕ ਦੂਜੇ ਨਾਲ ਅਟੈਚ ਰਹੋ, ਇੱਕ ਦੂਜੇ ਨੂੰ ਟਾਈਮ ਦਿਓ। ਉਹ ਤੁਹਾਨੂੰ ਬਹੁਤ ਸਾਰੀਆਂ ਦਵਾਈਆਂ ਤੋਂ ਬਚਾ ਦੇਗਾ। ਜਿਹੜਾ ਅੱਜ ਕੱਲ੍ਹ ਟ੍ਰੈਂਡ ਚੱਲ ਪਿਆ ਮੈਂ ਮਲਟੀਪਲ ਪਾਰਟਨਰਸ ਵਾਲਾ, ਕਾਈਂਡਲੀ ਅਵੋਇਡ ਕਰੋ। ਤੁਹਾਨੂੰ ਨਹੀਂ ਪਤਾ ਤੁਸੀਂ ਕਿਸ ਮੈਸ 'ਚ ਲੀਡ ਕਰ ਰਹੇ ਹੋ, ਨਹੀਂ ਪਤਾ। ਮੇਰੇ ਕੋਲ ਪਿੱਛੇ ਵੀ ਇੱਕ ਬੱਚੀ ਆਈ ਸੀ, ਮੈਂ ਉਹਨੂੰ ਬਹੁਤ ਪਿਆਰ ਨਾਲ ਸਮਝਾਇਆ ਕਿ ਬੱਚੇ ਤੇਰਾ ਲੋਸ ਬਹੁਤ ਬੜਾ ਹੈ, ਕਿ ਜੇ ਤੁਹਾਡੇ ਨਾਲ ਕੁਝ ਗਲਤ ਹੋ ਰਿਹਾ, ਉਹਨੂੰ ਪਹਿਲੇ ਦਿਨ ਜਿਸ ਦਿਨ ਰੋਕ ਦੋਗੇ ਨਾ, ਤੁਹਾਡੇ ਨਾਲ ਕਦੇ ਨਹੀਂ ਹੋਏਗਾ। ਇਸੇ ਤਰ੍ਹਾਂ ਬਿਮਾਰੀ ਦੀ ਜਿਹੜੀ ਚੀਜ਼ ਹੈ, ਜੇ ਪਹਿਲੇ ਸਿੰਪਟਮ ਤੇ ਡਾਕਟਰ ਕੋਲ ਜਾਓਗੇ ਤਾਂ ਸਾਰੀ ਜ਼ਿੰਦਗੀ ਸਫਰ ਨਹੀਂ ਕਰੋਗੇ। गूगल ऑथेंटिक नहीं है, यूट्यूब ऑथेंटिक नहीं है। उन्होंने कहाँ लिखा है? उन्होंने नहीं लिखा हुआ है कि असी ऑथेंटिक है ना। ड्रिलिंग वगैरह भी करवा ली सी, तद भी कंसीव नहीं हुई वो बच्ची, ठीक है। वो मेरे को आई, बड़े प्यार नाल आराम नाल असी गल कीती। सिंपल मैडिसन दे नाल 1 महीने 3 फैब नूं ओहदा पॉजिटिव आ गया कि तुसी उस बच्ची तो ये मैसेज दिता कि जे कदे किसी नूं प्रॉब्लम है ना, तो इनलॉज ना या हसबैंड ना शेयर नहीं करना, है ना। नहीं ना, दिस इज़ रियली वेरी रॉन्ग। और अगर तुहाडे बी सोशल तो ये मैसेज वीर जी तक जा रहा, ही इज़ इन कैनेडा, तो काइंडली टॉक टू हर। ਸਤਿ ਸ਼੍ਰੀ ਅਕਾਲ, ਮੈਂ ਰੁਪਿੰਦਰ ਕੌਰ ਸੰਧੂ। ਅੱਜ ਦੀ ਇਸ ਖਾਸ ਮੁਲਾਕਾਤ 'ਚ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਕਹਿੰਦੀ ਹਾਂ। ਅੱਜ ਆਪਣੇ ਨਾਲ ਇਸ ਮੁਲਾਕਾਤ 'ਚ ਡਾਕਟਰ ਮਮਤਾ ਸ਼ਰਮਾ ਹੋਣਗੇ, ਜਿਹੜੇ ਕਿ ਪਟਿਆਲਾ 'ਚ BMS ਡਾਕਟਰ ਨੇ, ਜਿਨ੍ਹਾਂ ਨੂੰ ਆਪਾਂ ਗਾਇਨੀ ਦੇ ਡਾਕਟਰ ਵੀ ਕਹਿ ਦਿੰਦੇ ਹਾਂ। ਉਹਨਾਂ ਨਾਲ ਕੁਝ ਅਰਸਾ ਪਹਿਲਾਂ ਗੁਰਦੀਪ ਗਰੇਵਾਲ ਹੁਣਾਂ ਨੇ ਇੱਕ ਮੁਲਾਕਾਤ ਕੀਤੀ ਸੀ, ਜਿਹਦੇ ਵਿੱਚ ਔਰਤਾਂ 'ਚ ਬਾਂਝਪਣ ਦੀ ਸਮੱਸਿਆ, ਜਿਹਨੂੰ ਕਿ ਆਪਾਂ ਕਹਿ ਦਿੰਦੇ ਹਾਂ ਕਿ ਕਿਸੇ ਦੇ ਬੱਚਾ ਨਾ ਹੋਣਾ, ਜਾਂ ਫੰਗਲ ਇਨਫੈਕਸ਼ਨ, ਜਾਂ ਫਿਰ PCOD 'ਤੇ ਗੱਲਬਾਤ ਹੋਈ ਸੀ। ਅਤੇ ਬਹੁਤ ਸਾਰੀਆਂ ਕੁੜੀਆਂ ਨੇ ਕਮੈਂਟ ਸੈਕਸ਼ਨ ਦੇ ਵਿੱਚ ਬਹੁਤ ਸਾਰੇ ਸਵਾਲ ਪੁੱਛੇ ਸੀ, ਤਾਂ ਇਸ ਮੁਲਾਕਾਤ ਦਾ ਅੱਜ ਉਹਨਾਂ ਨਾਲ ਸਬੱਬ ਉਹਨਾਂ ਕਮੈਂਟਸ ਕਰਕੇ ਹੀ ਬਣਿਆ। ਪਰ ਅੱਜ ਆਪਾਂ ਨਾਲ ਦੀ ਨਾਲ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਇੱਕ ਕੁੜੀ ਜਦੋਂ ਬਹੁਤ ਲੰਮੇ ਸਮੇਂ ਬਾਅਦ ਕਨਸੀਵ ਕਰਦੀ ਆ, ਜਾਂ ਫਿਰ ਡਿਲੀਵਰੀ ਤੋਂ ਬਾਅਦ ਉਹਨਾਂ ਨੂੰ ਕੀ ਕਿਸੇ ਖਾਸ ਸਾਂਭ ਸੰਭਾਲ ਦੀ ਜ਼ਰੂਰਤ ਹੁੰਦੀ ਆ, ਮਾਨਸਿਕ ਅਤੇ ਸਰੀਰਕ ਤੌਰ 'ਤੇ ਕਿੱਦਾਂ ਦੀ ਸੰਭਾਲ ਜਾਂ ਪਰਿਵਾਰ ਦਾ ਸਪੋਰਟ ਉਹਨਾਂ ਨੂੰ ਚਾਹੀਦਾ। ਅਤੇ ਦੂਜੀ ਚੀਜ਼ ਜਿਹੜੀ ਇੱਕ ਬਹੁਤ ਹੀ ਆਮ ਸਮੱਸਿਆ ਹੁਣ ਕੁੜੀਆਂ 'ਚ ਬਣ ਗਈ ਹੈ, ਔਰਤਾਂ 'ਚ, ਕਿ ਲਕੋਰੀਆ ਦੀ ਸਮੱਸਿਆ। ਇਹਦੇ 'ਤੇ ਆਪਾਂ ਅੱਜ ਉਹਨਾਂ ਨਾਲ ਗੱਲਬਾਤ ਕਰਾਂਗੇ। ਉਹਨਾਂ ਨੂੰ ਜੀ ਆਇਆਂ ਕਹਿੰਦੇ ਹਾਂ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਮੈਮ। ਪਹਿਲਾਂ ਬੀ ਸੋਸ਼ਲ ਨੂੰ ਬਹੁਤ ਬਹੁਤ ਸ਼ੁਕਰੀਆ ਮੇਰੀ ਫੈਮਿਲੀ ਐਕਸਪੈਂਡ ਕਰਨ ਲਈ, ਕਿਉਂਕਿ ਮੇਰੇ ਪੇਸ਼ੈਂਟ ਮੇਰੀ ਫੈਮਿਲੀ ਹੈ। ਤੁਹਾਡੇ ਕਰਕੇ ਮੈਨੂੰ ਬਹੁਤ ਦੂਰ ਦੂਰ ਤੋਂ ਕਾਲ ਆਏ, ਔਰ ਮੈਂ ਲੱਕੀ ਸਮਝਦੀ ਹਾਂ ਆਪਣੇ ਆਪ ਨੂੰ ਜੇ ਮੈਂ ਕਿਸੇ ਦੀ ਥੋੜ੍ਹੀ ਵੀ ਪ੍ਰੋਬਲਮ ਸੋਲਵ ਕਰ ਸਕਦੀ ਹਾਂ। ਹਾਂਜੀ, ਥੈਂਕ ਯੂ ਜੀ। ਮੈਂ ਜਿਵੇਂ ਪਹਿਲੀ ਮੁਲਾਕਾਤ ਦੇ ਵਿੱਚ ਦੇਖਿਆ ਹੈ ਨਾ, ਕਿ ਬਹੁਤ ਕੁੜੀਆਂ ਨੇ ਤੁਹਾਨੂੰ ਸਵਾਲ ਕੀਤੇ ਹੋਏ ਨੇ,
ਤੇ ਥੋੜੇ ਜਿਹੇ ਸਵਾਲ ਮੇਲ ਵੀ ਕਰਦੇ ਨੇ, ਪਰ ਕੁੜੀਆਂ ਮੈਨੂੰ ਲੱਗਦਾ ਕਿ ਬਹੁਤ ਜ਼ਿਆਦਾ ਸੀਗੀਆਂ ਹੈ ਨਾ। ਤੇ ਆਪਾਂ ਜਦੋਂ ਆਮ ਗੱਲਾਂ ਕਰਦੇ ਹੁੰਦੇ ਆ ਨਾ ਕਿ ਅਸੀਂ ਡਾਕਟਰ ਨੂੰ ਮਿਲੇ ਹੈ ਨਾ, ਤਾਂ ਬਹੁਤ ਸਾਰੇ ਲੋਕ ਕਹਿੰਦੇ ਹੁੰਦੇ ਆ ਕਿ ਜਦੋਂ ਸਾਡੀ ਵਿਜ਼ਿਟ ਡਾਕਟਰ ਨਾਲ ਹੁੰਦੀ ਆ ਤਾਂ ਉਹ ਬਿਲਕੁਲ ਮੈਡੀਕਲ ਲੈਂਗੁਏਜ 'ਚ ਸਾਨੂੰ ਸਾਡੀ ਬਿਮਾਰੀ ਸਮਝਾਉਂਦੇ ਨੇ। ਹਾਂਜੀ। ਤੇ ਬਹੁਤ ਸਾਰੇ ਲੋਕਾਂ ਨੂੰ ਮੈਨੂੰ ਲੱਗਦਾ ਕਿ ਡਾਕਟਰ ਦੀ ਬੋਲੀ ਆ ਜਿਹੜੀ ਕਈ ਵਾਰ ਸਮਝ ਵੀ ਨਹੀਂ ਆਉਂਦੀ, ਕਿ ਆਪਾਂ ਨੂੰ ਤਾਂ ਪਿੰਡਾਂ ਵਾਲਿਆਂ ਨੂੰ ਹਜੇ ਤੱਕ ਇਹ ਨਹੀਂ ਪਤਾ ਹੁੰਦਾ ਕਿ ਯੂਰਿਕ ਐਸਿਡ ਕੀ ਹੁੰਦਾ, ਕੋਲੈਸਟਰੋਲ ਕੀ ਹੁੰਦਾ ਨਾ। ਤਾਂ ਡਾਕਟਰ ਕੋਲ ਜਦੋਂ ਕੋਈ ਮਰੀਜ਼ ਆਉਂਦਾ ਤਾਂ ਡਾਕਟਰ ਦੀ ਪਹਿਲੀ ਵਿਜ਼ਿਟ ਆ ਜਿਹੜੀ ਉਹਦੇ ਨਾਲ ਕਿਸ ਤਰੀਕੇ ਦੀ ਹੋਣੀ ਚਾਹੀਦੀ ਆ? ਦੇਖੋ, ਜਦੋਂ ਮੈਂ ਨਾ ਇੱਕ ਗੱਲ ਸ਼ੁਰੂ ਤੋਂ ਕਹਿੰਦੀ ਹਾਂ ਕਿ ਦੋ ਐਸੇ ਪ੍ਰੋਫੈਸ਼ਨ ਹੈ ਹਾਂਜੀ ਜਿਨ੍ਹਾਂ 'ਚ ਤੁਸੀਂ ਬਿਲਕੁਲ ਪ੍ਰੋਫੈਸ਼ਨਲੀ ਨਹੀਂ ਚੱਲ ਸਕਦੇ। ਇੱਕ ਤਾਂ ਸਿੱਖਿਆ ਹਾਂਜੀ ਤੇ ਇੱਕ ਮੈਡੀਸਨ। ਇਹ ਦੋ ਚੀਜ਼ਾਂ ਐਸੀਆਂ ਹੈ ਕਿ ਜਦ ਤੱਕ ਤੁਸੀਂ ਬੱਚੇ ਦੇ ਨਾਲ ਉਸ ਕੋਆਰਡੀਨੇਸ਼ਨ 'ਚ ਨਹੀਂ ਹੈ ਤਾਂ ਉਹਨੂੰ ਸ਼ਾਇਦ ਪੜ੍ਹਾਈ ਉਨੀ ਅੱਛੀ ਨਹੀਂ ਆਉਂਦੀ। ਤੇ ਦੂਸਰਾ, ਜਦ ਤੱਕ ਤੁਸੀਂ ਪੇਸ਼ੈਂਟ ਦੇ ਨਾਲ ਇੰਨੀ ਅੱਛੀ ਇੰਟਰੈਕਸ਼ਨ ਨਹੀਂ ਕਰਦੇ ਕਿ ਉਹਦੀ ਤੁਹਾਨੂੰ ਹਰ ਗੱਲ ਸਮਝ ਆਏ। ਕਿਸੇ ਵੀ ਪੇਸ਼ੈਂਟ ਨੂੰ ਠੀਕ ਕਰਨ ਦਾ ਸਭ ਤੋਂ ਅੱਛਾ ਤਰੀਕਾ ਹੈ ਕਿ ਉਹਦੇ ਨਾਲ ਗੱਲਬਾਤ ਕਰੋ। ਅੱਧੀ ਬਿਮਾਰੀ ਤੁਹਾਡੀ ਗੱਲਬਾਤ ਨਾਲ ਠੀਕ ਹੋਣੀ ਚਾਹੀਦੀ ਹੈ, ਬਾਕੀ ਲਈ ਮੈਡੀਕਲ ਟਰੀਟਮੈਂਟ ਹੈ ਜੀ। ਮੇਰੇ ਪੇਸ਼ੈਂਟ ਦੀ ਜ਼ਿਆਦਾਤਰ ਇਹ ਹਮੇਸ਼ਾ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਜੇ ਪੇਸ਼ੈਂਟ ਆਇਆ ਪਹਿਲਾਂ ਉਹਦਾ ਕੰਫਰਟੇਬਲ ਜ਼ੋਨ ਕਰੋ ਕਿ ਉਹ ਆ ਕੇ ਮੇਰੇ ਨਾਲ ਆਪਣੀ ਕੋਈ ਵੀ ਗੱਲ ਕਰ ਸਕਦਾ। ਜੇ ਤੁਸੀਂ ਇਹ ਕਹਿ ਰਹੇ ਹੋ ਕਿ ਇੱਕ ਪੇਸ਼ੈਂਟ ਐਂਟਰ ਕਰ ਗਿਆ, ਉਹਦਾ ਬੀਪੀ ਕੋਈ ਹੋਰ ਚੈੱਕ ਕਰ ਰਿਹਾ, ਮੈਡੀਸਨ ਕੋਈ ਹੋਰ ਲਿਖ ਰਿਹਾ ਔਰ ਗੱਲ ਕਰਕੇ ਤੁਸੀਂ 2 ਮਿੰਟ 'ਚ ਬਾਹਰ ਚਲੇ ਜਾਂਦੇ ਹੋ, ਉਹ ਸੈਟੀਸਫੈਕਸ਼ਨ ਨਹੀਂ ਮਿਲ ਸਕਦੀ ਪੇਸ਼ੈਂਟ ਨੂੰ, ਕਿਉਂਕਿ ਪੇਸ਼ੈਂਟ ਮੈਂਟਲੀ ਐਜ਼ ਵੈਲ ਐਜ਼ ਫਿਜ਼ੀਕਲੀ ਦੋਨਾਂ ਪ੍ਰੋਬਲਮਸ ਦੇ ਕਰਕੇ ਤੁਹਾਡੇ ਕੋਲ ਆਉਂਦਾ, ਸਿਰਫ ਇੱਕ ਫਿਜ਼ੀਕਲ ਪ੍ਰੋਬਲਮ ਲਈ ਨਹੀਂ ਆਉਂਦਾ। ਤਾਂ ਉਹ ਇੱਕ ਮੈਂਟਲ ਪ੍ਰੋਬਲਮ ਵੀ ਹੁੰਦੀ ਹੈ ਔਰ ਉਸ ਦੀ ਗੱਲ ਸੁਣਨਾ ਬਹੁਤ ਜ਼ਰੂਰੀ ਹੈ। ਔਰ ਦੂਸਰਾ, ਪੇਸ਼ੈਂਟ ਨੂੰ ਵੀ ਇਹ ਲੈ ਕੇ ਡਾਕਟਰ ਦੇ ਕੋਲ ਜਾਣਾ ਚਾਹੀਦਾ ਹੈ ਵਿਦਆਊਟ ਕਿਸੇ ਝਿਜਕ ਤੋਂ, ਕਿ ਮੈਂ ਜੇ ਜਾ ਰਿਹਾ ਤਾਂ ਮੈਂ ਆਪਣੀ ਇਮੋਸ਼ਨਲ ਗੱਲ ਔਰ ਇੱਕ ਜੋ ਵੀ ਮੈਨੂੰ ਫਿਜ਼ੀਕਲ ਪ੍ਰੋਬਲਮ ਹੈ ਉਹ ਤਾਂ ਮੈਂ ਦੱਸਾਂ ਹੀ, ਲੇਕਿਨ ਜੇ ਮੇਰੇ 'ਚ ਕੋਈ ਸਟ੍ਰੈਸ ਹੈ ਤਾਂ ਉਹ ਵੀ ਸ਼ੇਅਰ ਕਰੇ ਤਾਂ ਕਿ ਡਾਕਟਰ ਤੁਹਾਨੂੰ ਕਾਉਂਸਲ ਕਰ ਸਕੇ। ਪੰਜਾਬ 'ਚ ਤੇ ਅਬਰੋਡ 'ਚ ਜਾਂ ਇੰਡੀਆ 'ਚ ਤੇ ਅਬਰੋਡ 'ਚ ਥੋੜ੍ਹਾ ਜਿਹਾ ਫਰਕ ਇਹੀ ਹੈ ਕਿ ਪੇਸ਼ੈਂਟ ਹਮੇਸ਼ਾ ਇਹ ਕਹਿੰਦੇ ਉੱਥੇ ਡਾਕਟਰ ਦਵਾਈ ਨਹੀਂ ਦਿੰਦੇ ਹੈ ਨਾ, ਉੱਥੇ ਕਾਉਂਸਲਿੰਗ ਚੱਲਦੀ ਹੈ। ਇੱਥੇ ਕਾਉਂਸਲਿੰਗ ਨਾਮ ਦੀ ਤਾਂ ਕੋਈ ਚੀਜ਼ ਹੈ ਹੀ ਨਹੀਂ ਹੈ ਨਾ। ਪਹਿਲਾਂ ਕਾਉਂਸਲਿੰਗ ਜਾਂ ਗੱਲਬਾਤ ਤਾਂ ਤੁਹਾਡੀ ਐਸੀ ਹੋਣਾ ਕਿ ਪੇਸ਼ੈਂਟ ਨੂੰ ਇੰਨਾ ਕੌਨਫੀਡੈਂਸ ਆ ਜਾਏ ਕਿ ਮੈਂ ਸਪੈਸ਼ਲੀ ਜਿੱਦਾਂ ਹੁਣ ਮੇਰੇ ਕੋਲ ਪੇਸ਼ੈਂਟ ਆਉਂਦੇ ਆ ਇਨਫਰਟੀਲਿਟੀ ਦੇ ਹੈ ਨਾ, ਤਾਂ ਉਹ ਜਦ ਤੱਕ ਤੁਸੀਂ ਉਹਨਾਂ ਦੀ ਜੜ 'ਤੇ ਨਹੀਂ ਪਹੁੰਚੋਗੇ ਜਾਂ ਤੁਸੀਂ ਉਹਨਾਂ ਨੂੰ ਨਹੀਂ ਉਹ ਉਸ ਲੈਵਲ 'ਤੇ ਲੈ ਕੇ ਆਓਗੇ ਕਿ ਤੁਸੀਂ ਉਹਦੀ ਸਾਰੀ ਗੱਲ ਸੁਣੋ, ਉਹ ਠੀਕ ਨਹੀਂ ਹੋ ਸਕਦਾ। ਤਾਂ ਐਟਲੀਸਟ ਤੁਸੀਂ ਕਿਸੇ ਵੀ ਡਾਕਟਰ ਕੋਲ ਜਾਂਦੇ ਹੋ ਤਾਂ ਇੱਕ ਵਾਰ ਇੰਨਾ ਟਾਈਮ ਕੱਢ ਕੇ ਤੁਸੀਂ ਵੀ ਜਾਓ, ਡਾਕਟਰ ਕੋਲ ਵੀ ਇੰਨਾ ਸਮਾਂ ਹੋਏ ਕਿ ਉਹ ਤੁਹਾਡੀ ਗੱਲ ਧਿਆਨ ਨਾਲ ਸੁਣ ਸਕੇ। ਔਰ ਡਾਕਟਰ ਤੁਹਾਡਾ ਫਰੈਂਡ ਹੋਏ ਤਾਂ ਜ਼ਿਆਦਾ ਬੈਟਰ ਹੈ, ਕਿਉਂਕਿ ਜੇ ਡਰ ਕੇ ਜਾਓਗੇ ਅੰਦਰ ਤਾਂ ਵੈਸੇ ਵੀ ਅੱਧੀ ਚੀਜ਼ ਤਾਂ ਤੁਸੀਂ ਵੈਸੇ ਹੀ ਭੁੱਲ ਜਾਣੀ ਹੈ ਨਾ, ਕਿ ਪਤਾ ਨਹੀਂ ਕੀ ਅੱਗੇ ਮੈਨੂੰ ਟੈਸਟ ਮਿਲ ਜਾਣੇ ਜਾਂ ਕੀ। ਪਹਿਲਾਂ ਜਾ ਕੇ ਉਹਨਾਂ ਨਾਲ ਆਰਾਮ ਨਾਲ ਗੱਲ ਕਰੋ ਔਰ ਡਾਕਟਰ ਵੀ ਇੰਨਾ ਕੁ ਪੇਸ਼ੈਂਟ ਦੇ ਲਈ ਟਾਈਮ ਜ਼ਰੂਰ ਰੱਖੋ ਕਿ ਤੁਸੀਂ ਉਹਨਾਂ ਦੀ ਗੱਲ ਸਮਝ ਸਕੋ ਅਤੇ ਉਹਨਾਂ ਨੂੰ ਟਰੀਟ ਕਰ ਸਕੋ। ਹਾਂਜੀ, ਕਿਉਂਕਿ ਮੇਰਾ ਵੀ ਇੱਕ ਤਜਰਬਾ ਰਿਹਾ ਸੀ। ਮਤਲਬ 4-5 ਸਾਲ ਪਹਿਲਾਂ ਸਾਡੇ ਘਰੇ ਇੱਕ ਕੰਮ ਕਰਦੀ ਸੀਗੀ ਲੇਡੀ, ਅਤੇ ਉਹਦੀ ਕੁੜੀ ਨੂੰ ਥੋੜ੍ਹੀ ਜਿਹੀ ਕੋਈ ਮਾਨਸਿਕ ਬਿਮਾਰੀ ਵਾਂਗੂ ਹੀ ਸੀਗਾ ਹੈ ਨਾ, ਅਤੇ ਅਸੀਂ ਉਹਨੂੰ ਲੈ ਕੇ ਆਪਣੇ ਪਟਿਆਲੇ ਦੇ ਬੜੇ ਮਸ਼ਹੂਰ ਡਾਕਟਰ ਉਹਨਾਂ ਕੋਲ ਚਲੇ ਗਏ। ਅਤੇ ਉਹਨਾਂ ਨੇ ਹਾਰਡਲੀ ਮਤਲਬ 2 ਮਿੰਟ ਨਹੀਂ ਉਸ ਪੇਸ਼ੈਂਟ ਨੂੰ ਦੇਖਿਆ, 2 ਮਿੰਟ 'ਚ ਮੈਡੀਸਨ ਲਿਖ ਕੇ ਅਤੇ ਸਾਨੂੰ ਬਾਹਰ ਭੇਜਤਾ ਹੈ ਨਾ। ਅਤੇ ਮੈਨੂੰ ਲੱਗਿਆ ਕਿ ਜਿਹੜਾ ਬੰਦਾ ਇੱਕ ਮੈਂਟਲ ਪ੍ਰੋਬਲਮ ਨੂੰ ਲੈ ਕੇ ਡਾਕਟਰ ਕੋਲ ਜਾ ਰਿਹਾ, ਡਾਕਟਰ ਨੂੰ ਚਾਹੀਦਾ ਘੱਟੋ ਘੱਟ ਉਹਨੂੰ ਅੱਧਾ ਘੰਟਾ ਸੁਣਿਆ ਜਾਵੇ ਹੈ ਨਾ। ਅਤੇ ਇਹ ਚੀਜ਼ ਬਹੁਤ ਸਾਰੇ ਲੋਕ ਮਹਿਸੂਸ ਕਰਦੇ ਆ ਕਿ ਕਈ ਵਾਰ ਡਾਕਟਰ ਕੋਲ ਤੁਹਾਨੂੰ ਦੇਖਣ ਦਾ ਸਮਾਂ ਹੀ ਨਹੀਂ ਹੁੰਦਾ, ਉਹ ਸਿਰਫ ਇੱਕ ਮੈਡੀਸਨ ਲਿਖਦੇ ਨੇ ਅਤੇ ਉਹਨਾਂ ਲਈ ਅਗਲਾ ਪੇਸ਼ੈਂਟ ਮਤਲਬ ਹੈ ਨਾ ਬੁਲਾ ਲੈਂਦੇ ਨੇ। ਅਤੇ ਇਹ ਤੁਹਾਡੀ ਗੱਲ ਬਿਲਕੁਲ ਸਹੀ ਹੈ ਕਿ ਬਹੁਤ ਸਾਰੀਆਂ ਚੀਜ਼ਾਂ ਮੈਨੂੰ ਲੱਗਦਾ ਕਿ ਸਿਰਫ ਇੱਕ ਗੱਲ ਸੁਣਨ ਨਾਲ ਅੱਧੇ ਤੋਂ ਜ਼ਿਆਦਾ ਸੋਲਵ ਹੋ ਜਾਂਦੀ। ਬਿਲਕੁਲ ਹੁੰਦੀਆਂ ਜੀ, ਬਿਲਕੁਲ ਹੁੰਦੀਆਂ। ਜੇ ਕਿਸੇ ਵੀ ਪੇਸ਼ੈਂਟ ਨੂੰ ਜੇ ਤੁਸੀਂ ਉਹਦੇ ਤੋਂ ਪੁੱਛੋਗੇ ਨਾ ਗੱਲ, ਤਾਂ ਤੁਹਾਨੂੰ ਕਈ ਵਾਰ ਰੀਜ਼ਨ ਕੁਝ ਹੋਰ ਹੀ ਮਿਲਦਾ। ਬਿਲਕੁਲ ਹੈ ਨਾ, ਉਹ ਰੀਜ਼ਨ ਹੁੰਦਾ ਹੀ ਨਹੀਂ ਜਿਹੜਾ ਜਿਸ ਕਰਕੇ ਉਹ ਆਇਆ। ਜੇ ਕੋਈ ਪੇਸ਼ੈਂਟ ਆਇਆ, ਜੇ ਉਹ ਕਹਿ ਰਿਹਾ ਕਿ ਜੇ ਮੈਨੂੰ ਨੀਂਦ ਨਹੀਂ ਆ ਰਹੀ ਹਾਂਜੀ ਹੈ ਨਾ, ਜੇ ਤੁਸੀਂ ਉਹਨੂੰ ਨੀਂਦ ਦੀ ਗੋਲੀ ਲਿਖਤੀ ਤਾਂ ਤੁਹਾਡੀ ਡਿਊਟੀ ਮੈਨੂੰ ਨਹੀਂ ਲੱਗਦਾ ਖਤਮ ਹੋ ਗਈ। ਉਹਨੂੰ ਨੀਂਦ ਕਿਉਂ ਨਹੀਂ ਆ ਰਹੀ ਬਿਲਕੁਲ ਹੈ ਨਾ। ਜਾਂ ਕੋਈ ਪੇਸ਼ੈਂਟ ਆਇਆ, ਉਹਨੂੰ ਇਨਫਰਟੀਲਿਟੀ ਹੈ ਤਾਂ ਉਹਨੂੰ ਮੇ ਬੀ ਉਹਨਾਂ ਦੇ ਵਿੱਚ ਆਪਸ 'ਚ ਕੋਆਰਡੀਨੇਸ਼ਨ ਨਹੀਂ ਹੈਗਾ ਹੈ ਨਾ, ਕੋਈ ਡੇਜ਼ ਮਿਸ ਕਰ ਰਹੇ ਆ। ਜਦ ਤੱਕ ਤੁਸੀਂ ਉਹਦੇ ਨਾਲ ਗੱਲ ਹੀ ਨਹੀਂ ਕੀਤੀ ਉਸਦਾ। ਮੇਰੇ ਫਾਦਰ ਨੇ ਜਿਸ ਦਿਨ ਮੈਂ ਡਾਕਟਰ ਬਣੀ ਸੀ, ਸਭ ਤੋਂ ਪਹਿਲਾਂ ਇਹੀ ਗੱਲ ਕਹੀ ਸੀ ਕਿ ਮਮਤਾ, ਅੱਧੇ ਪੇਸ਼ੈਂਟ ਪਹਿਲਾਂ ਤੇਰੀ ਗੱਲਬਾਤ ਨਾਲ ਠੀਕ ਹੋਣੇ ਚਾਹੀਦੇ ਆ। ਮੈਂ ਉਹ ਬੰਨ ਲਈ ਸੀ ਕਿ ਜੇ ਤੁਸੀਂ ਗੱਲ ਹੀ ਨਹੀਂ ਕਰ ਸਕਦੇ, ਘੱਟ ਪੇਸ਼ੈਂਟ ਦੇਖ ਲਓ, ਪਰ ਜੋ ਪੇਸ਼ੈਂਟ ਤੁਸੀਂ ਜਿਸ ਨਾਲ ਵੀ ਗੱਲ ਕਰ ਰਹੇ ਹੋ
ਬਲਕਿ ਜਿਹੜੀ ਪਿੱਛੇ ਇੰਟਰਵਿਊ ਹੋਈ ਸੀ ਉਸ ਤੋਂ ਬਾਅਦ ਵੀ ਮੈਨੂੰ ਕਈ ਪੇਸ਼ੈਂਟ ਦੇ ਫੋਨ, ਮੈਨੂੰ ਇਹ ਚੀਜ਼ ਨਾ ਬੜੀ ਅੱਛੀ ਲੱਗੀ ਕਿ ਉਹਨਾਂ ਨੇ ਮੈਨੂੰ ਇਹ ਗੱਲ ਕਹੀ ਕਿ ਮੈਡਮ ਤੁਹਾਡੀ ਇੰਟਰਵਿਊ ਤੋਂ ਬਾਅਦ ਸਾਨੂੰ ਲੱਗਿਆ ਸਾਨੂੰ ਵੀ ਪ੍ਰੈਗਨੈਂਸੀ ਹੋ ਸਕਦੀ ਹੈ। ਕੋਈ ਦੂਰ ਬੈਠਾ ਇੱਕ ਰਾਜਸਥਾਨ ਤੋਂ ਬੱਚੀ ਦੇਖੋ ਨਹੀਂ ਆ ਸਕਦੀ, ਲੇਕਿਨ ਉਹਨੂੰ ਇੱਕ ਬੜਾ ਹੌਸਲਾ ਮਿਲਿਆ ਕਿ ਇੰਨਾ ਔਖਾ ਕੰਮ ਤਾਂ ਹੈ ਨਹੀਂ ਜਿੰਨਾ ਮੈਮ ਨੇ ਆਰਾਮ ਨਾਲ ਦੱਸਿਆ। ਤਾਂ ਪਹਿਲੀ ਤੁਹਾਡੀ ਜਿੱਤ ਜਾਂ ਇੱਕ ਡਾਕਟਰ ਦੀ ਹੈ ਨਾ ਜਾਂ ਇੱਕ ਟੀਚਰ ਦੀ ਇਹ ਹੁੰਦੀ ਹੈ ਕਿ ਤੁਸੀਂ ਕਿਸੇ ਦਾ ਕੌਨਫੀਡੈਂਸ ਲੂਜ਼ ਨਹੀਂ ਹੋਣ ਦਿੰਦੇ। ਉਹ ਆਲਰੇਡੀ ਸਟ੍ਰੈਸ 'ਚ ਆਇਆ ਸੀ, ਤੁਸੀਂ 2 ਗੋਲੀਆਂ ਦੇ ਕੇ ਸਵਾਤਾ, ਹਾਂਜੀ, ਹੈ ਨਾ। ਤਾਂ ਮੈਨੂੰ ਨਹੀਂ ਲੱਗਿਆ ਤੁਹਾਡੀ ਡਿਊਟੀ ਖਤਮ ਹੋਈ ਹੈ, ਤਾਂ ਉਹ ਜ਼ਰੂਰੀ ਹੈ। ਬਿਲਕੁਲ ਮੈਮ, ਜਿਵੇਂ ਤੁਸੀਂ ਪਿਛਲੀ ਮੁਲਾਕਾਤ 'ਚ ਨਾ ਗੱਲਬਾਤ ਕੀਤੀ ਸੀਗੀ, ਤੁਹਾਡੇ ਕੋਲ ਜ਼ਿਆਦਾਤਰ ਉਹੀ ਕੁੜੀਆਂ ਆਉਂਦੀਆਂ ਨੇ ਜਾਂ ਉਹੀ ਕਪਲ ਆਉਂਦੇ ਆ ਜਿਹੜੇ ਕਿ ਬਹੁਤ ਲੰਮੇ ਸਮੇਂ ਤੋਂ ਟਰਾਈ ਕਰਦੇ ਹੁੰਦੇ ਆ ਬੱਚੇ ਲਈ ਪਰ ਕਨਸੀਵ ਨਹੀਂ ਕਰਦੇ। ਤੇ ਮੈਨੂੰ ਲੱਗਦਾ ਹੈ ਕਿ ਕੋਈ ਵੀ ਪੇਸ਼ੈਂਟ ਕਦੇ ਵੀ ਸਾਲ 2 ਮਤਲਬ ਕੋਈ ਵੀ ਕੁੜੀ ਜਾਂ ਕੋਈ ਕਪਲ 2 ਸਾਲ ਤਾਂ ਵੇਟ ਕਰਦੇ ਨੇ ਉਹ, ਹੈ ਨਾ। ਫਿਰ ਉਸ ਤੋਂ ਬਾਅਦ ਹੀ ਉਹਨਾਂ ਦੀ ਪਹੁੰਚ ਆ ਜਿਹੜੀ ਡਾਕਟਰ ਤੱਕ ਹੁੰਦੀ ਆ। ਤੇ ਜਦੋਂ ਉਹ ਜੋੜਾ ਕਨਸੀਵ ਕਰ ਲੈਂਦਾ ਤਾਂ ਕੀ ਉਹਨਾਂ ਕੁੜੀਆਂ ਨੂੰ ਜਿਨ੍ਹਾਂ ਨੂੰ 3 ਜਾਂ 4 ਸਾਲ ਹੋ ਜਾਂਦੇ ਆ, ਮਤਲਬ ਉਹ ਦਵਾਈ ਖਾ ਰਹੀਆਂ ਨੇ ਜਾਂ ਕੋਈ ਲੰਮਾ ਟਰੀਟਮੈਂਟ ਲੈ ਰਹੀਆਂ ਨੇ, ਜਦੋਂ ਉਹ ਕਨਸੀਵ ਕਰਦੀਆਂ ਨੇ ਉਹਨਾਂ ਨੂੰ ਕਿਸੇ ਖਾਸ ਕਿਸਮ ਦੀ ਕੇਅਰ ਦੀ ਜ਼ਰੂਰਤ ਹੁੰਦੀ ਹੈ? ਦੇਖੋ ਮੈਂ ਇੱਕ ਕਹਿ ਰਹੀ ਹਾਂ ਕਿ ਪ੍ਰੈਗਨੈਂਸੀ, ਮੈਂ ਪਿਛਲੀ ਇੰਟਰਵਿਊ 'ਚ ਵੀ ਕਿਹਾ ਸੀ, ਡਿਜ਼ੀਜ਼ ਨਹੀਂ ਹੁੰਦੀ। ਹਾਂਜੀ, ਪ੍ਰੈਗਨੈਂਸੀ ਇੱਕ ਇਮੋਸ਼ਨਲ ਬੌਂਡ ਹੈ। ਉਹਦੇ ਲਈ ਉਹਨਾਂ ਨੂੰ ਦੇਖੋ ਇੱਕ ਤਾਂ ਡਾਕਟਰੀ ਸਲਾਹ ਦੇ ਨਾਲ ਜਿਹੜੀ ਮੈਡੀਕੇਸ਼ਨ ਚੱਲ ਰਹੀ ਹੈ ਦੈਟ ਇਜ਼ ਮਸਟ, ਉਹ ਤਾਂ ਜ਼ਰੂਰ ਉਹਨਾਂ ਨੂੰ ਲੈਣਾ ਚਾਹੀਦਾ, ਲੇਕਿਨ ਬੇਸਿਕਲੀ ਉਹਨਾਂ ਨੂੰ ਇੱਕ ਇਮੋਸ਼ਨਲ ਸਪੋਰਟ ਜ਼ਰੂਰ ਚਾਹੀਦੀ ਹੁੰਦੀ ਹੈ। ਹੁਣ ਮੇਰੇ ਕੋਲ ਪਿਛਲੇ ਮਹੀਨੇ ਵੀ ਇੱਕ ਪੇਸ਼ੈਂਟ ਸੀ ਜੀ, ਉਹ 1 ਮਹੀਨੇ 'ਚ ਹੀ ਕਨਸੀਵ ਕਰ ਗਿਆ, ਲੇਕਿਨ ਮੇਨ ਪ੍ਰੋਬਲਮ ਕੀ ਹੋਈ ਕਿ ਉਹ 5 ਸਾਲ ਬਾਅਦ ਕੀਤਾ ਸੀ। ਉਹ ਇੰਨਾ ਕੁ ਡਰੀ ਹੋਈ ਸੀ ਨਾ ਕਿ ਮੈਨੂੰ ਉਹਨੂੰ ਇਹ ਨਹੀਂ ਸਮਝ ਆ ਰਿਹਾ ਸੀ, ਡਾਕਟਰ ਸਾਹਿਬ ਜੇ ਤੁਸੀਂ ਰੋਜ਼ ਬੁਲਾਓਗੇ ਨਾ ਮੈਂ ਰੋਜ਼ ਆਉਂਗੀ। ਮੈਂ ਕਿਹਾ ਨਹੀਂ, ਰੋਜ਼ ਤਾਂ ਮੈਂ ਬੁਲਾਉਣਾ ਵੀ ਨਹੀਂ। ਫਿਰ ਮੈਂ ਉਹਦੇ ਹਸਬੈਂਡ ਨੂੰ ਕਿਹਾ, ਮੈਂ ਕਿਹਾ ਇਹਦੀ ਗੱਲ ਸੁਣਨਾ ਹੈ ਨਾ, ਇਹਨੂੰ ਜਿਹੜੇ ਹੁਣ ਇਹਦੇ 9 ਮੰਥ ਹੈ ਨਾ, ਇਹ ਤੁਹਾਡੀ ਵੀ ਇਕੁਅਲ ਜ਼ਿੰਮੇਵਾਰੀ ਆ। ਮੇਰੇ ਲਈ ਤਾਂ ਚਲੋ ਮੋਸਟ ਵੈਲਕਮ, ਜੇ ਮੈਨੂੰ ਕਾਲ ਕਰੇਗੀ ਮੇਰੀ ਡਿਊਟੀ ਵੀ ਬਣਦੀ ਹੈ, ਮੈਂ ਦੱਸੂਗੀ ਵੀ ਨਹੀਂ, ਲੇਕਿਨ ਇੱਕ ਇਮੋਸ਼ਨਲ ਸਪੋਰਟ ਦੀ ਉਹਨੂੰ ਫੈਮਿਲੀ ਤੋਂ ਜ਼ਰੂਰਤ ਹੁੰਦੀ ਹੈ। ਕਿਉਂਕਿ ਜਿਹੜੇ ਬੱਚੇ ਨੇ 5 ਸਾਲ ਗੱਲਾਂ ਵੀ ਸੁਣੀਆਂ ਹੁੰਦੀਆਂ, ਸਭ ਕੁਝ ਹੁੰਦਾ, ਉਹਨੂੰ ਇਸ ਚੀਜ਼ ਦਾ ਹੁੰਦਾ ਕਿ ਹੁਣ ਕੁਝ ਗੜਬੜ ਨਾ ਹੋ ਜਾਏ। ਹੋਏਗੀ ਕੁਝ ਨਹੀਂ, ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਕਿ ਨੈਚੁਰਲ ਹੈ, ਔਰ ਜੇ ਤੁਸੀਂ ਮੈਡੀਕੇਸ਼ਨ ਠੀਕ ਚੱਲ ਰਹੇ ਹੋ ਜਾਂ ਪ੍ਰੀਕਾਸ਼ਨ ਠੀਕ ਲੈ ਰਹੇ ਹੋ ਕੋਈ ਵੱਡੀ ਪ੍ਰੋਬਲਮ ਨਹੀਂ ਹੈ, ਲੇਕਿਨ ਹਾਂ ਇੱਕ ਇਮੋਸ਼ਨਲ ਸਪੋਰਟ ਦੀ ਡਾਕਟਰ ਵੱਲੋਂ ਵੀ ਔਰ ਫੈਮਿਲੀ ਵੱਲੋਂ ਵੀ ਬਹੁਤ ਜ਼ਰੂਰਤ ਹੁੰਦੀ ਹੈ। ਹਾਂਜੀ। ਤੇ ਜਿਵੇਂ ਬਹੁਤ ਸਾਰੀਆਂ ਚੀਜ਼ਾਂ ਆਪਣੇ ਨਾ ਮਿੱਥਾਂ ਜੀਆਂ ਵੀ ਜੁੜ ਜਾਂਦੀਆਂ ਨੇ। ਜਦੋਂ ਕੋਈ ਕੁੜੀ ਪ੍ਰੈਗਨੈਂਟ ਹੁੰਦੀ ਹੈ ਤਾਂ ਕੁਝ ਕੁ ਚੀਜ਼ਾਂ ਨਾ ਖਾਸ ਤੌਰ 'ਤੇ, ਜਿਵੇਂ ਜੇ ਆਪਾਂ ਆਮ ਜੀ ਬੋਲੀ 'ਚ ਗੱਲਬਾਤ ਕਰੀਏ ਤਾਂ ਪਪੀਤਾ, ਹੈ ਨਾ, ਕਹਿ ਦਿੰਦੇ ਕਿ ਉਹ ਨਹੀਂ ਤੁਸੀਂ ਖਾਣਾ। ਹਾਂਜੀ। ਤੇ ਜਾਂ ਫਿਰ ਜੇ ਕਿਸੇ ਦਾ ਮੰਨ ਲਓ ਕਿ ਕਿਸੇ ਕਾਰਨ ਪਹਿਲਾਂ ਮਿਸਕੈਰੇਜ ਹੋ ਜਾਂਦਾ ਤਾਂ ਲੋਕ ਉਹਦੇ ਬਾਰੇ ਵੀ ਇੱਕ ਰਾਏ ਬਣਾ ਲੈਂਦੇ ਕਿ ਹੁਣ ਦੂਜੀ ਵਾਰੀ ਇਹਦੇ ਬੱਚਾ ਨਹੀਂ ਛੇਤੀ ਹੋਏਗਾ, ਹੈ ਨਾ। ਇਹ ਚੀਜ਼ਾਂ ਮਤਲਬ ਸੱਚੀਆਂ ਹੁੰਦੀਆਂ ਨੇ ਜਾਂ ਇਹ ਵੀ ਜਿਹੜੀਆਂ ਕਿ ਮੈਂ ਤੁਹਾਡੇ ਤੋਂ ਸੁਣ ਲਈ ਫਿਰ ਮੈਂ ਅੱਗੇ ਪਾਸ ਕਰਤੀ, ਇੱਦਾਂ ਦੇ ਕੁਝ ਰੀਜ਼ਨਸ ਬਣਦੇ ਨੇ? ਨਹੀਂ, ਦੇਖੋ ਜਿਹੜੀਆਂ ਚੀਜ਼ਾਂ ਬੁੱਕਸ 'ਚ ਲਿਖੀਆਂ ਹੋਈਆਂ ਤੁਸੀਂ ਉਹਨਾਂ ਨੂੰ ਫੋਲੋ ਕਰ ਸਕਦੇ ਹੋ, ਲੇਕਿਨ ਜੇ ਕਿਸੇ ਦੇ ਕਹਿਣ 'ਤੇ ਤੁਸੀਂ ਇਹ ਕਹਿ ਰਹੇ ਹੋ ਕਿ ਅਸੀਂ ਇਹ ਚੀਜ਼ਾਂ ਨਹੀਂ ਖਾਣੀਆਂ, ਉਹ ਗਲਤ ਹੈ। ਜਿਹੜੀਆਂ ਚੀਜ਼ਾਂ, ਜਿੱਦਾਂ ਹੁਣ ਕਿਸੇ ਦਾ BP ਹਾਈ ਹੋ ਰਿਹਾ, ਉਹਨੂੰ ਅਸੀਂ ਸਾਲਟ ਰਿਸਟ੍ਰਿਕਟ ਕਰ ਦਾਂਗੇ। ਡਾਇਬਟਿਕ ਪੇਸ਼ੈਂਟ ਹੈ, ਉਹਨੂੰ ਅਲੱਗ ਡਾਈਟ ਚਾਰਟ ਦੇਵਾਂਗੇ। ਲੇਕਿਨ ਜੇ ਤੁਸੀਂ ਇਸ ਚੀਜ਼ ਲਈ ਕਹਿ ਰਹੇ ਹੋ ਕਿ ਉਹਦਾ ਪਹਿਲਾਂ ਅਬੋਰਸ਼ਨ ਹੋ ਚੁੱਕਿਆ, ਉਹਦੇ ਸਿਰਫ ਇੱਕ ਥੋੜਾ ਬੈੱਡ ਰੈਸਟ ਔਰ ਥੋੜੀਆਂ ਮੈਡੀਸਿਨਸ, ਅਦਰਵਾਈਜ਼ ਖਾਣ ਪੀਣ 'ਚ ਇੰਨੀਆਂ ਰਿਸਟ੍ਰਿਕਸ਼ਨਸ ਨਹੀਂ ਹੁੰਦੀਆਂ। ਇੱਕ ਹੈਲਦੀ ਨੋਰਮਲ ਲਾਈਫ ਗੁਜ਼ਾਰਨੀ ਚਾਹੀਦੀ ਹੈ। ਹਾਂ, ਤੁਸੀਂ ਓਵਰ ਵੀ ਨਹੀਂ ਕਰਨਾ। ਹਾਂਜੀ। ਉਹਦੇ ਨਾਲ ਉਹ ਇੰਡਲਜ ਹੋਏਗਾ ਕਿਸੇ ਨਾ ਕਿਸੇ ਪ੍ਰੋਬਲਮ 'ਚ। ਹਮੇਸ਼ਾ ਇਹੀ ਗੱਲ ਕਹਿੰਦੇ ਆ ਨਾ, ਤਾਂ ਅਤੀ ਹਰ ਚੀਜ਼ ਦੀ ਬੁਰੀ ਹੁੰਦੀ ਹੈ। ਤਾਂ ਮੈਂ ਹਮੇਸ਼ਾ ਇੱਕ ਪੇਸ਼ੈਂਟ ਨੂੰ ਕਹਿੰਦੀ ਹਾਂ ਕਿ ਜੇ ਅੰਬ ਖਾਣਾ ਤਾਂ ਇੱਕ ਫਾੜੀ ਲੈ ਲਓ, ਹੈ ਨਾ। ਕਿਸੇ ਵੀ ਚੀਜ਼ ਦੀ ਥੋੜੀ ਮਾਤਰਾ 'ਚ ਲਓਗੇ ਤਾਂ ਕਦੇ ਕੋਈ ਨੁਕਸਾਨ ਨਹੀਂ ਹੁੰਦਾ, ਚਾਹੇ ਡਰਾਈ ਫਰੂਟਸ ਆ ਜਾਂ ਕੁਝ ਵੀ ਹੈ। ਇਹਨਾਂ ਚੀਜ਼ਾਂ ਲਈ ਮਨ 'ਚ ਟੈਨਸ਼ਨ ਲੈ ਕੇ ਕੁਝ ਨਹੀਂ ਕਰਨਾ, ਠੀਕ ਹੈ। ਇੱਕ ਨਾਰਮਲ ਰੂਟੀਨ 'ਚ ਤੁਸੀਂ ਖਾਣਾ ਵੀ ਖਾ ਸਕਦੇ ਹੋ। ਔਰ ਜੇ ਅਬੋਰਸ਼ਨ ਦੀ ਗੱਲ ਵੀ ਹੈ, ਉਹਦੇ ਲਈ ਵੀ ਬਹੁਤ ਜ਼ਿਆਦਾ ਇੱਕ ਨਾ ਪੇਸ਼ੈਂਟ ਨੂੰ ਪ੍ਰੈਸ਼ਰ 'ਚ ਨਾ ਪਾਓ ਕਿ ਜੇ ਪਿਛਲੀ ਵਾਰ ਅਬੋਰਸ਼ਨ ਹੋਇਆ ਸੀ ਤਾਂ ਇਸ ਵਾਰ ਵੀ ਨਹੀਂ। ਪਿਛਲੀ ਵਾਰ ਇੱਕ ਨਾਰਮਲ ਪ੍ਰੈਗਨੈਂਸੀ ਦੀ ਤਰ੍ਹਾਂ ਪ੍ਰੋਸੀਡ ਕੀਤਾ ਸੀ, ਜ਼ਿਆਦਾ ਦਵਾਈਆਂ ਨਹੀਂ ਦਿੱਤੀਆਂ ਗਈਆਂ ਸੀ ਉਹਦੇ ਕਰਕੇ, ਜਾਂ ਕੋਈ ਹੋਰ ਰੀਜ਼ਨ ਵੀ ਹੋ ਸਕਦਾ। ਉਹਦੇ ਟੈਸਟ ਹੋ ਚੁੱਕੇ ਆ, ਉਹਦਾ ਟਰੀਟਮੈਂਟ ਚੱਲ ਰਿਹਾ, ਨਹੀਂ ਪ੍ਰੋਬਲਮ ਆਏਗੀ, ਕੋਈ ਐਸੀ ਗੱਲ ਨਹੀਂ। ਬਿਲਕੁਲ। ਤੇ ਇੱਕ ਜਿਵੇਂ ਆਪਾਂ ਕਹਿੰਦੇ ਹਾਂ ਕਿ ਜੇ ਕਿਸੇ ਦੇ 10-12 ਸਾਲ ਬਾਅਦ ਬੱਚਾ ਹੋਇਆ, ਹੈ ਨਾ, ਡਿਲੀਵਰੀ ਹੋ ਗਈ ਹੈ, ਤੇ ਉਸ ਤੋਂ ਬਾਅਦ ਮੈਨੂੰ ਤਾਂ ਮਤਲਬ ਮੇਰੀ ਜਿੱਦਾਂ ਦੋਨੋਂ ਬੱਚਿਆਂ ਟਾਈਮ ਮੈਨੂੰ ਇਹ ਲੱਗਿਆ ਸੀ ਕਿ ਆਫਟਰ ਡਿਲੀਵਰੀ ਤੁਸੀਂ ਇੱਕ ਤਰ੍ਹਾਂ ਦਾ ਡਿਪਰੈਸ਼ਨ ਜਿਹਾ ਫੀਲ ਕਰਨ ਲੱਗ ਜਾਂਦੇ ਹੋ ਨਾ। ਜਾਂ ਤਾਂ ਤੁਸੀਂ ਰੈਸਟਲੈਸ ਹੁੰਦੇ ਹੋ ਕਿ ਇੱਕ ਬੱਚਾ ਵੀ ਤੁਸੀਂ ਰਾਤ ਨੂੰ ਦੇਖ ਰਹੇ ਹੋ, ਦਿਨੇ ਵੀ ਦੇਖ ਰਹੇ ਹੋ, ਤੁਸੀਂ ਕੰਮ ਵੀ ਸਾਰਾ ਸੰਭਾਲ ਰਹੇ ਹੋ। ਤਾਂ ਤੁਸੀਂ ਨੋਟ ਕਰਦੇ ਹੋ ਕਿ ਇੱਦਾਂ ਦੇ ਕੁਝ, ਜਿੱਦਾਂ ਡਿਲੀਵਰੀ ਤੋਂ ਬਾਅਦ ਕੁੜੀਆਂ ਨੂੰ ਕੋਈ ਡਿਪਰੈਸ਼ਨ ਫੀਲ ਹੁੰਦਾ, ਜਾਂ ਫਿਰ ਉਹਨਾਂ ਨੂੰ ਵੀ ਮਤਲਬ ਘਰ 'ਚੋਂ ਸਪੋਰਟ ਚਾਹੀਦੀ ਆ, ਖਾਸ ਕਰਕੇ ਇੱਕ ਮੇਲ ਸਪੋਰਟ ਚਾਹੀਦੀ ਆ ਨਾ। ਮੈਨੂੰ ਤੁਹਾਡੀ ਪਿਛਲੀ ਮੁਲਾਕਾਤ ਦੀ ਇੱਕ ਗੱਲ ਯਾਦ ਆਈ ਕਿ ਤੁਸੀਂ ਕਿਹਾ ਕਿ ਕੁੜੀ ਡਿਲੀਵਰੀ ਰੂਮ 'ਚੋਂ ਬਾਹਰ ਆਈ ਤਾਂ ਹਸਬੈਂਡ ਨੇ ਇੱਕ ਉਹਨੂੰ ਹੱਗ ਕੀਤਾ, ਹਾਂਜੀ, ਹਾਂਜੀ। ਤੇ ਉਹ ਸਾਰੀ ਉਮਰ ਉਸ ਚੀਜ਼ ਨੂੰ ਨਹੀਂ ਭੁੱਲ ਸਕੂਗੀ।
ਤੇ ਬਹੁਤ ਸਾਰੀਆਂ ਕੁੜੀਆਂ ਇਹੋ ਜਿਹੀਆਂ ਨੇ ਕਿ 15-15 ਸਾਲ ਹੋ ਗਏ ਨੇ ਬੱਚੇ ਹੋਇਆਂ ਨੂੰ, ਤੇ ਉਹਨਾਂ ਨੂੰ ਮੈਮਰੀਜ਼ ਇਹੀ ਚੇਤੇ ਨੇ ਕਿ ਦਿਨ ਰਾਤ ਮੈਂ ਹੀ ਆਪਣਾ ਬੱਚਾ ਸੰਭਾਲ ਰਹੀ ਸੀ, ਅੱਜ ਤੱਕ ਫਾਦਰ ਨੇ ਕਦੇ ਉਹਦਾ ਡਾਈਪਰ ਨਹੀਂ ਚੇਂਜ ਕੀਤਾ ਹੈ ਨਾ, ਜਾਂ ਉਹਨੂੰ ਕਦੀ ਗੋਦੀ ਨਹੀਂ ਚੁੱਕਿਆ। ਇਹ ਵੀ ਚੀਜ਼ਾਂ ਹੋਣਗੀਆਂ। ਤੇ ਤੁਹਾਨੂੰ ਲੱਗਦਾ ਹੈ ਕਿ ਡਿਲੀਵਰੀ ਤੋਂ ਬਾਅਦ ਇੱਕ ਬੱਚਾ ਸਿਰਫ ਇੱਕ ਮਾਂ ਦੀ ਰਿਸਪੌਂਸਿਬਿਲਟੀ ਹੈ? ਮੈਂ ਉਸ ਤੋਂ ਪਹਿਲਾਂ ਇੱਕ ਗੱਲ ਕਹਿ ਰਹੀ ਹਾਂ, ਡਿਲੀਵਰੀ ਤੋਂ ਬਾਅਦ ਦੀ ਤਾਂ ਬਾਅਦ ਦੀ ਗੱਲ ਹੈ। ਜਦੋਂ ਤੁਸੀਂ ਬੇਬੀ ਪਲਾਨ ਕਰਦੇ ਹੋ ਨਾ, ਤੁਸੀਂ ਡਾਕਟਰ ਦੇ ਕੋਲ ਜਾਂਦੇ ਹੋ, ਟੈਸਟ ਕਰਵਾਉਂਦੇ ਹੋ, ਸਾਰਾ ਕੁਝ ਕਰ ਲੈਂਦੇ ਹੋ, ਪਰ ਇੱਕ ਨਾ ਪਹਿਲਾਂ ਆਪਸ 'ਚ ਸਲਾਹ ਕਰੋ ਕਿ ਅਸੀਂ ਜਦੋਂ ਬੱਚਾ ਆਏਗਾ ਤਾਂ ਅਸੀਂ ਦੋਨਾਂ ਨੇ ਮਿਊਚੁਅਲੀ ਪਾਲਣਾ ਹੈ ਨਾ। ਉਸ ਚੀਜ਼ ਦਾ ਇਹ ਪਹਿਲਾਂ ਇਹ ਡਿਸੀਜਨ ਲਓ ਕਿ ਅਸੀਂ ਟੈਸਟ ਤੋਂ ਬਗੈਰ ਅਸੀਂ ਮੈਂਟਲੀ ਇਸ ਗੱਲ ਲਈ ਪ੍ਰਿਪੇਅਰ ਕਿ ਅਸੀਂ ਇੱਕ ਪਾਰਟਨਰ ਦੀ ਡਿਊਟੀ ਨਹੀਂ ਹੋਏਗੀ, ਇਹ ਸਾਡੀ ਦੋਨਾਂ ਦੀ ਮਿਊਚੁਅਲ ਡਿਊਟੀ ਹੋਏਗੀ ਔਰ ਉਸ ਨੂੰ ਲੁੱਕ ਆਫਟਰ ਕਰਨਾ। ਹੁਣ ਤੁਸੀਂ ਦੇਖੋ ਜੀ, ਨਾਰਮਲੀ ਤਾਂ ਅਸੀਂ ਚਲੋ ਇਹ ਕਹਿ ਦਿੰਦੇ ਹਾਂ ਕਿ ਲੇਡੀਜ਼ ਹੈ। ਹੁਣ ਜਦੋਂ ਅਸੀਂ ਇੰਨੀ ਅਵੇਅਰਨੈਸ ਆ ਗਈ, ਅਗਰ ਕਿਸੇ ਦਾ ਇੰਨਾ ਬਲੱਡ ਲਾਸ ਹੋਇਆ ਹੋਵੇ, ਹਾਂਜੀ, ਕਿਸੇ ਵੀ ਪਰਮਾਤਮਾ ਨਾ ਕਰੇ ਕਿ ਕਿਸੇ ਮੇਲ ਮੈਂਬਰ ਦਾ, ਉਹ ਤੀਸਰੇ ਦਿਨ ਉੱਠ ਸਕਦਾ? ਬਿਲਕੁਲ ਨਹੀਂ ਉੱਠ ਸਕਦਾ ਨਾ ਜੀ। ਤਾਂ ਫਿਰ ਤੁਸੀਂ ਇੱਕ ਸੋਚ ਕੇ ਦੇਖੋ, ਤੁਸੀਂ ਉਹਨੂੰ ਦੂਸਰੇ ਦਿਨ ਹੀ ਕਹਿ ਦਿੰਦੇ ਹੋ ਚਲੋ ਉੱਠੋ ਜੀ, ਦੁੱਧ ਪਿਲਾਓ ਜੀ। ਹਾਂ, ਉਹਦੀ ਡਿਊਟੀ ਬਣਦੀ ਆ, ਉਹਨੂੰ ਪਿਲਾਉਣਾ ਵੀ ਚਾਹੀਦਾ, ਲੇਕਿਨ ਇੱਕ ਸਪੋਰਟ ਤੁਹਾਡੀ ਵੀ ਤਾਂ ਹੋਣੀ ਚਾਹੀਦੀ ਨਾ ਕਿ ਹੁਣ ਜੇ ਇਹਨੇ ਮੋਸ਼ਨ ਕੀਤਾ ਤਾਂ ਬੱਚੇ ਦਾ ਡਾਈਪਰ ਵੀ ਤੁਸੀਂ ਚੇਂਜ ਕਰ ਸਕਦੇ ਹੋ। ਜੇ ਉਹ ਰਾਤ ਨੂੰ ਸਾਰੀ ਰਾਤ ਜਾਗੀ ਹੈ, ਤੁਹਾਨੂੰ ਕਹਾ ਬੇਟਾ ਹੁਣ ਤਾਂ 2 ਘੰਟੇ ਤੂੰ ਸੋ, ਹੁਣ ਸਾਡੀ ਫੈਮਿਲੀ ਦੀ ਡਿਊਟੀ ਹੈ, ਅਸੀਂ ਇਹਨੂੰ ਸੰਭਾਲਾਂਗੇ, ਜਾਂ ਹਸਬੈਂਡ, ਠੀਕ ਹੈ ਨਾ। ਉਹ ਕਿਉਂਕਿ ਜੇ ਜ਼ਿਆਦਾਤਰ ਵਰਕਿੰਗ ਹੈ ਕੁੜੀਆਂ, ਜੇ ਤੁਸੀਂ ਹੁਣ ਕਹਿ ਰਹੇ ਹੋ ਕਿ ਜੇ ਉਹ 40 ਡੇਜ਼ ਬਾਅਦ ਉਹ ਇਹ ਸਭ ਕਰਕੇ ਇੰਨੀ ਕੁ ਮੈਂਟਲੀ ਪ੍ਰਿਪੇਅਰ ਹੋ ਜਾਏਗੀ ਕਿ ਉਹਨੇ ਆਪਣਾ ਆਫਿਸ ਵੀ ਦੇਖਣਾ, ਫਿਰ ਵਾਪਸ ਆਏਗੀ, ਬੇਬੀ ਵੀ ਲੁੱਕ ਆਫਟਰ ਕਰਨਾ ਹੈ, ਲੈਕਟੋਜਨ ਵੀ ਦੇਣਾ ਹੈ, ਸਭ ਕੁਝ ਉਹਨੇ ਕਰਨਾ ਹੈ, ਤਾਂ ਤੁਸੀਂ ਇੱਕ ਲਾਈਫ ਸਪੈਨ ਵੀ ਘਟਾ ਰਹੇ ਹੋ, ਇਮੋਸ਼ਨਲ ਸਟ੍ਰੈਸ ਵੀ ਦੇ ਰਹੇ ਹੋ। ਔਰ ਉਹ ਇੱਕ ਦੇਖੋ, ਬਹੁਤ ਚਾਹ ਕੇ ਵੀ ਇੱਕ ਅੱਛੀ ਵਾਈਫ ਜਾਂ ਅੱਛੀ ਮਦਰ ਨਹੀਂ ਬਣ ਪਾਏਗੀ, ਕਿਉਂਕਿ 24 ਘੰਟੇ ਹੈ। 24 ਘੰਟੇ 'ਚ ਤੁਸੀਂ ਇੱਕ ਆਦਮੀ ਤੋਂ ਇੱਕ ਬੰਦੇ ਮਤਲਬ ਕੰਮ ਕਰਵਾ ਸਕਦੇ ਹੋ, 2 ਕਰਵਾ ਸਕਦੇ ਹੋ, 3 ਕਰਵਾ ਸਕਦੇ ਹੋ, ਔਰ 100% ਚਾਹੁੰਦੇ ਹੋ ਉਹਦੇ ਤੋਂ ਸਾਰਾ ਕੁਝ, ਹੈ ਨਾ। ਤਾਂ ਫਿਰ ਇੱਕ ਤੁਹਾਨੂੰ ਸਪੋਰਟ ਉਹਨੂੰ ਦੇਣੀ ਬਹੁਤ ਜ਼ਰੂਰੀ ਹੈ, ਮੇਰੇ ਹਿਸਾਬ ਨਾਲ ਤਾਂ ਬਹੁਤ ਜ਼ਰੂਰੀ ਹੈ। ਔਰ ਅੱਜ ਕੱਲ੍ਹ ਜਿੰਨੇ ਬੱਚੇ ਪੜ੍ਹੇ ਲਿਖੇ ਹੈ, ਜੇ ਉਹਨਾਂ ਨੇ ਦਿਖਾਣਾ ਕਿ ਉਹ ਪੜ੍ਹੇ ਲਿਖੇ ਹੈ, ਰੀਅਲੀ ਵੈਲ ਐਜੂਕੇਟਡ ਹੈ, ਤਾਂ ਫਿਰ ਉਹਨਾਂ ਨੂੰ ਇਸ ਚੀਜ਼ 'ਚ ਸ਼ੇਮ ਨਹੀਂ ਹੋਣੀ ਚਾਹੀਦੀ ਕਿ ਮੈਂ ਆਪਣਾ ਬੱਚਾ ਨਾਲ ਲੁੱਕ ਆਫਟਰ ਕਰਾਂ। ਮੈਮ ਜਿੱਦਾਂ ਜਦੋਂ ਆਪਾਂ ਮਤਲਬ ਪ੍ਰੈਗਨੈਂਸੀ 'ਚ ਤਾਂ ਆਪਾਂ 9 ਮੰਥ ਤੱਕ ਤਕਰੀਬਨ ਛੋਟੇ-ਮੋਟੇ ਸਪਲੀਮੈਂਟ ਜਿਹੜੇ ਆਪਾਂ ਲੈਂਦੇ ਆ, ਆਇਰਨ ਹੋ ਗਿਆ, ਕੈਲਸ਼ੀਅਮ ਹੋ ਗਿਆ, ਹੈ ਨਾ। ਬਾਅਦ ਚੋਂ ਵੀ ਡਿਲੀਵਰੀ ਤੋਂ ਬਾਅਦ ਤੁਹਾਨੂੰ ਸਪਲੀਮੈਂਟਸ ਲੈਣੇ ਚਾਹੀਦੇ? ਬਿਲਕੁਲ ਇਹ ਵੀ ਬਹੁਤ ਵੱਡਾ ਮਿਥ ਹੈ ਕਿ ਡਿਲੀਵਰੀ ਤੋਂ ਬਾਅਦ ਕੁਝ ਨਹੀਂ ਲੈਣਾ ਚਾਹੀਦਾ। ਦੇਖੋ, ਮੇਨ ਚੀਜ਼ ਕੀ ਹੈ ਕਿ ਜੇ ਤੁਸੀਂ ਬੱਚੇ ਨੂੰ ਪਹਿਲਾਂ ਤਾਂ ਮੈਂ ਤੁਹਾਨੂੰ ਦੱਸਿਆ ਬਲੱਡ ਲਾਸ ਹੋਇਆ, ਆਇਰਨ ਦੇ ਲਈ ਤੁਹਾਨੂੰ ਜ਼ਰੂਰ ਆਇਰਨ ਲੈਣਾ ਚਾਹੀਦਾ, ਅੱਛੀ ਖੁਰਾਕ ਲੈਣੀ ਚਾਹੀਦੀ ਹੈ। ਔਰ 2-3 ਮਿਥ ਹੋਰ ਹੈ ਪੋਸਟ ਡਿਲੀਵਰੀ ਵਾਲੇ, ਉਹ ਵੀ ਮੈਂ ਨਾਲ ਹੀ ਦੱਸੂਗੀ ਤੁਹਾਨੂੰ। ਇੱਕ ਤਾਂ ਪਾਣੀ ਨਹੀਂ ਪੀਣ ਦਿੰਦੇ ਜੀ, ਕਿ ਪਾਣੀ ਨਹੀਂ ਪੀਣ ਦਿੰਦੇ ਪੇਟ ਵੱਡਾ ਹੋ ਜਾਏਗਾ, ਨਹੀਂ। ਤੁਸੀਂ ਇਹ ਦੇਖੋ ਕਿ ਅੱਜ ਕੱਲ 10 ਚੋਂ 5 ਤਾਂ ਸਿਜ਼ੇਰੀਅਨ ਹੀ ਹੁੰਦੇ ਆ, ਉਹਨਾਂ ਦੇ ਕੈਥੇਟਰਾਈਜੇਸ਼ਨ ਹੁੰਦੀ ਹੈ, ਕੈਥੇਟਰ ਵੀ ਪਾਇਆ ਹੁੰਦਾ, ਜਦੋਂ ਉਹ ਰਿਮੂਵ ਕਰਦੇ ਆ ਉਹਨੂੰ UTI ਹੋ ਜਾਏਗਾ। ਤੁਸੀਂ ਇਹ ਚੀਜ਼ ਦੇਖੋ। ਔਰ ਇੱਕ ਹੋਰ ਹੈ ਕਿ ਸਾਰਾ ਦਿਨ ਅਜਵਾਇਨ ਵਾਲਾ ਪਾਣੀ ਨਹੀਂ ਪੇਸ਼ੈਂਟ ਪੀ ਸਕਦਾ, ਉਹਨੂੰ ਐਟਲੀਸਟ 8-10 ਗਲਾਸ ਪਾਣੀ, ਜੇ ਉਹਦੇ ਵਿੱਚ ਤੁਸੀਂ ਦੁੱਧ ਵੀ ਇਨਕਲੂਡ ਕਰ ਸਕਦੇ ਹੋ, ਕਿ ਇੰਨਾ ਲਿਕੁਇਡ ਡਾਈਟ ਦੇਣੀ ਉਹਨੂੰ ਬਹੁਤ ਜ਼ਰੂਰੀ ਹੈ। ਪੇਟ ਉਹਦੇ ਕਰਕੇ ਨਹੀਂ ਜਾਂਦਾ, ਪੇਟ ਤੁਹਾਡੇ ਖਾਣ ਪੀਣ ਦੀਆਂ ਗਲਤ ਹੈਬਿਟਸ ਕਰਕੇ ਜਾਂਦਾ। 40 ਡੇਜ਼ ਦੇ ਬਾਅਦ ਤੁਸੀਂ ਆਪਣੀ ਐਕਸਰਸਾਈਜ਼ ਪਲਾਨ ਕਰੋ, ਉਹ ਕਵਰ ਕਰ ਦੇਗਾ, ਠੀਕ ਹੈ। ਇਹ ਚੀਜ਼ਾਂ ਨਹੀਂ ਹੈ ਕਿ ਉਹਨੂੰ ਕਿ ਤੁਸੀਂ ਪਾਣੀ ਨਹੀਂ ਦੇਣਾ ਜਾਂ ਉਹਨਾਂ ਦਾ ਖਾਣ ਪੀਣ ਉਸ ਤਰੀਕੇ ਦਾ ਨਹੀਂ ਰੱਖਣਾ। ਜੇ ਉਹਨਾਂ ਦਾ ਹੈਲਦੀ ਫੂਡ ਰੱਖੋਗੇ ਔਰ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਵਾਟਰ ਇਨਟੇਕ ਅੱਛੀ ਰੱਖੋਗੇ, ਫਿਰ ਕੋਈ ਪ੍ਰੋਬਲਮ ਨਹੀਂ ਆਉਂਦੀ। ਹਾਂਜੀ। ਤੇ ਇੱਕ ਬ੍ਰਸ਼ ਕਰਨ ਤੋਂ ਮਨਾ ਕਰ ਦਿੰਦੇ? ਨਹੀਂ ਬ੍ਰਸ਼ ਨਹੀਂ, ਉਹ ਇਹ ਕਹਿੰਦੇ ਆ ਕਿ ਉਹ ਨਾ ਦੇਖੋ, ਜਿੱਦਾਂ ਇਹ ਕਹਿੰਦੇ ਨਾ ਕਿ 48 ਘੰਟੇ ਤੱਕ ਪੇਸ਼ੈਂਟ ਨੂੰ ਇਹ ਲੱਗਦਾ ਹੁੰਦਾ ਕਿ ਮੈਂ ਲਾਸ ਬਹੁਤ ਹੋਇਆ, ਉਹ ਕਹਿੰਦੇ ਕਿ ਹਰ ਚੀਜ਼ ਹੀ ਤੁਹਾਡੀ ਸੌਫਟ ਹੋਈ ਹੈ, ਪੇਸ਼ੈਂਟ ਆਪ ਹੀ ਸੌਫਟ ਹੋਇਆ ਹੁੰਦਾ। ਤੁਸੀਂ ਪੂਰਾ ਉਹਦਾ ਕੇਅਰ ਕਰੋ। ਪੇਸ਼ੈਂਟ ਨੂੰ ਨਹਾਉਣ ਨਹੀਂ ਦਿੰਦੇ ਜੀ, 7ਵੇਂ ਦਿਨ ਨਹਾਉਣਾ ਹੈ, 10ਵੇਂ ਦਿਨ ਨਹਾਉਣਾ, ਨਹੀਂ, ਇਹ ਵਾਲੇ ਮਿਥ ਨਾ ਕਰੋ, ਕਿਉਂਕਿ ਇਹਦੇ ਨਾਲ ਫੰਗਲ ਇਨਫੈਕਸ਼ਨ। ਤੁਸੀਂ ਇੱਕ ਹੋਰ ਗੱਲ ਸਮਝੋ ਮੇਰੀ, ਕਿ ਇੱਕ ਪੇਸ਼ੈਂਟ ਹੈ, ਉਹ ਹਸਪੀਟਲ 'ਚ ਜਾ ਕੇ ਆਇਆ, ਤੁਹਾਡਾ ਹਸਪੀਟਲ ਬਹੁਤ ਸਾਫ਼ ਸੁਥਰਾ ਹੋਏਗਾ, ਲੇਕਿਨ ਤੁਸੀਂ ਉਸ ਹਸਪੀਟਲ ਬੈੱਡ ਤੋਂ ਨਰਸਿੰਗ ਸਟਾਫ ਨਾਲ ਸਭ ਦੇ ਨਾਲ ਜੇ ਤੁਸੀਂ ਕੋਆਰਡੀਨੇਟ ਕਰਕੇ ਆਏ ਹੋ, ਤੁਸੀਂ OT 'ਚ ਵੀ ਗਏ ਹੋ, ਤਾਂ ਐਟਲੀਸਟ ਤੁਸੀਂ ਜਦੋਂ ਆਪਣੇ ਘਰ ਆਉਂਦੇ ਹੋ, ਤੁਹਾਨੂੰ ਇੱਕ ਹਾਈਜੀਨ ਲਈ ਨਹਾਉਣਾ ਚਾਹੀਦਾ ਹੈ। ਗਰਮ ਪਾਣੀ ਲੈ ਲਓ, ਜੇ ਮੌਸਮ ਦੇ ਹਿਸਾਬ ਦੇ ਨਾਲ ਉਹਨੂੰ ਬਾਥ ਡੇਲੀ ਜ਼ਰੂਰ ਦਿਓ ਪੇਸ਼ੈਂਟ ਨੂੰ। ਇਹ ਨਹੀਂ ਕਿ ਉਹ ਇੰਨੇ ਦਿਨ ਨਹਾਏਗਾ ਹੀ ਨਹੀਂ ਜਾਂ ਆਪਣਾ ਹਾਈਜੀਨ ਦਾ ਧਿਆਨ ਨਹੀਂ ਰੱਖੇਗਾ, ਉਹਦਾ ਸਭ ਤੋਂ ਬੁਰਾ ਅਸਰ ਬੱਚੇ ਤੇ ਹੁੰਦਾ। ਬੱਚਾ, ਤੁਸੀਂ ਕਹਿੰਦੇ ਨਾ ਬੱਚਾ ਜਿਹੜਾ ਫੀਡ ਨਹੀਂ ਪ੍ਰੋਪਰ ਲੈ ਲਿਆ, ਉਹ ਮੇਬੀ ਉਹਨੂੰ ਸਮੈਲ ਆ ਰਹੀ ਹੋਏ, ਹੈ ਨਾ, ਉਹ ਚੀਜ਼ ਕਰਕੇ ਤੁਸੀਂ ਇਹ ਬਹੁਤ ਡਿਫਰੈਂਟ ਜਿਹੇ ਮਿਥ ਹੈ ਕਿ ਤੁਸੀਂ ਬਰਸ਼ ਨਹੀਂ ਕਰਨਾ, ਤੁਸੀਂ ਨਹਾਉਣਾ ਨਹੀਂ ਇੰਨੇ ਦਿਨ, ਮਤਲਬ ਕਿ ਉਹ ਚੇਂਜਸ ਨਹੀਂ ਕਰਨੇ, ਇਹ ਨਹੀਂ। ਪਲੀਜ਼ ਪੇਸ਼ੈਂਟ ਨੂੰ ਰੈਗੂਲਰ ਬਾਥ ਲੈਣਾ ਚਾਹੀਦਾ।
ਔਰ ਡਾਈਟ ਪਲਾਨ ਜਿਹੜਾ ਹੈ ਕਿ ਤੁਸੀਂ ਹਲਕਾ ਖਾਣਾ ਦਿਓ। ਮੈਂ ਇਹ ਨਹੀਂ ਕਹਿੰਦੀ, ਪਰ ਇਹ ਹੈ ਕਿ ਨਿਊਟ੍ਰੀਸ਼ੀਅਸ ਜਿੱਦਾਂ ਅਸੀਂ ਹਰੀਆਂ ਸਬਜ਼ੀਆਂ ਜ਼ਰੂਰ ਦੇਣੀਆਂ ਚਾਹੀਦੀਆਂ ਜੀ, ਠੀਕ ਹੈ। ਸਿਰਫ ਖਿਚੜੀ ਦਲੀਆ ਤੇ ਉਹ ਆਪਣੇ ਬੱਚੇ ਨੂੰ ਨਹੀਂ ਫੀਡ ਕਰਵਾ ਸਕਦੀ, ਠੀਕ ਹੈ, ਔਰ ਸਿਰਫ ਪੰਜੀਰੀ ਤੇ ਵੀ ਨਹੀਂ, ਹਾਂਜੀ, ਹੈ ਨਾ। ਉਹਨੂੰ ਆਇਰਨ, ਔਰ ਦੂਸਰਾ ਜਿਹੜੀ ਵੀ ਮਦਰ ਬੱਚੇ ਨੂੰ ਦੁੱਧ ਪਿਲਾ ਰਹੀ ਹੈ, ਉਹ ਕੈਲਸ਼ੀਅਮ ਕਿੱਥੋਂ ਜਾ ਰਿਹਾ ਜੀ, ਹੈ ਨਾ। ਤੁਸੀਂ ਜੇ ਉਹਨੂੰ ਕਹਿ ਰਹੇ ਹੋ ਕਿ ਜੋ 4 ਗਲਾਸ ਦੁੱਧ ਪੀ ਰਹੀ ਹੈ ਇੰਨਾ ਤਾਂ ਨਹੀਂ ਪੀਂਦੇ ਨਾ ਜੀ, ਤੁਸੀਂ ਕੈਲਸ਼ੀਅਮ ਸਪਲੀਮੈਂਟ ਨਹੀਂ ਦਿਓਗੇ। ਉਹਦਾ ਨੁਕਸਾਨ ਦੱਸਦੀ ਹਾਂ ਮੈਂ ਤੁਹਾਨੂੰ ਕਿ ਜਿਹੜਾ ਪੇਸ਼ੈਂਟ 6 ਮਹੀਨੇ ਆਪਣੇ ਬੱਚੇ ਨੂੰ ਬ੍ਰੈਸਟ ਫੀਡਿੰਗ ਕਰਵਾਉਂਦਾ, ਤੁਸੀਂ 6 ਮਹੀਨੇ ਬਾਅਦ ਉਹਦੇ ਨਾਲ ਗੱਲ ਕਰਕੇ ਦੱਸੋ, ਉਹ ਕਹੇਗਾ ਕਿ ਮੇਰੀ ਪਿੱਠ ਬਹੁਤ ਦਰਦ ਕਰਦੀ, ਕਿਉਂਕਿ ਬੱਚੇ ਨੇ ਤਾਂ ਆਪਣੀ ਡਾਈਟ ਲੈ ਲੈਣੀ। ਜੇ ਤੁਸੀਂ ਦੁੱਧ ਨਹੀਂ ਪੀ ਰਹੇ ਜਾਂ ਕੈਲਸ਼ੀਅਮ ਸਪਲੀਮੈਂਟ ਨਹੀਂ ਲੈ ਰਹੇ, ਉਹ ਤੁਹਾਡੀ ਬੋਨਸ ਚੋਂ ਲਏਗਾ, ਬੋਨਸ ਚੋਂ ਇਰੋਡ ਹੋਏਗਾ, ਔਰ ਤੁਹਾਨੂੰ ਆਪ ਹੀ ਪਤਾ ਲੱਗਣਾ ਸ਼ੁਰੂ ਹੋ ਜਾਂਦਾ ਕਿ ਮੇਰੀ ਬੈਕ ਏਕ ਹੋ ਰਹੀ ਹੈ, ਜਾਂ ਮੇਰੇ ਤੋਂ ਖੜਾ ਨਹੀਂ ਹੋਇਆ ਜਾ ਰਿਹਾ, ਜਾਂ ਮੇਰੀਆਂ ਲੱਤਾਂ 'ਚ ਦਰਦ ਹੈ। ਜੇ ਤੁਸੀਂ ਵਰਕਿੰਗ ਹੋ ਤਾਂ ਵੀ, ਜੇ ਨਹੀਂ ਵੀ ਵਰਕਿੰਗ ਹੈ, ਤੁਸੀਂ ਘਰ ਦਾ ਵੀ ਸੰਭਾਲਣਾ ਹੀ ਹੈ, ਤਾਂ ਉਹਨਾਂ ਨੂੰ 6 ਮਹੀਨੇ ਐਟਲੀਸਟ ਆਇਰਨ ਤੇ ਕੈਲਸ਼ੀਅਮ ਸਪਲੀਮੈਂਟ ਜ਼ਰੂਰ ਲੈਣੇ ਚਾਹੀਦੇ। ਹਾਂਜੀ, ਜਿਵੇਂ ਬਹੁਤ ਸਾਰੀਆਂ ਕੁੜੀਆਂ ਫਿਰ ਸ਼ਾਇਦ ਇਸੇ ਅਵੇਅਰਨੈਸ ਹੁੰਦੀ ਨਹੀਂ ਤੇ ਉਹ ਬਾਅਦ ਚੋਂ ਸ਼ਿਕਾਇਤ ਕਰਦੀਆਂ ਕਿ ਬੱਚੇ ਹੋਣ ਤੋਂ ਬਾਅਦ ਮੇਰੇ ਛਾਈਆਂ ਪੈ ਗਈਆਂ, ਮੇਰੇ ਰਿੰਕਲਸ ਬਹੁਤ ਸਪੀਡ ਨਾਲ ਆਈਆਂ, ਜਾਂ ਮੇਰੀ ਉਹ ਡੈਫੀਸ਼ੀਐਂਸੀ ਕੈਲਸ਼ੀਅਮ ਆਇਰਨ ਦੀ ਹੁੰਦੀ ਹੈ, ਹੈਨਾ। ਉਸ ਚੀਜ਼ ਲਈ ਤੁਸੀਂ, ਔਰ ਡਾਈਟ ਵੀ ਸਿਰਫ ਪੰਜੀਰੀ ਹੁੰਦੀ ਹੈ ਜੀ, ਹੈ ਨਾ। ਬੜਾ ਹੈ ਕਿ ਇਸ ਤੋਂ ਇਲਾਵਾ ਗ੍ਰੀਨ ਲੀਫੀ ਵੈਜੀਟੇਬਲਸ, ਤੁਸੀਂ ਫਰੂਟ ਜ਼ਰੂਰ ਦਿਆ ਕਰੋ ਹਰ ਪੇਸ਼ੈਂਟ ਨੂੰ। ਔਰ ਉਹਦੇ 'ਚ ਵੀ ਆਪਣੇ ਮਿੱਥ ਨਾ ਰੱਖੋ ਕਿ ਪਪੀਤਾ ਖਾਣ ਨਾਲ ਪੀਲੀਆ ਹੋ ਜਾਏਗਾ, ਨਹੀਂ, ਐਸਾ ਕੁਝ ਨਹੀਂ ਹੈ। ਪੀਲੀਆਂ ਚੀਜ਼ਾਂ ਨਹੀਂ ਦੇਣੀਆਂ, ਇਹਦੇ ਨਾਲ ਬੱਚੇ ਨੂੰ ਪੀਲੀਆ ਹੋ ਜਾਏਗਾ, ਐਸਾ ਕੁਝ ਨਹੀਂ ਹੈ ਜੀ। ਹੈਲਦੀ ਫੂਡ ਦਿਓ, ਔਰ ਫਰੂਟਸ ਜਿਹੜੇ ਵੀ ਹੈ, ਜਿਹੜਾ ਪੇਸ਼ੈਂਟ ਨੂੰ ਸੂਟ ਕਰਦਾ, ਜਿਹੜਾ ਉਹ ਈਜ਼ੀਲੀ ਚਿਊ ਕਰ ਸਕਦਾ, ਉਹਨੂੰ ਡਾਈਜੈਸਟ ਹੁੰਦਾ। ਸੀਜ਼ਨਲ ਫਰੂਟ ਦਿਓ, ਆਊਟ ਆਫ ਸੀਜ਼ਨ। ਮੈਂ ਕਦੇ ਕਿਸੇ ਨੂੰ, ਕਿਸੇ ਵੀ, ਨਾ ਪ੍ਰੈਗਨੈਂਸੀ 'ਚ, ਨਾ ਡਿਲੀਵਰੀ 'ਚ, ਨਾ ਵੈਸੇ ਵੀ ਲਾਈਫ 'ਚ ਇਹੀ ਕਹਿੰਦੀ ਹਾਂ, ਸੀਜ਼ਨਲ ਇੰਡੀਅਨ ਫਰੂਟਸ ਦਿਓ, ਉਹੀ ਤੁਹਾਡੀ ਬਾਡੀ ਲਈ ਬਹੁਤ ਅੱਛਾ ਹੈ। ਸੇਬ, ਅਮਰੂਦ, ਕਿਸੇ ਚੀਜ਼ ਨਾਲ ਨਾ ਤਾਂ ਬੱਚੇ ਦਾ ਪੇਟ ਦਰਦ ਦੀ ਕੋਈ ਪ੍ਰੋਬਲਮ ਹੁੰਦੀ ਹੈ, ਨਾ ਇਹ। ਹਾਂ ਕਿ ਹੈਵੀ ਚੀਜ਼ਾਂ ਜਿੱਦਾਂ ਮਾਂਹ, ਰਾਜਮਾ, ਛੋਲੇ, ਇਹ ਥੋੜਾ ਜਿਹਾ ਘੱਟ ਲੈਣਾ ਚਾਹੀਦਾ। ਅਦਰਵਾਈਜ਼ ਜਿਹੜੀ ਹਲਕਾ ਖਾਣਾ ਹੈ, ਘਰ ਦਾ ਖਾਣਾ ਬਹੁਤ ਵਧੀਆ ਜੀ। ਹਾਂਜੀ, ਆਹ 2 ਸਵਾਲ ਮੇਰੇ ਦਿਮਾਗ 'ਚ ਨਾ ਤੁਹਾਡੀ ਗੱਲ ਸੁਣਨ ਤੋਂ ਬਾਅਦ ਆਏ ਨੇ। ਮਤਲਬ ਆਪਣੀ ਮੁਲਾਕਾਤ, ਚਲੋ ਇੱਕ ਪਾਰਟ ਜੇ ਹੋਰ ਆਪਾਂ ਲਕੋਰੀਆ ਤੇ ਕਰਨਾ, ਹੈ ਨਾ। ਤੇ ਜਿਵੇਂ ਬਹੁਤ ਸਾਰੇ ਲੋਕ ਕਹਿ ਦਿੰਦੇ ਕਿ ਜਦੋਂ ਕੁੜੀ ਨੂੰ ਲੇਬਰ ਪੇਨ ਹੋ ਰਹੀ ਹੈ ਨਾ, ਤਾਂ ਉਹਨੂੰ ਕੁਝ ਖਾਣ ਲਈ ਨਾ ਦਿਓ, ਮਤਲਬ ਉਹ ਚੀਜ਼ ਬਾਅਦ 'ਚੋਂ ਜਾ ਕੇ ਪੇਟ 'ਚ, ਜਦ ਕਿ ਆਪਾਂ ਨੂੰ ਪਤਾ ਹੈ ਕਿ ਪੇਟ ਸਾਫ਼ ਹੋ ਜਾਂਦਾ ਨਾ ਉਸ ਟਾਈਮ। ਤੇ ਉਹ ਕਹਿਣਗੇ ਕਿ ਬਹੁਤ ਸਾਰੇ ਕਾਰਨਾਂ 'ਚ ਸਜੇਰੀਅਨ ਦਾ ਕਾਰਨ ਇਹ ਚੀਜ਼ ਹੁੰਦੀ ਆ, ਹਨਾ। ਇਦਾਂ ਹੁੰਦਾ ਹੈ ਕੁਝ, ਤੁਸੀਂ ਲੇਬਰ ਪੇਨ 'ਚ ਉਹਨੂੰ ਖਾਣ ਲਈ ਨਹੀਂ। ਜੇ ਪੇਸ਼ੈਂਟ ਨੂੰ ਨੌਜ਼ੀਆ, ਵੋਮਿਟਿੰਗ ਆ ਰਿਹਾ ਹੈ, ਕਿਉਂਕਿ ਉਸ ਟਾਈਮ ਲੀਵਰ ਪੇਨ ਬਹੁਤ ਜ਼ਿਆਦਾ ਹੁੰਦੀ ਹੈ, ਸਿਰਫ ਤਦ ਅਵੋਇਡ ਕਰਦੇ ਹਾਂ। ਅਦਰਵਾਈਜ਼ ਉਹਨੂੰ ਥੋੜਾ ਸਿਪ ਅਸੀਂ ਤਾਂ ਕਹਿੰਦੇ ਹਾਂ ਕਿ ਖਾਂਦੇ ਰਹੋ, ਆਪਣਾ ਐਕਟਿਵ ਰਹੋ। ਇੱਕਦਮ ਜਾ ਕੇ ਜਦੋਂ ਤੁਸੀਂ ਹਸਪੀਟਲ 'ਚ ਐਡਮਿਟ ਹੋ ਜਾਂਦਾ, ਅੱਜ ਕੱਲ੍ਹ ਤਾਂ ਸਭ ਨੂੰ ਜਲਦੀ ਬਹੁਤ ਹੁੰਦੀ ਹੈ ਨਾ, ਕਿ ਤੁਸੀਂ ਆਪਣੇ ਘਰ 'ਚ ਹੀ ਚੱਲਦੇ ਫਿਰਦੇ ਰਹੋ, ਥੋੜਾ ਕੁਝ ਖਾਂਦੇ ਰਹੋ। ਜਦੋਂ ਤੁਹਾਨੂੰ ਲੱਗਦਾ ਕਿ ਹੁਣ ਸਾਨੂੰ ਡਾਕਟਰ ਦੇ ਕੋਲ ਮੂਵ ਕਰਨਾ ਚਾਹੀਦਾ, ਉਸ ਟਾਈਮ ਵੀ ਆਪਣਾ ਇੰਨਾ ਕੁ ਸਮਾਨ ਜ਼ਰੂਰ ਲੈ ਕੇ ਜਾਓ ਕਿ ਪੇਸ਼ੈਂਟ 'ਚ ਐਨਰਜੀ ਰਵੇ, ਕਿ ਉਹ ਲੀਵਰ ਪੇਨਸ ਲੈ ਵੀ ਸਕੇ। ਐਗਜ਼ੌਸਟ ਤਾਂ ਦੇਖੋ ਪੇਸ਼ੈਂਟ ਨੇ ਹੋਣਾ, ਲਾਸਟ ਜਿਹੜਾ 1 ਆਵਰ ਹੁੰਦਾ, ਉਹਦੇ 'ਚ ਤਾਂ ਪੇਸ਼ੈਂਟ ਆਪ ਹੀ 2 ਘੰਟੇ ਹੁੰਦੇ, ਉਹਦੇ 'ਚ ਨਹੀਂ, ਪੇਨ ਹੀ ਅਨਬੀਅਰੇਬਲ ਹੁੰਦੀ ਹੈ। ਉਸ ਤੋਂ ਪਹਿਲੇ ਉਹਨੂੰ ਥੋੜਾ ਕੁਛ ਨਾ ਕੁਛ ਉਹਦੇ ਮੂੰਹ 'ਚ ਪਾਣਾ ਚਾਹੀਦਾ ਜੀ। ਹਾਂਜੀ, ਤੇ ਇੱਕ ਚੀਜ਼ ਮੈਂ ਮਤਲਬ ਇਹ ਵੀ ਇਸੇ ਚੀਜ਼ ਨਾਲ ਜੁੜਿਆ ਸਵਾਲ ਹੈ ਕਿ ਕਈ ਲੋਕ ਬੱਚੇ ਨੂੰ ਵੀ ਹਫਤਾ ਨਹੀਂ ਨਵਾਉਂਦੇ, ਹੈ ਨਾ। ਕਿ ਜਦੋਂ ਬੱਚਾ, ਚਾਹੇ ਗਰਮੀ 'ਚ ਹੀ ਬੱਚਾ ਪੈਦਾ ਹੋਇਆ, ਤਾਂ ਉਹ ਕਹਿਣਗੇ ਕਿ ਨਹੀਂ, ਹਲੇ ਬਹੁਤ ਛੋਟਾ, ਇਹਨੂੰ ਨਵਾਉਣਾ ਨਹੀਂ। ਤੁਹਾਨੂੰ ਉਦਾਹਰਨਾਂ ਦੇਣ ਲੱਗ ਜਾਂਦੇ ਆ ਲੋਕ ਕਿ ਅਸੀਂ ਤਾਂ ਆਪਣਾ ਨਿਆਣਾ 14 ਦਿਨ ਨਹੀਂ ਸੀ ਨਵਾਇਆ, ਅਸੀਂ ਤਾਂ 15 ਦਿਨ ਨਹੀਂ ਸੀ ਨਵਾਇਆ, ਨਾ। ਜਦ ਕਿ ਹੁਣ ਆਪਾਂ ਸੈਕਿੰਡ ਡੇ ਹੀ ਬੱਚੇ ਨੂੰ ਦੁਬਾਰਾ ਹਸਪੀਟਲ ਲੈ ਕੇ ਜਾਂਦੇ ਹਾਂ, ਕੋਈ ਵੈਕਸੀਨੇਸ਼ਨ ਹੋਣਾ ਹੁੰਦਾ, ਜਾਂ ਹੋਰ ਬਹੁਤ ਸਾਰੀਆਂ ਮਤਲਬ ਚੀਜ਼ਾਂ ਹੁੰਦੀਆਂ ਨੇ ਨਾ। ਤੇ ਕੀ ਬੱਚੇ ਨੂੰ ਵੀ ਇੰਨਾ ਟਾਈਮ ਨਹੀਂ ਨਵਾਉਣਾ ਚਾਹੀਦਾ? ਇਹਦੇ 'ਚ ਨਾ ਮੈਂ ਦੋਨਾਂ ਵੱਲੋਂ ਬੋਲੂੰਗੀ, ਬਜ਼ੁਰਗਾਂ ਵੱਲੋਂ ਵੀ ਔਰ ਜਿਹੜੀ ਨਵੀਂ ਸੋਚ ਹੈ ਉਹਦੇ ਵੱਲੋਂ ਵੀ। ਬਜ਼ੁਰਗ ਕਹਿੰਦੇ ਨਹੀਂ ਨਵਾਉਣਾ ਚਾਹੀਦਾ, ਉਹ ਵੀ ਥੋੜਾ ਜਿਹਾ ਗਲਤ ਹੈ। ਬੱਚੇ ਨੂੰ ਹਾਈਜੀਨ ਮੇਨਟੇਨ ਕਰੋ, ਕਿਉਂਕਿ ਉਹਨੇ ਸੁਸੂ, ਪੋਟੀ ਸਭ ਕੁਝ ਕਰਨਾ ਹੁੰਦਾ, ਹੈ ਨਾ। ਉਹਨੂੰ ਕੋਸੇ ਪਾਣੀ ਨਾਲ ਨਵਾ ਕੇ, ਸਾਫ਼ ਸੁਥਰਾ, ਅੱਛੀ ਤਰ੍ਹਾਂ ਸੇ ਲਪੇਟ ਕੇ ਫਿਰ ਮਦਰ ਦੇ ਕੋਲ ਪਾਉਂਗੇ, ਉਹਨੂੰ ਨੀਂਦ ਵੀ ਅੱਛੀ ਆਏਗੀ, ਠੀਕ ਹੈ। ਦੂਸਰੀ ਜਿਹੜੀ ਮੇਨ ਚੀਜ਼ ਹੈ, ਜਿਹੜੀ ਹੁਣ ਜਨਰੇਸ਼ਨ ਹੈ, ਉਹਨੂੰ ਨਵੇਂ ਸ਼ੌਂਕ ਹੈ ਨਾ, ਕਿ ਉਹਨੂੰ ਹਰ ਤਰ੍ਹਾਂ ਦਾ ਪਾਊਡਰ, ਕਰੀਮ, ਜੰਮਦੇ ਬੱਚੇ ਨੂੰ ਅਸੀਂ ਐਕਸਪੈਰੀਮੈਂਟ ਸ਼ੁਰੂ ਕਰ ਦਿੰਦੇ ਹੋ। ਕਾਈਂਡਲੀ ਡੋਂਟ ਡੂ ਦੈਟ, ਹੈ ਨਾ। ਬੱਚੇ ਨੂੰ ਕਿਸੇ ਪਾਊਡਰ ਦੀ, ਕਿਸੇ ਸੈਂਟਡ, ਸਪੈਸ਼ਲੀ ਸੈਂਟਡ ਵਰਡ ਯੂਜ਼ ਕਰ ਰਹੀ ਹਾਂ, ਜਿਸ ਤੋਂ ਖੁਸ਼ਬੂ ਆਉਂਦੀ ਹੈ, ਐਸੀ ਚੀਜ਼ ਦੀ ਜ਼ਰੂਰਤ ਨਹੀਂ ਹੁੰਦੀ। ਬੱਚੇ ਨੂੰ ਤੁਸੀਂ ਸਿੰਪਲ ਵਾਟਰ ਦੇ ਨਾਲ, ਜਾਂ ਬਿਲਕੁਲ ਹੀ ਮਾਈਲਡ ਕੋਈ ਚੀਜ਼ ਹੈ, ਜਾਂ ਕੱਚਾ ਦੁੱਧ, ਇਹਦੇ ਨਾਲ ਨਵਾ ਸਕਦੇ ਹੋ, ਕਿ ਉਹਦੀ ਸਕਿਨ ਵੀ ਡੈਮੇਜ ਨਾ ਹੋ। ਤੁਸੀਂ ਆਪਣੇ ਐਕਸਪੈਰੀਮੈਂਟ ਬਾਅਦ 'ਚ ਵੀ ਕਰ ਸਕਦੇ ਹੋ, ਹੈ ਨਾ। ਕਿ ਉਹਨੂੰ ਹਰ ਤਰ੍ਹਾਂ ਦਾ, ਮਤਲਬ ਮੈਂ ਨਾਮ ਨਹੀਂ ਕਿਸੇ ਵੀ ਪਰਟੀਕੂਲਰ ਬ੍ਰਾਂਡ ਦਾ ਲਊਂਗੀ, ਤੁਹਾਨੂੰ ਸਭ ਨੂੰ ਹੀ ਪਤਾ ਹੈ ਨਾ। ਉਹ ਤਾਂ ਡਿਲੀਵਰੀ ਤੋਂ ਪਹਿਲਾਂ ਲਿਆ ਕੇ ਰੱਖ ਲੈਂਦੇ ਹੋ, ਹੈ ਨਾ। ਨਹੀਂ ਲਿਆਓ। ਔਰ ਇਹ ਗਿਫਟ ਸਭ ਤੋਂ ਬੁਰਾ ਗਿਫਟ ਹੈ, ਜਿਹੜਾ ਤੁਸੀਂ ਵੀ ਨਿਊ ਬੋਰਨ ਨੂੰ ਦੇ ਕੇ ਆਉਂਦੇ ਹੋ ਨਾ। ਮੈਂ ਤੁਹਾਨੂੰ ਇਸ ਚੈਨਲ 'ਤੇ ਦੱਸ ਰਹੀ ਹਾਂ, ਇਹ ਸਭ ਤੋਂ ਬੁਰਾ ਗਿਫਟ ਹੈ,
ਕਿ ਤੁਸੀਂ ਵਾਈਪਸ ਵੀ ਦੇ ਕੇ ਆ ਰਹੇ ਹੋ, ਸਭ ਕੁਝ ਦੇ ਕੇ ਆ ਰਹੇ ਹੋ। ਤੁਸੀਂ ਆਪਣੀ ਬਾਡੀ ਨੂੰ, ਮੈਂ ਇੱਕ ਹੈਂਡ ਦੀ ਗੱਲ ਕਰ ਰਹੀ ਹਾਂ, ਉਹਦਾ ਤਾਂ ਨੀਚੇ ਵਾਲਾ ਪਾਰਟ ਹੁੰਦਾ, ਤੁਸੀਂ ਦਿਨ 'ਚ 10 ਵਾਰੀ ਵਾਈਪ ਕਰਕੇ ਦਿਖਾ ਦਿਓ ਮੈਨੂੰ, ਹਾਂ, ਹੈ ਨਾ। ਤੁਸੀਂ ਸਿਰਫ ਇਸ ਚੀਜ਼ ਲਈ ਕਿ ਥੋੜਾ ਜਿਹਾ ਉਹਨੂੰ ਥੋੜਾ ਟੈਪ ਕਰਨਾ ਚਾਹੀਦਾ, ਜੇ ਉਹ ਵਾਸ਼ਰੂਮ ਵਗੈਰਾ ਕਰ ਲਵੇ, ਔਰ ਇੱਕ ਕਾਟਨ ਕਲੋਥ ਦੇ ਨਾਲ ਕਰੋ, ਔਰ ਡਾਈਪਰ ਘੱਟ ਤੋਂ ਘੱਟ ਪਾਓ। ਡਾਈਪਰ ਉਹ ਪੁਰਾਣੀ ਗੱਲ ਸਹੀ ਸੀ ਜੀ, ਉਹ ਬਜ਼ੁਰਗਾਂ ਵਾਲੀ ਗੱਲ ਸਹੀ ਸੀ ਕਿ ਹਰ ਟਾਈਮ ਡਾਈਪਰ ਨਾ ਪਾ ਕੇ ਰੱਖੋ, ਬਿਲਕੁਲ, ਕਿਉਂਕਿ ਉਹ ਬੱਚੇ ਨੂੰ ਬਾਅਦ ਵਿੱਚ ਯੂਰੀਨੇਸ਼ਨ, ਜਿੱਦਾਂ ਕਹਿੰਦੇ ਨਾ ਟਾਇਲਟ ਹੈਬਿਟਸ ਲੇਟ ਪਤਾ ਲੱਗਦੀ, ਠੀਕ ਹੈ। ਉੱਥੇ ਉਹ ਠੀਕ ਸੀ ਕਿ ਹਰ ਟਾਈਮ ਨਹੀਂ ਪਾਣਾ, ਤੁਸੀਂ ਕਿਸੇ ਫੰਕਸ਼ਨ ਤੇ ਜਾਣਾ ਚਾਹੁੰਦੇ ਹੋ ਉੱਥੇ ਯੂਜ਼ ਕਰ ਲਓ। ਔਰ ਉਹਨੂੰ ਓਵਰ ਤੁਸੀਂ ਕੋਈ ਵੀ ਪਾਊਡਰ ਪਾ ਕੇ, ਜਾਂ ਤੁਸੀਂ ਕੱਪੜੇ 'ਚ ਤੁਸੀਂ ਕਿੰਨਾ ਕੁ ਲਗਾਉਂਦੇ ਹੋ, ਹਾਂਜੀ, ਹੈ ਨਾ, ਉਹਨੂੰ ਓਵਰ ਕੁਝ ਵੀ ਨਾ ਕਰੋ। ਔਰ ਰੋਜ਼ ਕੀ ਅਸੀਂ ਕੋਈ ਡਿਫਰੈਂਟ ਤੇਲ ਨਾਲ ਇਹਦੀ ਮਸਾਜ ਕਰਨੀ ਹੈ, ਐਸਾ ਕੁਝ ਨਹੀਂ ਚਾਹੀਦਾ ਹੁੰਦਾ ਬੱਚੇ ਨੂੰ। ਉਹਨੂੰ ਇੱਕ ਸਿੰਪਲ ਕੋਜ਼ੀ ਐਟਮੋਸਫੇਅਰ ਚਾਹੀਦਾ ਹੁੰਦਾ 40 ਡੇਜ਼। ਉਹਦੇ ਵਿੱਚ ਉਹਨੂੰ ਅੱਛੀ ਤਰ੍ਹਾਂ ਨਵਾ ਕੇ ਹਾਈਜੀਨ ਮੇਨਟੇਨ ਰੱਖੋ। ਜੇ ਉਹਨੇ ਕੋਈ ਵੋਮਿਟਿੰਗ ਕਰਤੀ ਹੈ, ਇਮੀਡੀਏਟਲੀ ਉਹਦੇ ਕੱਪੜੇ ਚੇਂਜ ਕਰੋ, ਉਹਨੂੰ ਸਮੈਲ ਨਹੀਂ ਆਣੀ ਚਾਹੀਦੀ। ਟਾਇਲਟ ਵਾਸ਼ਰੂਮ ਹੁੰਦਾ, ਉਹਦੇ ਲੰਗੋਟ ਨਾਲ ਦੀ ਨਾਲ ਚੇਂਜ ਕਰਦੇ ਰਹੋ। ਇਹ ਦੋਨਾਂ ਨੂੰ ਆਪਣੇ ਆਪ ਨੂੰ ਸਮਝਣਾ ਚਾਹੀਦਾ। ਜਿਹੜੇ ਬਜ਼ੁਰਗ ਆ ਉਹਨਾਂ ਨੂੰ ਵੀ ਸਮਝਣਾ ਚਾਹੀਦਾ ਕਿ ਥੋੜਾ ਜਿਹਾ ਹੁਣ ਅਵੇਅਰਨੈਸ ਹੈ, ਅੱਛਾ ਬੱਚੇ ਨੂੰ ਸਾਫ਼ ਸੁਥਰਾ ਰੱਖੋ। ਔਰ ਜਿਹੜੀ ਨਿਊ ਜਨਰੇਸ਼ਨ ਆ ਉਹਨੂੰ ਵੀ ਥੋੜਾ ਜਿਹਾ ਸਮਝਣਾ ਚਾਹੀਦਾ ਕਿ ਬੱਚੇ ਤੇ ਸਾਰਾ ਪਿਆਰ ਇਹਨਾਂ ਚੀਜ਼ਾਂ ਨਾਲ ਨਹੀਂ ਲੁਟਾਉਣਾ, ਕਿ ਅਸੀਂ ਉਹਦੇ ਲਈ ਸਾਰਾ ਕੁਝ, ਕਿ ਇਹ ਵੀ ਚੀਜ਼ਾਂ ਨਹੀਂ, ਇਹ ਉਹ ਇਸ ਚੀਜ਼ 'ਚ ਪੁਰਾਣੀ ਗੱਲ ਠੀਕ ਹੈ ਕਿ ਬੱਚੇ ਨੂੰ ਕੋਈ ਵੀ ਕੈਮੀਕਲ ਲਗਾਉਣ ਤੋਂ ਪਹਿਲਾਂ 4 ਵਾਰ ਸੋਚੋ, ਨਹੀਂ ਲਗਾਉਣਾ, ਕਿਉਂਕਿ ਉਹਨੂੰ ਕਿਸ ਚੀਜ਼ ਤੋਂ ਕਦੋਂ ਐਲਰਜੀ ਹੋ ਜਾਏ ਉਹ ਸਪੈਸ਼ਲੀ ਤੁਸੀਂ ਧਿਆਨ ਰੱਖੋ। ਬਿਲਕੁਲ। ਹੁਣ ਤਾਂ ਤੁਸੀਂ ਦੇਖੋ ਵੀ ਬੱਚਾ 10-12 ਦਿਨਾਂ ਦਾ ਹੁੰਦਾ, ਚਾਹੇ ਇਹ ਸਟੇਟਸ ਵਾਲੀ ਗੱਲ ਕਹਿ ਲਓ ਜਾਂ ਅਸੀਂ ਰਿਸ਼ਤੇਦਾਰਾਂ ਨੂੰ ਦਿਖਾਉਣ ਦੇ ਚੱਕਰ 'ਚ ਅਸੀਂ ਉਹਨੂੰ ਨੈਪਕਿਨ ਨਾਲ ਸਾਫ਼ ਕਰਨਾ ਸ਼ੁਰੂ ਕਰ ਦਿੰਦੇ ਹਾਂ। ਮੈਂ ਤੁਹਾਨੂੰ ਵਾਈਪਸ ਦੱਸਤਾ ਜੀ, ਹੈ ਨਾ। ਉਹਨੂੰ ਇੱਕ ਕਾਟਨ ਕਲੋਥ ਰੱਖੋ ਸਾਫ਼ ਸੁਥਰਾ, ਜਦੋਂ ਬੱਚਾ ਗਿੱਲਾ ਹੁੰਦਾ ਨਾ ਉਹਨੂੰ ਟੈਪ ਕਰਦੇ ਆ। ਤੁਸੀਂ ਦੇਖੋ ਫਿਰ ਉਸ ਤੋਂ ਬਾਅਦ ਨਵੀਂ ਉਹ ਚੀਜ਼ ਆ ਜਾਂਦੀ ਹੈ ਕਿ ਸਕਿਨ ਰੈਸ਼ ਕਰੀਮਸ ਲਗਾਉਣੀਆਂ ਸ਼ੁਰੂ ਕਰ ਦਿੰਦੇ ਹੋ। ਤੁਸੀਂ ਪਹਿਲਾਂ ਉਹਨੂੰ ਰੈਸ਼ ਕਰਦੇ ਹੋ, ਫਿਰ ਕਰੀਮ ਲਾਉਂਦੇ ਹੋ, ਹੈ ਨਾ। ਪਹਿਲਾਂ ਉਹਨੂੰ ਰੈਸ਼ ਕਿੱਦਾਂ ਬਚਾ ਸਕਦੇ, ਇਸ ਚੀਜ਼ ਨਾਲ ਹੀ ਬਚਾ ਸਕਦੇ ਕਿ ਉਹਨੂੰ ਤੁਸੀਂ ਕੋਈ ਵੀ ਕੈਮੀਕਲ ਫ੍ਰੀ ਸਿੰਪਲ ਕਾਟਨ ਕਲੋਥ ਨਾਲ ਉਹਦੇ ਏਰੀਆ ਨੂੰ ਸੁਕਾ ਕੇ ਰੱਖੋ, ਠੀਕ ਹੈ। ਇਹ ਬੜਾ ਜ਼ਰੂਰੀ ਹੈ। ਬਿਲਕੁਲ। ਤੇ ਮੈਮ ਹੁਣ ਆਪਾਂ ਜਿਵੇਂ ਆਪਣਾ ਇੱਕ ਅਗਲਾ ਪਾਰਟ ਹੈ ਨਾ, ਆਪਾਂ ਲਕੋਰੀਆ ਤੇ ਗੱਲਬਾਤ ਕਰ ਰਹੇ ਸੀਗੇ। ਸਭ ਤੋਂ ਪਹਿਲਾਂ ਮੈਂ ਚਾਹੁੰਦੀ ਕਿ ਤੁਸੀਂ ਸੌਖੇ ਸ਼ਬਦਾਂ 'ਚ ਇਹ ਚੀਜ਼ ਦੱਸੋ ਕਿ ਲਕੋਰੀਆ ਅਸਲ 'ਚ ਹੈ ਕੀ ਹੈ। ਠੀਕ ਹੈ ਮੈਮ, ਦੇਖੋ ਲਕੋਰੀਆ ਦੇ ਲਈ ਨਾ ਜਿਹੜਾ ਸਭ ਤੋਂ ਵੱਡਾ ਮਿਥ ਹੈ ਕਿ ਹਰ ਕਿਸਮ ਦੇ ਪਾਣੀ ਨੂੰ ਤੁਸੀਂ ਗਲਤ ਨਹੀਂ ਕਹਿ ਸਕਦੇ। ਸਫੇਦ ਪਾਣੀ ਸਾਡੀ ਬਾਡੀ ਦੇ ਵਿੱਚ ਜਿਹੜੀ ਵੀ ਲੇਡੀਜ਼ ਹੁੰਦੀਆਂ ਉਹਨਾਂ ਦੇ ਵਿੱਚ ਇੱਕ ਨਾਰਮਲ ਡਿਸਚਾਰਜ ਵੀ ਹੁੰਦਾ। ਜਿਹੜੀ ਸਾਡੀ ਸਰਵਿਕਸ ਹੈ, ਸਰਵਾਈਕਲ ਗਲੈਂਡਸ ਹੈ, ਉਹਨਾਂ ਨੇ ਇੱਕ ਡਿਸਚਾਰਜ ਕਰਨਾ ਹੁੰਦਾ। 3-4 ਪਾਰਟਿਕੂਲਰ ਟਾਈਮ ਹੁੰਦੇ ਆ, ਜਿੱਦਾਂ ਇੱਕ ਤਾਂ ਜਿਸ ਟਾਈਮ ਤੇ ਓਵੂਲੇਸ਼ਨ ਹੁੰਦੀ ਹੈ, ਉਹ ਇੱਕ ਹੈਲਦੀ ਡਿਸਚਾਰਜ ਹੁੰਦਾ। ਉਸ ਬਲਕਿ ਹੁਣ ਤਾਂ ਅਲਟਰਾਸਾਊਂਡ ਵਗੈਰਾ ਆ ਗਏ ਸੀ, ਪਹਿਲਾਂ ਇਸ ਚੀਜ਼ ਨਾਲ ਹੀ ਦੱਸ ਦਿੰਦੇ ਸੀਗੇ ਕਿ ਇਹਦੇ ਨਾਲ ਇਹ ਪ੍ਰੈਗਨੈਂਸੀ ਡੇਜ਼ ਹੈ, ਇਹਦੇ 'ਚ ਲੁਬਰੀਕੇਸ਼ਨ ਦੀ ਜ਼ਰੂਰਤ ਹੈ, ਤਾਂ ਨੇਚਰ ਨੇ ਬਣਾਈ ਹੋਈ ਹੈ ਚੀਜ਼, ਠੀਕ ਹੈ। ਉਹ ਜ਼ਰੂਰੀ ਹੈ ਜਿਸ ਡਿਸਚਾਰਜ ਤੋਂ ਸਮੈਲ ਨਹੀਂ ਆਉਂਦੀ, ਇਰੀਟੇਸ਼ਨ ਨਹੀਂ ਹੁੰਦੀ, ਔਰ ਪਿਓਰ ਵਾਈਟ ਹੈ, ਔਰ ਦੂਸਰਾ ਕਿ ਤੁਹਾਨੂੰ ਈਚਿੰਗ ਦੀ, ਮਤਲਬ ਕਿ ਖਾਰਿਸ਼ ਦੀ ਪ੍ਰੋਬਲਮ ਨਹੀਂ ਆਉਂਦੀ, ਉਹ ਇੱਕ ਹੈਲਦੀ ਡਿਸਚਾਰਜ ਹੈ। ਉਹ ਗੁੱਡ ਬੈਕਟੀਰੀਆ ਨੂੰ ਹੈਲਪ ਕਰਦਾ ਤਾਂ ਕਿ ਤੁਹਾਡੇ ਵਜਾਈਨਾ ਨੂੰ ਹਰ ਤਰ੍ਹਾਂ ਦੇ ਇਨਫੈਕਸ਼ਨ ਤੋਂ ਬਚਾਇਆ ਜਾ ਸਕੇ। ਉਸ ਦੇ ਲਈ ਤੁਹਾਨੂੰ ਕਿਸੇ ਟਰੀਟਮੈਂਟ ਦੀ ਜ਼ਰੂਰਤ ਨਹੀਂ, ਪਹਿਲੀ ਚੀਜ਼। ਸੈਕੰਡ ਚੀਜ਼ ਜਿਹੜੀ ਹੈ, ਡਿਸਚਾਰਜ ਜਿਹੜੇ ਆ ਉਹ ਮੇਨਲੀ ਮੈਂ ਇੱਕ ਸਾਇੰਟੀਫਿਕ ਵੇ ਨਾਲ ਦੱਸੂਗੀ, ਪਰ ਮੈਂ ਤੁਹਾਨੂੰ ਇਹ ਵੀ ਦੱਸੂਗੀ ਕਿ ਉਹਦਾ ਇੱਕ ਜਨਰਲ ਸਿੰਪਟਮ ਦੱਸੂਗੀ ਕਿ ਹਰ ਕਿਸੇ ਨੂੰ ਸਮਝ ਆ ਜਾਏ। ਇੱਕ ਤਾਂ ਕੈਂਡੀਡੀਆਸਿਸ ਹੁੰਦਾ। ਕੈਂਡੀਡੀਆਸਿਸ ਜਿਹੜਾ ਆ ਉਹਨੂੰ ਆਮ ਭਾਸ਼ਾ 'ਚ ਤੁਸੀਂ ਫੰਗਲ ਕਹਿ ਸਕਦੇ ਹੋ। ਇਹ ਅਨਮੈਰਿਡ ਬੱਚਿਆਂ ਨੂੰ ਵੀ ਹੋ ਸਕਦਾ। ਇਹ ਸਭ ਤੋਂ ਵੱਡਾ ਕਾਜ਼ ਹੈ ਜੀ। ਇਹਦੇ ਵਿੱਚ ਤੁਸੀਂ ਇਹ ਕਹਿ ਸਕਦੇ ਹੋ ਕਿ ਜਿੱਦਾਂ ਚੀਜ਼ ਦੀ ਤਰ੍ਹਾਂ ਨਾ, ਜਿੱਦਾਂ ਤੁਸੀਂ ਕਹਿੰਦੇ ਫਟਿਆ ਹੋਇਆ ਦੁੱਧ ਜਾਂ ਕੁਝ ਇਸ ਤਰ੍ਹਾਂ ਦਾ ਡਿਸਚਾਰਜ ਆਉਂਦਾ। ਈਚਿੰਗ ਹੁੰਦੀ ਹੈ, ਲੋਅਰ ਐਬਡੋਮਨ 'ਚ ਪੇਨ ਹੁੰਦੀ ਹੈ, ਔਰ ਜਿਹੜੀ ਖਾਰਿਸ਼ ਹੈ ਨਾ ਉਹ ਰਾਤ ਨੂੰ ਜ਼ਿਆਦਾ ਹੁੰਦੀ ਹੈ। ਅੱਛਾ ਜੀ, ਠੀਕ ਹੈ। ਔਰ ਦੂਸਰਾ ਜਿਹਨੂੰ ਕਹਿੰਦੇ ਆ ਕਿ ਯੂਰਿਨ ਬਾਰ-ਬਾਰ ਆਉਂਦਾ, ਲੋਅਰ ਐਬਡੋਮਨ 'ਚ ਹਮੇਸ਼ਾ ਪੇਨ ਰਹਿੰਦੀ ਹੈ। ਇਹ ਜਿਹੜਾ ਹੈ ਇਹ ਇੱਕ ਪਰਟੀਕੂਲਰ, ਔਰ ਸਮੈਲ ਵੀ ਪਿਕਿਊਲੀਅਰ ਹੁੰਦੀ ਆ। ਪੇਸ਼ੈਂਟ ਨੂੰ ਹਰ ਟਾਈਮ ਨਾ ਇਰੀਟੇਸ਼ਨ ਰਹਿੰਦੀ ਹੈ। ਉਹ ਜਿਹੜਾ ਉਹ ਫੰਗਲ ਇਨਫੈਕਸ਼ਨ ਹੁੰਦਾ, ਕੈਂਡੀਡੀਆਸਿਸ ਜਿਹਨੂੰ ਕਹਿੰਦੇ ਆ, ਠੀਕ ਹੈ। ਉਹਦੇ ਲਈ ਇਹ ਜ਼ਿਆਦਾਤਰ ਇੱਕ ਹੋਰ ਧਿਆਨ ਰੱਖਣ ਵਾਲੀ ਗੱਲ ਹੈ ਕਿ ਜੇ 40 ਜਾਂ 35 ਤੋਂ ਬਾਅਦ ਜੇ ਕਿਸੇ ਨੂੰ ਬਾਰ-ਬਾਰ ਇਨਫੈਕਸ਼ਨ ਹੋ ਰਿਹਾ, ਉਹ ਇੱਕ ਵਾਰੀ ਆਪਣਾ ਸ਼ੂਗਰ ਲੈਵਲ ਵੀ ਚੈੱਕ ਕਰਵਾ ਲੇ, ਕਿਉਂਕਿ ਇਹ ਡਾਇਬੀਟਿਕ ਪੇਸ਼ੈਂਟ ਨੂੰ ਵੀ ਹੋ ਸਕਦਾ। ਅਦਰਵਾਈਜ਼ ਇਹ ਅਨਮੈਰਿਡ ਬੱਚਿਆਂ 'ਚ ਵੀ ਬਹੁਤ ਕਾਮਨ ਹੈ। ਉਸ ਤੋਂ ਬਾਅਦ ਟ੍ਰਾਈਕੋਮੋਨਲ ਔਰ ਗਨੋਰੀਆ, ਇਹ ਜਿਹੜੇ ਹੈ ਇਹ ਸੈਕਸੁਅਲੀ ਟਰਾਂਸਮਿਟਡ ਹੁੰਦੇ ਆ। ਇਹ ਕਿਸੇ ਦੇ ਨਾਲ ਰਿਲੇਸ਼ਨ ਬਣਾਉਣ 'ਚ, ਜਾਂ ਕਈ ਵਾਰ ਅੱਜ ਕੱਲ੍ਹ ਦੇਖੋ ਥੋੜਾ ਟਾਈਮ ਐਸਾ ਹੈ ਕਿ ਕਈ ਵਾਰ ਮਲਟੀਪਲ ਪਾਰਟਨਰ ਹੁੰਦੇ। ਜ਼ਰੂਰੀ ਨਹੀਂ ਹੈ ਕਿ ਇੱਕ ਜੋ ਗਰਲ ਹੈ ਉਹ ਜਿਹਦੇ ਨਾਲ ਉਹਨਾਂ ਦੇ ਰਿਲੇਸ਼ਨ ਹੈ ਹਸਬੈਂਡ ਦੇ ਵੀ ਅੱਗੇ ਹੋ ਸਕਦੇ ਆ, ਤਦ ਵੀ ਉਹ ਗਰਲ ਨੂੰ ਪਹਿਲਾਂ ਇਫੈਕਟ ਕਰੇਗਾ।
ਅੱਛਾ ਜੀ। ਕਿਉਂਕਿ ਮੈਂ ਇਹ ਵੀ ਬਹੁਤ ਪੇਸ਼ੈਂਟ ਨੂੰ ਸਮਝਾਇਆ ਕਿ ਜਿਹੜੇ ਮੇਲ ਹੁੰਦੇ ਆ ਉਹਨਾਂ ਦਾ ਇਮਿਊਨਿਟੀ ਸਿਸਟਮ ਥੋੜਾ ਸਟਰੋਂਗ ਹੁੰਦਾ ਹੈ। ਹਾਂਜੀ। ਠੀਕ ਹੈ, ਉਹਨਾਂ ਦੇ ਵਿੱਚ ਸ਼ਾਇਦ ਉਹ ਸਿੰਪਟਮ ਨਹੀਂ ਆਉਂਦੇ, ਲੇਕਿਨ ਗਰਲਸ ਦੇ ਵਿੱਚ ਸਿੰਪਟਮ ਜਲਦੀ ਆ ਜਾਂਦੇ ਆ। ਉਹਦੇ 'ਚ ਵੀ ਬਰਨਿੰਗ ਮਿਕਚੁਰੇਸ਼ਨ, ਠੀਕ ਹੈ, ਈਚਿੰਗ ਜਾਂ ਖਾਰਿਸ਼ ਦੀ ਪ੍ਰੋਬਲਮ ਕਹਿ ਲਓ, ਬਾਰ-ਬਾਰ ਯੂਰਿਨ ਜਾ ਕੇ ਆਣਾ, ਠੀਕ ਹੈ, ਔਰ ਸਮੈਲ ਆਣਾ, ਇਹ ਰੈਡਨੈਸ ਹੋ ਜਾਂਦੀ ਹੈ, ਛੋਟੇ ਛੋਟੇ ਦਾਣੇ ਹੋ ਜਾਂਦੇ ਨੀਚੇ ਵਜਾਈਨਲ ਏਰੀਆ 'ਚ, ਤਾਂ ਉਹਨਾਂ ਨੂੰ ਹਮੇਸ਼ਾ ਆਪਣੇ ਇਮੀਡੀਏਟਲੀ ਡਾਕਟਰ ਨੂੰ ਦਿਖਾਉਣਾ ਚਾਹੀਦਾ। ਠੀਕ ਹੈ, ਔਰ ਇੱਕ ਡਿਸਚਾਰਜ ਹੁੰਦਾ ਮੈਮ ਜਿਹਨੂੰ ਕਹਿੰਦੇ ਆ ਕਿ ਜਦੋਂ ਪੀਰੀਅਡਸ ਬੰਦ ਹੋਣ ਦੇ ਟਾਈਮ ਉਹਦਾ ਇੱਕ ਬਰਾਊਨਿਸ਼ ਡਿਸਚਾਰਜ ਆਉਂਦਾ। ਬਰਾਊਨਿਸ਼ ਡਿਸਚਾਰਜ ਜਿਹੜਾ ਹੁੰਦਾ ਉਹ ਇਹ ਸ਼ੋ ਕਰਦਾ ਹੈ ਕਿ ਤੁਹਾਡਾ ਐਸਟ੍ਰੋਜਨ ਲੈਵਲ ਬਾਡੀ 'ਚ ਘਟ ਰਿਹਾ, ਉਦੋਂ ਵਜਾਈਨਾ ਡਰਾਈ ਹੋਣਾ ਸ਼ੁਰੂ ਹੋ ਜਾਂਦਾ, ਉਸ ਟਾਈਮ ਇਨਫੈਕਸ਼ਨ ਦੇ ਚਾਂਸਸ ਵੱਧ ਜਾਂਦੇ ਆ। ਤਾਂ ਇਹਨਾਂ ਚੀਜ਼ਾਂ 'ਚ ਥੋੜਾ ਜਿਹਾ ਮਤਲਬ ਇਹ ਜਿਹੜੀ ਮੇਨ ਕੰਸਰਨ ਦਾ ਕਾਜ਼ ਹੈ ਦੈਟ ਇਜ਼ STD, ਮਤਲਬ ਕਿ ਸੈਕਸੁਅਲੀ ਟਰਾਂਸਮਿਟਡ ਜਿਹੜੀਆਂ ਡਿਜ਼ੀਜ਼ਸ ਹੈ ਉਹਨਾਂ ਨੂੰ ਸਪੈਸ਼ਲੀ ਇਹ ਧਿਆਨ ਰੱਖਣਾ ਚਾਹੀਦਾ ਕਿ ਕਿਤੇ ਵੀ ਜੇ ਉਹਨਾਂ ਦੀ ਸਕਿਨ ਕ੍ਰੈਕਡ ਹੈ, ਠੀਕ ਹੈ, ਤਾਂ ਉਹਨਾਂ ਨੂੰ ਥੋੜਾ ਅਵੋਇਡ ਕਰਨਾ ਚਾਹੀਦਾ ਉਸ ਟਾਈਮ ਤੇ, ਕਿਉਂਕਿ ਇਹ ਤੁਸੀਂ ਜੇ ਸਿਰਫ ਇਹ ਕਹਿ ਲਓ ਕਿ ਸਿਰਫ ਸੈਕਸੁਅਲੀ ਟਰਾਂਸਮਿਟਡ ਹੈ, ਸਿਰਫ ਉਹਦੇ ਨਾਲ ਨਹੀਂ ਹੁੰਦਾ। ਇਹ ਤਾਂ ਚਲੋ ਅੱਜ ਕੱਲ੍ਹ ਇਹ ਵੀ ਧਿਆਨ ਹੈ ਨਾ ਕਿ ਕੋਈ ਵੀ ਇਨਫੈਕਟਡ ਸਿਰਿੰਜਸ ਹੋ ਗਈਆਂ ਜਾਂ ਓਰਲ ਸੈਕਸ ਕਰਨ ਨਾਲ ਵੀ ਹੋ ਜਾਂਦਾ, ਜਾਂ ਜਿੱਥੇ ਵੀ ਕਰੈਕ ਹੈ ਸਕਿਨ ਤੇ ਉਹਦੇ ਨਾਲ ਵੀ ਜੇ ਟੱਚ ਜਾਂਦਾ ਤਾਂ ਇਹ ਉਸ ਦੇ ਨਾਲ ਵੀ ਹੋ ਜਾਂਦਾ। ਤੇ ਇਸ ਚੀਜ਼ ਦਾ ਸਪੈਸ਼ਲੀ ਬਹੁਤ ਧਿਆਨ ਰੱਖਣਾ ਚਾਹੀਦਾ। ਗਨੋਰੀਆ, ਟ੍ਰਾਈਕੋਮੋਨਲ ਜਿਹੜੀ ਇਨਫੈਕਸ਼ਨ ਹੈ ਇਹ ਥੋੜੇ ਜੇ ਟਾਈਮ ਤੇ ਜੇ ਟਰੀਟ ਕਰ ਲੈਣ ਤਾਂ ਬਹੁਤ ਅੱਛੀ ਚੀਜ਼ ਹੈ। ਬਿਲਕੁਲ। ਤੇ ਮੈਮ ਆਪਾਂ ਜਿਵੇਂ ਪਹਿਲੀ ਸਟੈਪ ਤੇ ਤੁਸੀਂ ਕਿਹਾ ਕਿ ਇਹ ਨਾਰਮਲ ਆ, ਹਨਾ, ਇਹ ਕਿਸੇ ਵੀ ਏਜ 'ਚ ਹੋ ਸਕਦਾ, ਛੋਟੀਆਂ ਕੁੜੀਆਂ ਨੂੰ ਵੀ ਹੋ ਸਕਦਾ। ਹਾਂ, ਇੱਕ ਹੋਰ ਚੀਜ਼ ਕਿ ਜੇ ਤੁਹਾਡਾ ਡਿਸਚਾਰਜ ਜੇ ਉਹ ਯੈਲੋ ਕਲਰ ਦਾ ਜਾਂ ਹਲਕਾ ਜਿਹਾ ਬਲੂਇਸ਼ ਹੈ ਤਾਂ ਕਾਈਂਡਲੀ ਆਪਣੇ ਡਾਕਟਰ ਨੂੰ ਜ਼ਰੂਰ ਮਿਲੋ। ਅੱਛਾ ਜੀ। ਠੀਕ ਹੈ, ਇਹਦੀ ਅਵੇਅਰਨੈਸ ਕੀ ਆ ਮੈਂ ਅੱਗੇ ਵੀ ਦੱਸੂਗੀ। ਤੇ ਇਸ ਚੀਜ਼ ਲਈ ਜੇ ਕਿਸੇ ਦਾ ਯੈਲੋ ਕਲਰ ਦਾ ਡਿਸਚਾਰਜ ਹੈ ਜਾਂ ਹਲਕਾ ਉਹਦੇ 'ਚ ਟਿੰਚ ਬਲੂ ਆ ਰਿਹਾ ਤਾਂ ਉਹ ਜ਼ਰੂਰ ਆਪਣੇ ਡਾਕਟਰ ਨੂੰ ਵਿਜ਼ਿਟ ਕਰਨ ਔਰ ਆਪਣਾ ਚੈੱਕਅਪ ਕਰਨ। ਹਾਂਜੀ, ਮੈਂ ਚਾਹੁੰਦੀ ਹਾਂ ਕਿ ਤੁਸੀਂ ਇੱਥੋਂ ਹੀ ਸ਼ੁਰੂ ਕਰੋ ਕਿ ਆਪਾਂ ਨੂੰ ਡਾਕਟਰ ਕੋਲੇ ਕਦੋਂ ਜਾਣਾ ਚਾਹੀਦਾ, ਹੈ ਨਾ, ਕਿ ਇੱਕ ਤਾਂ ਜਿਵੇਂ ਨਾਰਮਲੀ ਆਪਾਂ ਜਨਰਲੀ ਆਪਾਂ ਲੇਡੀਜ਼ ਆਪਸ ਵਿੱਚ ਵੀ ਗੱਲ ਕਰਦੇ ਹਾਂ ਤਾਂ ਵਾਈਟ ਤੇ ਮੋਸਟਲੀ 80% ਜਿਹੜੀਆਂ ਕੁੜੀਆਂ ਉਹ ਐਗਰੀ ਹੁੰਦੀਆਂ ਨੇ, ਹੈ ਨਾ। ਤੁਸੀਂ ਕਿਹਾ ਵੀ ਇਹ ਕੋਈ ਮਤਲਬ ਡਾਕਟਰ ਨੂੰ ਕੰਸਲਟ ਕਰਨ ਵਾਲਾ ਇਸ਼ੂ ਨਹੀਂ ਹੈਗਾ। ਤੇ ਯੈਲੋ ਡਿਸਚਾਰਜ ਤੇ ਤੁਹਾਨੂੰ ਅੱਗੇ ਜਾ ਕੇ ਕੀ ਪ੍ਰੋਬਲਮ ਹੋ ਸਕਦੀ ਹੈ, ਜਾਂ ਆਪਾਂ ਨੂੰ ਡਾਕਟਰ ਕੋਲੇ ਕਿਉਂ ਜਾਣਾ ਚਾਹੀਦਾ, ਜਾਂ ਡਾਕਟਰ ਕੋਲ ਜਾਣ ਤੋਂ ਪਹਿਲਾਂ ਤੁਹਾਡੀ ਬਾਡੀ ਇਸ ਤੋਂ ਇਲਾਵਾ ਕੀ ਪ੍ਰੋਬਲਮ ਫੀਲ ਕਰਦੀ ਹੈ, ਜਾਂ ਤੁਹਾਨੂੰ ਕਿਵੇਂ ਦੀਆਂ ਚੀਜ਼ਾਂ ਜਿਹੜੀਆਂ ਤੁਹਾਨੂੰ ਲੱਗਦਾ ਕਿ ਮੇਰੇ ਅੰਦਰ ਇਹ ਲੱਛਣ ਮੈਨੂੰ ਦਿਖ ਰਹੇ ਨੇ, ਹੈ ਨਾ, ਤਾਂ ਉਹ ਅਸੀਂ ਆਪਣੇ ਆਪ ਕਿੱਦਾਂ ਡਾਇਗਨੋਸ ਕਰ ਸਕਦੇ ਹਾਂ ਉਸ ਚੀਜ਼ ਨੂੰ? ਦੇਖੋ, ਜਦੋਂ ਵੀ ਕੋਈ ਵੀ ਪੇਸ਼ੈਂਟ ਹੈ ਉਹ ਅਨਪ੍ਰੋਟੈਕਟਡ ਸੈਕਸ ਯਾਨੀ ਕਿ ਉਹਨਾਂ ਨੇ ਕੁਝ ਨਹੀਂ ਯੂਜ਼ ਕੀਤਾ, ਜਦੋਂ ਉਸ ਦੇ ਥਰੂ ਜਾਂਦੇ ਆ ਤਾਂ ਉਹ ਇੱਕ ਵੀਕ ਦੇ ਅੰਦਰ ਜੇ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਵੀ ਇਰੀਟੇਸ਼ਨ ਹੈ, ਬਰਨਿੰਗ ਮਿਕਚੁਰੇਸ਼ਨ ਯਾਨੀ ਕਿ ਪਿਸ਼ਾਬ ਆਉਣ ਲੱਗਿਆ ਜਲਨ ਹੋ ਰਹੀ ਹੈ, ਬਾਰ-ਬਾਰ ਪਿਸ਼ਾਬ ਆ ਰਿਹਾ, ਯੈਲੋ ਕਲਰ ਦਾ ਕੋਈ ਡਿਸਚਾਰਜ ਹੈ, ਨੀਚੇ ਕੋਈ ਦਾਣੇ ਹੋ ਰਹੇ ਹੈ, ਜਾਂ ਫਿਰ ਪੇਨ ਹੋ ਰਹੀ ਹੈ, ਤਾਂ ਇਮੀਡੀਏਟਲੀ ਆਪਣੇ ਡਾਕਟਰ ਨੂੰ ਜ਼ਰੂਰ ਮਿਲ ਲੈਣਾ ਚਾਹੀਦਾ। ਜਾਂ ਕਿਸੇ ਮੈਂ ਇਹ ਇੱਕ ਹੋਰ ਵੀ ਹੈ ਕਿ ਜੇ ਕਦੇ ਵੀ ਕਿਸੇ ਨੂੰ ਇਹ ਪਤਾ ਲੱਗ ਜਾਏ ਨਾ ਕਿ ਉਹਨਾਂ ਦੇ ਜਿਹੜਾ ਪਾਰਟਨਰ ਹੈ ਉਹਦਾ ਅੱਗੇ ਮਲਟੀਪਲ ਹੈ ਕੰਟੈਕਟ ਹੈ, ਤਾਂ ਉਹ ਬੱਚਿਆਂ ਨੂੰ ਸਪੈਸ਼ਲੀ ਗਰਲਸ ਨੂੰ ਜਾਂ ਲੇਡੀਜ਼ ਨੂੰ ਇਮੀਡੀਏਟਲੀ ਡਾਕਟਰ ਨੂੰ ਮਿਲ ਲੈਣਾ ਚਾਹੀਦਾ, ਕਿਉਂਕਿ ਇਹ ਮੇਨ ਸਿੰਪਟਮ ਆਉਣ 'ਚ 3 ਮੰਥਸ ਲੱਗ ਜਾਂਦੇ ਹਨ। ਹਾਂਜੀ। ਤਾਂ ਉਸ ਤੋਂ ਪਹਿਲਾਂ ਜੇ ਤੁਸੀਂ ਮਿਲ ਲਓਗੇ ਕਿ ਮੇ ਬੀ ਤੁਸੀਂ ਉਸ ਵੱਡੀ ਬਿਮਾਰੀ ਤੋਂ ਬਚ ਜਾਓ। ਠੀਕ ਹੈ, ਉਸ ਟਾਈਮ ਜ਼ਰੂਰ ਡਾਕਟਰ ਕੋ। ਔਰ ਦੂਸਰਾ, ਜਦੋਂ ਜੇ ਮੈਰਿਡ ਹੈ ਤਾਂ ਇੰਟਰਕੋਰਸ ਤੋਂ ਬਾਅਦ ਜੇ ਬਲੀਡਿੰਗ ਹੁੰਦੀ ਹੈ, ਇੰਟਰਮਿਟੈਂਟ ਬਲੀਡਿੰਗ ਹੁੰਦੀ ਹੈ ਕਿਸੇ ਵੀ ਪੇਸ਼ੈਂਟ ਨੂੰ, ਯਾਨੀ ਕਿ ਜਦੋਂ ਪੀਰੀਅਡਸ ਆਉਂਦੇ ਆ ਉਸ ਤੋਂ ਇਲਾਵਾ ਵੀ, ਤਾਂ ਇੱਕ ਕਾਈਂਡਲੀ ਆਪਣੇ ਡਾਕਟਰ ਨੂੰ ਜ਼ਰੂਰ ਵਿਜ਼ਿਟ ਕਰੋ। ਔਰ ਮੀਨੋਪੌਜ਼ਲ ਲਈ ਮੈਂ ਸਪੈਸ਼ਲੀ ਇਹ ਕਹਿਣਾ ਚਾਹੁੰਦੀ ਹਾਂ ਕਿ ਜਿਨ੍ਹਾਂ ਦੇ ਪੀਰੀਅਡਸ 45 ਤੋਂ ਬਾਅਦ 1 ਸਾਲ ਨਹੀਂ ਆਉਂਦੇ ਉਹਨਾਂ ਨੂੰ ਅਸੀਂ ਮੀਨੋਪੌਜ਼ਲ ਕਹਿ ਦਿੰਦੇ ਹਾਂ, ਤੇ ਉਹ 1 ਸਾਲ ਤੋਂ ਬਾਅਦ ਅਚਾਨਕ ਪੀਰੀਅਡਸ ਆਉਣੇ ਸ਼ੁਰੂ ਹੋ ਜਾਣ ਤਾਂ ਉਹਨਾਂ ਨੂੰ ਵੀ ਡਾਕਟਰ ਨੂੰ ਮਿਲ ਲੈਣਾ ਚਾਹੀਦਾ। ਹਾਂਜੀ, ਜਿਵੇਂ ਬਹੁਤ ਸਾਰੇ ਜਿਹੜੇ ਲੋਕ ਨੇ ਉਹ ਇਹੀ ਸਮਝਦੇ ਨੇ ਕਿ ਇਹ ਪ੍ਰੋਬਲਮਸ ਕੁੜੀਆਂ ਨੂੰ ਹੀ ਹੁੰਦੀਆਂ ਨੇ, ਹੈ ਨਾ, ਮੁੰਡੇ ਜਾਂ ਤਾਂ ਆਪਾਂ ਕਹਿ ਲਈਏ ਕਿ ਆਪਣੀ ਸੁਸਾਇਟੀ 'ਚ ਹਾਲੇ ਤੱਕ ਐਕਸੈਪਟੈਂਸ ਨਹੀਂ ਇਸ ਚੀਜ਼ ਨੂੰ ਲੈ ਕੇ ਕਿ ਇੱਕ ਮੇਲ ਬਹੁਤ ਘੱਟ ਐਗਰੀ ਕਰਦਾ ਕਿ ਮੈਨੂੰ ਇਹ ਪ੍ਰੋਬਲਮ ਹੈਗੀ ਆ, ਹੈ ਨਾ। ਤੇ ਮੁੰਡਿਆਂ ਨੂੰ ਵੀ ਮਤਲਬ ਇਹ ਸਮੱਸਿਆਵਾਂ ਹੋ ਸਕਦੀਆਂ ਨੇ, ਉਹਨਾਂ ਨੂੰ ਵੀ ਡਾਕਟਰ ਕੋਲ ਜਾਣਾ ਚਾਹੀਦਾ ਜੇ ਮੰਨ ਲਓ ਕਿ ਉਹਨਾਂ ਦੀ ਫੀਮੇਲ ਪਾਰਟਨਰ ਨੂੰ ਇੱਦਾਂ ਦਾ ਕੋਈ ਪ੍ਰੋਬਲਮ ਹੈਗੀ ਮੈਮ, ਹੈ? ਮੇਰੇ ਕੋਲ ਪਿੱਛੇ ਜੇ ਵੀ ਇੱਕ ਪੇਸ਼ੈਂਟ ਆਇਆ ਸੀ, ਉਹਨੇ ਮੈਨੂੰ ਇਹ ਗੱਲ ਕਹੀ ਸੀ ਕਿ ਮੈਂ 5 ਸਾਲ ਤੋਂ ਇਹ ਟ੍ਰੀਟਮੈਂਟ ਲੈ ਰਹੀ ਹਾਂ ਔਰ ਮੈਨੂੰ ਕੋਈ ਫਰਕ ਨਹੀਂ ਪੈ ਰਿਹਾ ਪਾਣੀ ਦਾ। ਤਾਂ ਮੈਂ ਉਹਨੂੰ ਪੁੱਛਿਆ, ਮੈਂ ਕਿਹਾ ਤੁਹਾਡੇ ਹਸਬੈਂਡ ਨੇ ਕੋਈ ਟ੍ਰੀਟਮੈਂਟ ਲਿਆ? ਕਹਿੰਦੇ ਉਹਨਾਂ ਨੂੰ ਕੋਈ ਪ੍ਰੋਬਲਮ ਹੀ ਨਹੀਂ ਹੈ। ਮੈਂ ਕਿਹਾ ਹਾਊ ਡੂ ਯੂ ਨੋ? ਹੈ ਨਾ, ਹੁਣ ਦੇਖੋ ਪਹਿਲੀ ਗੱਲ ਤਾਂ ਉਹ ਆਪ ਹੀ ਪ੍ਰੋਟੈਕਟ ਕਰ ਰਹੀ ਹੈ ਕਿ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਹੈ।
ਦੂਸਰੀ ਗੱਲ, ਜੇ ਮੈਂ ਤੁਹਾਨੂੰ STD ਵਰਡ ਯੂਜ਼ ਕਰਤਾ, ਸੈਕਸ਼ੂਅਲੀ ਟ੍ਰਾਂਸਮਿਟਡ ਡਿਜ਼ੀਜ਼ ਕਹਿ ਦਿੱਤਾ, ਤਾਂ ਇਹਦਾ ਮਤਲਬ ਕਿ ਜਾਂ ਤਾਂ ਇਹ ਤੁਹਾਡੇ ਤੋਂ ਉਹਨਾਂ ਨੂੰ ਆਈ ਹੈ ਜਾਂ ਉਹਨਾਂ ਤੋਂ ਤੁਹਾਨੂੰ ਆਈ ਹੈ, ਠੀਕ ਹੈ ਨਾ। ਜੇ ਉਹਨਾਂ ਤੋਂ ਆਈ ਹੈ ਤਦ ਵੀ ਉਹਨਾਂ ਦਾ ਟ੍ਰੀਟਮੈਂਟ ਹੋਣਾ ਚਾਹੀਦਾ। ਚਲੋ ਪਰ ਚਾਂਸ ਜੇ ਤੁਹਾਡੇ ਤੋਂ ਉਹਨਾਂ ਨੂੰ ਗਈ ਹੈ ਤਾਂ ਉਹਨਾਂ 'ਚ ਟ੍ਰਾਂਸਮਿਟਡ ਤਾਂ ਹੈ, ਤੁਸੀਂ ਠੀਕ ਹੋ ਜਾਓਗੇ। ਉਸ ਤੋਂ ਬਾਅਦ ਮੈਂ ਜ਼ਿਆਦਾਤਰ ਪੇਸ਼ੈਂਟ ਇਹ ਦੇਖਿਆ ਕਿ ਜਦੋਂ ਤੁਸੀਂ ਟ੍ਰੀਟਮੈਂਟ ਦਿੰਦੇ ਹੋ ਪੇਸ਼ੈਂਟ ਠੀਕ ਹੋ ਜਾਂਦਾ, ਫਿਰ ਉਸ ਤੋਂ ਬਾਅਦ ਕੀ ਹੁੰਦਾ, ਵੈਨ ਦੇ ਗੋ ਫॉर द ਇੰਟਰਕੋਰਸ ਉਹ ਦੁਬਾਰਾ ਉਹਨਾਂ 'ਚ ਪੇਸ਼ੈਂਟ 'ਚ ਆ ਜਾਂਦਾ। ਮੇਲ ਦਾ ਰੈਜ਼ਿਸਟੈਂਸ ਫੀਮੇਲ ਨਾਲੋਂ ਜ਼ਿਆਦਾ ਹੁੰਦਾ ਹੈ, ਇਸ ਕਰਕੇ ਉਹਨਾਂ ਨੂੰ ਕਈ ਵਾਰ ਸਿੰਪਟਮ ਨਹੀਂ ਵੀ ਆਉਂਦੇ, ਠੀਕ ਹੈ। ਤਾਂ ਇਸ ਕਰਕੇ ਟ੍ਰੀਟਮੈਂਟ ਜਦ ਤੱਕ ਦੋਨਾਂ ਦਾ ਨਹੀਂ ਹੋਏਗਾ ਇਹ ਕਿਉਰ ਨਹੀਂ ਹੋ ਸਕਦਾ। ਤਾਂ ਟ੍ਰੀਟਮੈਂਟ ਸ਼ੁੱਡ ਮਤਲਬ ਬੋਥ ਦਾ ਪਾਰਟਨਰ ਸ਼ੁੱਡ ਬੀ ਇਕੁਅਲੀ ਟ੍ਰੀਟਡ, ਦੋਨਾਂ ਨੂੰ ਹੀ ਟ੍ਰੀਟਮੈਂਟ ਦੀ ਜ਼ਰੂਰਤ ਹੈ। ਹਾਂ ਇਹ ਹੈ ਕਿ ਉਹਨਾਂ ਦੇ ਵਿੱਚ ਥੋੜਾ ਟ੍ਰੀਟਮੈਂਟ ਘੱਟ ਹੁੰਦਾ, ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਕਿ ਰੈਜ਼ਿਸਟੈਂਸ ਜਾਂ ਇਮਿਊਨਿਟੀ ਬॉयਜ਼ ਦੀ ਜ਼ਿਆਦਾ ਹੁੰਦੀ ਹੈ ਨਾ। ਤੇ ਇਸ ਕਰਕੇ ਔਰ ਦੂਸਰਾ ਕਿ ਜਿਹੜੀ ਲੇਡੀਜ਼ ਆ ਉਹਨਾਂ ਨੇ ਡਿਲੀਵਰੀ ਵੀ ਹੋਈ ਹੁੰਦੀ ਆ ਜਾਂ ਅਬੋਰਸ਼ਨਸ ਵੀ ਹੋਏ ਹੁੰਦੇ ਆ, ਔਰ ਉਹਨਾਂ ਦਾ ਵਜਾਈਨਲ ਪਾਰਟ ਥੋੜਾ ਵੀਕ ਵੈਸੇ ਹੀ ਹੁੰਦਾ, ਉਹ ਪ੍ਰੋਨ ਹੁੰਦਾ। ਇਸ ਚੀਜ਼ ਲਈ ਪਾਰਟਨਰ ਨੂੰ ਇਕੁਅਲੀ ਟਰੀਟ ਕਰਨ ਤੋਂ ਬਗੈਰ ਲਿਕੋਰੀਆ ਨੂੰ ਠੀਕ ਕਰਨਾ, ਹਾਂਜੀ, ਅਸੀਂ ਅੱਧੀ ਕੁ ਜੰਗ ਕਹਿ ਲੈਂਦੇ ਹਾਂ ਕਿ ਜਿੱਤ ਜਾਂਦੇ ਹਾਂ, ਫਿਰ ਉੱਥੇ ਖੜੇ ਹੋ ਜਾਂਦੇ ਹਾਂ। ਔਰ ਟ੍ਰੀਟਮੈਂਟ ਜੇ ਤੁਸੀਂ ਲਾਈਨ ਆਫ ਟ੍ਰੀਟਮੈਂਟ ਲੈਣਾ ਨਾ ਜੀ, ਕਾਈਂਡਲੀ ਇੱਕ ਚੀਜ਼ ਹੋਰ ਧਿਆਨ ਰੱਖਣਾ ਕਿ ਲਿਕੋਰੀਆ ਦਾ ਸਭ ਤੋਂ ਵੱਡਾ ਰੀਜ਼ਨ ਐਂਟੀਬਾਇਓਟਿਕ ਹੈ। ਅੱਛਾ ਜੀ। ਹਾਂਜੀ, ਕਿਉਂਕਿ ਜਦੋਂ ਤੁਸੀਂ ਐਂਟੀਬਾਇਓਟਿਕ ਇੰਨੇ ਲੌਂਗ ਰਨ ਤੇ ਲੈਂਦੇ ਹੋ ਨਾ ਤਾਂ ਉਹ ਤੁਹਾਡੀ ਬਾਡੀ 'ਚ ਐਸਾ ਰੈਜ਼ਿਸਟੈਂਸ ਕਰ ਦਿੰਦੇ ਆ, ਜਾਂ ਇਹ ਇੱਕ ਕਾਜ਼ ਵੀ ਹੈ ਜੀ। ਤੁਸੀਂ ਜੇ ਸਾਡੀ ਬੁੱਕਸ 'ਚ ਲਿਖਿਆ ਹੋਇਆ ਕਿ ਇਹ ਹਾਰਮੋਨਲ ਕਾਜ਼ਸ ਹੁੰਦੇ ਆ। ਐਂਟੀਬਾਇਓਟਿਕ ਜੇ ਕਿਸੇ ਲੰਬੀ ਬਿਮਾਰੀ ਤੋਂ ਕੋਈ ਵੀ ਪੇਸ਼ੈਂਟ ਕਰ ਰਿਹਾ ਜਾਂ ਇੱਕ ਸੈਲਫ ਮੈਡੀਕੇਸ਼ਨ ਕਰੀ ਜਾ ਰਿਹਾ ਹੈ ਨਾ, ਕਿ ਮੈਂ ਇਹ ਵੀ ਲੈ ਕੇ ਦੇਖ ਲਾਂ ਡਾਕਸੀਸਾਈਕਲਿਨ ਵੀ, ਕਿਸੇ ਨੇ ਮੈਟਰੋਜਿਲ ਖਾਈ ਸੀ ਤੂੰ ਮੈਟਰੋਜਿਲ ਲੈ ਕੇ ਦੇਖ ਲੈ, ਇਹ ਨਾ ਕਰੋ। ਨਾਰਮਲੀ ਲੋਕੀ ਇੱਕ 1 ਕੈਨ ਟੈਬਲੇਟ ਆਉਂਦੀ ਆ, 1 ਕੈਨ ਵੀ ਆਪਣੀ ਮਰਜ਼ੀ ਨਾਲ ਹੀ ਖਾਈ 4 ਕੈਨ ਬਹੁਤ ਚੱਲਦੀ। ਮੈਂ ਕਿਸੇ ਵੀ ਪ੍ਰੋਗਰਾਮ 'ਚ ਨਾ ਮੈਂ ਇਹ ਧਿਆਨ ਰੱਖਦੀ ਹਾਂ ਮੈਂ ਕਿਸੇ ਦਵਾਈ ਦਾ ਨਾਮ ਨਾ ਲਵਾਂ, ਉਹਦਾ ਮੈਂ ਨਹੀਂ ਚਾਹੁੰਦੀ ਕਿ ਕਿਸੇ ਨੂੰ ਨੁਕਸਾਨ ਹੋ ਜਾਏ। ਮੇਰੇ ਮੂੰਹ 'ਚੋਂ ਨਿਕਲਿਆ ਇੱਕ ਵਰਡ ਔਰ ਤੁਸੀਂ ਨਾਲ ਦੀ ਨਾਲ ਕੈਮਿਸਟ ਦੇ ਕੋਲ ਜਾਣਾ ਜੀ ਇਹ ਜ਼ਰੂਰ ਦੇ ਦਿਓ, ਹੈ ਨਾ। ਕਾਈਂਡਲੀ ਡੋਂਟ ਡੂ ਦੈਟ। ਤੁਹਾਨੂੰ ਪਤਾ ਹੀ ਨਹੀਂ ਹੈ ਕਿ ਤੁਹਾਡਾ ਇਨਫੈਕਸ਼ਨ ਜਿਹੜਾ ਆ ਉਹ ਕੈਂਡੀਡੀਆਸਿਸ ਹੈ ਜਾਂ ਟ੍ਰਾਈਕੋਮੋਨਲ ਹੈ। ਔਰ ਦੂਸਰੀ ਆਪਣਾ ਟੈਸਟ ਜ਼ਰੂਰ ਕਰਵਾਓ, HHH ਟੈਸਟ ਹੁੰਦਾ ਇੱਕ, ਮੈਂ ਤੁਹਾਨੂੰ HPV ਤੇ ਵੀ ਅੱਗੇ ਦੱਸੂਗੀ। ਕਾਈਂਡਲੀ ਇਹ ਚੀਜ਼ਾਂ ਨਾ ਅਵੇਅਰ ਰਹੋ ਔਰ ਫਿਰ ਆਪਣਾ ਟ੍ਰੀਟਮੈਂਟ ਕਰੋ। ਟ੍ਰੀਟਮੈਂਟ ਤਾਂ ਤੁਹਾਡਾ 15 ਦਿਨ ਦਾ ਸੀ ਜਿਹੜਾ ਤੁਸੀਂ 5 ਸਾਲ ਦਾ ਕਰ ਲਿਆ ਔਰ ਤੁਸੀਂ ਠੀਕ ਫਿਰ ਵੀ ਨਹੀਂ ਹੋਏ, ਹੈ ਨਾ। ਇਹ ਸਾਡੀ ਥੋੜੀ ਜਿਹੀ ਜਰਨਲ ਅਵੇਅਰਨੈਸ ਘੱਟ ਹੈ ਜੀ। ਹਾਂਜੀ, ਬਹੁਤ ਸਾਰੇ ਲੋਕ ਜਿਵੇਂ ਅੱਜ ਕੱਲ੍ਹ ਆਪਾਂ ਕਹਿੰਦੇ ਹਾਂ ਕਿ ਨਾ ਸੋਸ਼ਲ ਮੀਡੀਆ ਤੇ ਬਹੁਤ ਸਾਰੇ ਜਿਹੜੇ ਆ ਆਪਣੇ ਆਪ ਹੀ ਟਿਪਸ ਦੇਣ ਵਾਲੇ ਲੋਕ ਵੀ ਆ ਗਏ ਹੈ ਨਾ। ਜਿਵੇਂ ਜਾਂ ਤੁਸੀਂ ਕਿਹਾ ਸੀਗਾ ਕਿ ਹਰ ਕੋਈ ਅੱਜ ਕੱਲ੍ਹ ਗੂਗਲ ਤੋਂ ਦੇਖ ਕੇ ਡਾਕਟਰ ਬਣਿਆ ਹੋਇਆ ਹੈ ਨਾ, ਤਾਂ ਉਹ ਤੁਹਾਨੂੰ ਥੋੜ੍ਹੀਆਂ ਜਿਹੀਆਂ ਹੋਮ ਰੈਮੀਡੀਜ਼ ਦੱਸ ਦਿੰਦੇ ਆ ਕਿ ਤੁਸੀਂ ਜੀ ਅਨਾਰ ਦੇ ਪੱਤੇ ਨੇ ਜਿਹੜੇ ਉਹਨਾਂ ਨੂੰ ਪਾਣੀ ਬੋਇਲ ਕਰਕੇ ਪੀ ਲਓ, ਜਾਂ ਫਿਰ ਥੋੜ੍ਹੀਆਂ ਜਿਹੀਆਂ ਜਿੱਦਾਂ ਆਹੀ ਜਿਹੜੀਆਂ ਨੋਨ ਮੈਡੀਸਨ ਹੁੰਦੀਆਂ ਨੇ ਉਹ ਦੱਸਣ ਲੱਗ ਜਾਂਦੇ ਆ। ਜਾਂ ਮੈਂ ਕੁਝ ਕੁ ਦਿਨ ਪਹਿਲਾਂ ਸੁਣਿਆ ਕਿ ਇੱਕ ਜੜੀ ਬੂਟੀ ਦਾ ਨਾਂ ਦੱਸਿਆ ਜਾ ਰਿਹਾ ਸੀ ਲਿਕੋਰੀਆ ਦੇ ਟ੍ਰੀਟਮੈਂਟ ਲਈ, ਹੈ ਨਾ। ਇਦਾਂ ਦੇ ਟਰਾਇਲ ਲੋਕਾਂ ਨੂੰ ਆਪਣੇ ਆਪ ਤੇ ਕਰਨੇ ਚਾਹੀਦੇ ਆ ਕਿ ਉਹਦਾ ਮੈਂ ਤੁਹਾਨੂੰ ਨਾ ਬੜਾ ਮੈਂ ਕਿਉਂਕਿ ਮੇਰੇ ਕੋਲ ਪੇਸ਼ੈਂਟ ਆਉਂਦੇ ਆ, ਮੇਰੇ ਕੋਲ ਤਾਂ ਲਾਈਵ ਐਗਜ਼ਾਮਪਲ ਹੈ। ਦੇਖੋ ਇੱਕ ਬੱਚੀ ਸੀ, ਉਹਦੀ ਮੈਰਿਜ ਸੀ। गूगल ऑथेंटिक नहीं है, यूट्यूब ऑथेंटिक नहीं है। उन्होंने कहाँ लिखा है? उन्होंने नहीं लिखा होया कि असीं ऑथेंटिक है ना। वो बच्ची ने की गलती की कि ਉਹਦੇ ਨਾ ਪਿੰਪਲ ਹੋਇਆ, ਉਹਨੇ ਉੱਥੇ ਲਿਖਿਆ ਸੀ ਲਸਣ ਦਾ ਪੇਸਟ ਲਗਾਓ। ਉਹ ਬੱਚੀ ਨੇ ਲਗਾਇਆ, ਉਹਦੀ ਸਕਿਨ ਉੜ ਗਈ ਜੀ। ਤੁਸੀਂ ਇਹ ਦੇਖੋ ਕਿ ਮੈਨੂੰ ਉਹਨੂੰ ਟਰੀਟ ਕਰਨ 'ਚ ਕਿੰਨਾ ਟਾਈਮ ਲੱਗਿਆ। ਤੁਹਾਡੀ ਇੰਨੀ ਕੋਮਲ ਸਕਿਨ ਹੈ, ਤੁਸੀਂ ਕਿਸੇ ਨੇ ਵੀ ਕਿਹਾ ਅਨਨੋਨ ਪਰਸਨ ਹੈ, ਉਹਦੀ ਡਿਗਰੀ ਨਹੀਂ ਕੁਛ ਨਹੀਂ, ਯੂ ਸਰਚ ਔਰ ਆਪ ਇੰਨਾ ਵੱਡਾ ਆਪਣਾ ਨੁਕਸਾਨ ਕਰਵਾ ਲਿਆ। ਤੁਸੀਂ ਇਸ ਚੀਜ਼ ਨੂੰ ਮੰਨੋ ਕਿ ਜੇ ਕੋਈ ਡਾਕਟਰ ਕੋਈ ਤੁਹਾਨੂੰ ਕੋਈ ਸਲਾਹ ਦੇ ਰਿਹਾ, ਮੇ ਬੀ ਤੁਹਾਡੇ ਟੈਸਟ ਵੀ ਹੋ ਰਹੇ ਹੋਣ। ਮੈਂ ਇੱਕ ਹੋਰ ਹੈ ਨਾ ਕਿ ਟੈਸਟ ਕਰਵਾ ਲਏ ਕੁਛ ਆਇਆ ਨਹੀਂ, ਯੂ ਸ਼ੁੱਡ ਬੀ ਥੈਂਕਫੁਲ, ਹੈ ਨਾ। ਇੱਦਾਂ ਨਾ ਕਹੋ ਕਿ ਤੁਹਾਡੇ ਕੁਛ ਆਏ, ਹੈ ਨਾ। ਤੁਹਾਡਾ ਨਹੀਂ ਆਇਆ ਫਿਰ ਵੀ ਉਹ ਡਾਕਟਰ ਤੁਹਾਨੂੰ ਬਹੁਤ ਅੱਛੀ ਰਾਏ ਦੇਗਾ ਔਰ ਤੁਹਾਨੂੰ 15 ਦਿਨ 'ਚ ਠੀਕ ਕਰੇਗਾ। ਉਹੀ ਟ੍ਰੀਟਮੈਂਟ ਜਿਹੜਾ ਤੁਸੀਂ 15 ਦਿਨ 'ਚ ਠੀਕ ਹੋਣਾ, ਤੁਸੀਂ 5-5 ਸਾਲ ਆਪਣੀ ਸੈਲਫ ਮੈਡੀਕੇਸ਼ਨ ਜਾਂ ਕਹਿ ਲਓ ਕਿ ਸਾਰੀਆਂ ਚੀਜ਼ਾਂ ਦੇ ਨਾਲ ਨਾ ਆਪਣੇ ਆਪ ਨੂੰ ਆਪਣੀ ਬਾਡੀ ਹੀ ਖਰਾਬ ਕਰ ਲੈਂਦੇ। ਔਰ ਉਹ ਨਾ ਤਾਂ ਉਹ ਇਨਫੈਕਸ਼ਨ ਠੀਕ ਹੁੰਦਾ ਔਰ ਤੁਸੀਂ ਕਿਸੇ ਹੋਰ ਦੂਸਰੀ ਤੀਸਰੀ ਬਿਮਾਰੀ 'ਚ ਹੀ ਪਹੁੰਚ ਜਾਂਦੇ। ਹਾਂਜੀ, ਜਿਵੇਂ ਆਪਾਂ HPV ਵਾਇਰਸ ਦੀ ਗੱਲ ਕਰਦੇ ਹਾਂ, ਹੈ ਨਾ, ਤੇ ਬਹੁਤ ਸਾਰੇ ਲੋਕਾਂ ਨੂੰ ਲੱਗਦਾ ਕਿ ਇਹਦਾ ਟ੍ਰੀਟਮੈਂਟ ਨਹੀਂ ਹੋ ਸਕਦਾ, ਹੈ ਨਾ, ਵੀ ਇਹ ਕਿਉਰੇਬਲ ਨਹੀਂ ਹੈ। ਲਿਕੋਰੀਆ ਤੋਂ ਹੀ ਅੱਗੇ ਜਾ ਕੇ ਇਹ ਵਾਇਰਸ ਬਣਦਾ ਜਾਂ ਫਿਰ ਇਹ ਤੇ ਲਿਕੋਰੀਆ ਤੇ ਇਹ ਵਾਇਰਸ ਬਿਲਕੁਲ ਅਲੱਗ ਇੱਕ ਡਿਸੀਜ਼? ਨਹੀਂ ਮੈਮ, ਜਿਹਨੂੰ ਕਹਿੰਦੇ ਨਾ ਕਿ ਇੱਕ ਨਿਗਲੈਕਟਡ ਪਾਰਟ ਆਫ ਲਿਕੋਰੀਆ ਅੱਗੇ ਲੀਡ ਕਰ ਜਾਂਦਾ, ਠੀਕ ਹੈ। ਵਾਇਰਲ ਇਨਫੈਕਸ਼ਨ ਕਿਸੇ ਨੂੰ ਇਹ ਨਹੀਂ ਹੈ ਕਿ ਜਿਹਨੂੰ ਪਹਿਲਾਂ ਲਿਕੋਰੀਆ ਦੀ ਹਿਸਟਰੀ ਨਹੀਂ ਸੀ ਉਹਨੂੰ ਨਹੀਂ ਹੋ ਸਕਦਾ, ਉਹਨੂੰ ਵੀ ਹੋ ਸਕਦਾ। ਪ੍ਰੋਨ ਕੇਸਿਸ ਉਹ ਹੁੰਦੇ ਆ ਜਿਹੜੇ ਨਿਗਲੈਕਟ ਕਰਦੇ ਆ ਆਪਣੇ ਲਿਕੋਰੀਆ ਨੂੰ, ਜਿਨ੍ਹਾਂ ਨੂੰ ਸਿੰਪਟਮ ਹੁੰਦੇ ਉਹ ਸੈਲਫ ਮੈਡੀਕੇਸ਼ਨ ਕਰਦੇ ਆ। ਅੱਜ ਦੀ ਡੇਟ 'ਚ 25 ਸਾਲ ਤੋਂ ਬਾਅਦ ਮੈਰਿਡ ਜਿਹੜੇ ਬੱਚੇ ਆ
ਉਹਨਾਂ ਨੂੰ 25 ਸਾਲ ਤੋਂ ਬਾਅਦ ਆਪਣਾ ਪੈਪ ਸਮੀਅਰ ਜ਼ਰੂਰ ਕਰਵਾਉਣਾ ਚਾਹੀਦਾ। ਜੇ ਤੁਹਾਨੂੰ ਇਨੀਸ਼ੀਅਲ ਸਟੇਜ ਤੇ ਦੇਖੋ HPV ਚ 16 ਔਰ 18 ਹੀ ਹੈ ਜਿਹੜੇ ਕਿ ਹਾਰਮਫੁਲ ਹੈ, ਜਿਹੜੇ ਕੈਂਸਰ ਕਾਜ਼ ਹੁੰਦੇ। ਜੇ ਤੁਹਾਨੂੰ ਅਰਲੀ ਸਟੇਜ ਤੇ ਪਤਾ ਚੱਲ ਜਾਏਗਾ ਤੁਹਾਡਾ ਫਾਇਦਾ, ਲੇਕਿਨ ਉਸ ਤੋਂ ਇਲਾਵਾ ਸਾਰੇ ਰਿਵਰਸੀਬਲ ਹੈ ਜੀ, ਠੀਕ ਹੈ। तो उस तो इलावा ਤੁਹਾਡੀ ਬਾਇਓਪਸੀ ਹੋ ਸਕਦੀ ਹੈ। ਇਨੀਸ਼ੀਅਲ ਮੇਰੇ ਕੋਲ ਬਹੁਤ ਪੇਸ਼ੈਂਟ ਐਸੇ ਹੈ ਜਿਨ੍ਹਾਂ ਨੂੰ ਇਨੀਸ਼ੀਅਲ ਸਟੇਜ ਤੇ ਹੀ ਕਵਰ ਕਰ ਲਿਆ ਗਿਆ, ਠੀਕ ਹੈ। ਉਹਨਾਂ ਨੂੰ ਅੱਗੇ ਜਾਣ ਦੀ ਜ਼ਰੂਰਤ ਹੀ ਨਹੀਂ ਹੈ। ਆਫਟਰ 3-4 ਇਅਰਸ ਇੱਕ ਮਤਲਬ ਤੁਸੀਂ ਇੱਕ ਜਰਨਲ ਅਵੇਅਰਨੈਸ ਕਰਕੇ, ਜਿੱਦਾਂ ਪੈਪ ਸਮੀਅਰ 'ਚ ਕੋਈ ਇੰਜੈਕਸ਼ਨ ਨਹੀਂ ਲੱਗਣਾ, ਕੁਛ ਨਹੀਂ ਹੈ, ਇੱਕ ਸਿੰਪਲ ਟੈਸਟ ਹੈ, ਯੂ ਸ਼ੁੱਡ ਗੋ ਫॉर दैट। ਐਟਲੀਸਟ ਤੁਹਾਨੂੰ ਇੰਨਾ ਤਾਂ ਪਤਾ ਲੱਗੇ ਨਾ ਕਿ ਤੁਹਾਡੇ ਕੋਈ ਵਾਇਰਸ ਜਿਹੜਾ ਹੈ ਤੁਹਾਡੀ ਬੋਡੀ ਨੂੰ ਖਰਾਬ ਕਰ ਰਿਹਾ ਜਾਂ ਕੋਈ ਚੀਜ਼ ਹੈ, ਉਹ ਜ਼ਰੂਰ ਕਰਵਾ ਲੈਣਾ ਚਾਹੀਦਾ ਔਰ ਉਹ ਕਿਉਰੇਬਲ ਹੈ। ਔਰ ਅਗਰ ਜੇ ਉਹਦੇ 'ਚ ਕੋਈ ਪ੍ਰੋਬਲਮ ਆਂਦੀ ਵੀ ਹੈ ਤਾਂ ਸਟੇਜ ਦੇ ਅਕੋਰਡਿੰਗਲੀ ਉਹਨੂੰ ਕਵਰ ਕੀਤਾ ਜਾ ਸਕਦਾ। ਹਾਂਜੀ, ਜਿਵੇਂ ਪੈਪ ਸਮੀਅਰ ਜਿਹੜਾ ਟੈਸਟ ਆ ਮੋਸਟਲੀ ਆਪਾਂ ਸਰਵੀਕਲ ਕੈਂਸਰ ਦੇ ਡਾਊਟ ਤੋਂ ਮਤਲਬ ਜਿਹੜੇ ਪੇਸ਼ੈਂਟ ਹੁੰਦੇ ਆ ਨਾ ਉਹਨਾਂ ਦਾ ਕੀਤਾ ਜਾਂਦਾ, ਤੇ ਇਹਦੇ ਬਾਰੇ ਮੈਂ ਚਾਹੁੰਦੀ ਹਾਂ ਕਿ ਤੁਸੀਂ ਖੁੱਲ੍ਹ ਕੇ ਦੱਸੋ ਕਿ ਐਗਜ਼ੈਕਟਲੀ ਤੁਹਾਨੂੰ ਕਿੰਨੇ ਟਾਈਮ ਬਾਅਦ ਇਹ ਕਰਵਾਉਣਾ ਚਾਹੀਦਾ। ਮੰਨ ਲਓ ਮੈਂ ਅੱਜ ਕਰਵਾ ਲਿਆ ਤਾਂ ਉਸ ਤੋਂ ਬਾਅਦ ਮੈਨੂੰ ਮੇਰੀ ਬੋਡੀ 'ਚ ਕੋਈ ਪ੍ਰੋਬਲਮ ਨਹੀਂ ਲੱਗਦੀ, ਕਿ ਮੈਨੂੰ ਕੰਟੀਨਿਊ ਸਾਲ ਬਾਅਦ ਜਾਂ 2 ਸਾਲ ਬਾਅਦ ਜਾਂ ਕੋਈ ਇਹੋ ਜਿਹੀ ਏਜ ਸਟੇਜ ਹੈ ਕਿ ਉਦੋਂ ਤੁਹਾਨੂੰ 6 ਮਹੀਨੇ ਬਾਅਦ ਜਾਂ ਸਾਲ ਬਾਅਦ, ਮਤਲਬ ਇੱਦਾਂ ਦਾ ਗੈਪ ਕੁਛ ਇੱਦਾਂ, ਜਾਂ ਫਿਰ ਕਈ ਵਾਰੀ ਹੁੰਦਾ ਹੈ ਕਿ ਮੈਨੂੰ ਬੋਡੀ 'ਚ ਪ੍ਰੋਬਲਮ ਫੀਲ ਹੋਈ ਪਰ ਮੈਨੂੰ ਲਕੋਰੀਆ ਨਹੀਂ ਹੋਇਆ, ਮੈਨੂੰ ਕੁਛ ਵੀ ਇੱਦਾਂ ਦਾ HPV ਵਾਇਰਸ ਦਾ ਇੱਦਾਂ ਦੇ ਕੋਈ ਮੇਰੇ 'ਚ ਲੱਛਣ ਨਹੀਂ ਆਏ, ਫਿਰ ਵੀ ਜਾ ਕੇ ਮੈਨੂੰ ਪੈਪ ਸਮੀਅਰ ਕਰਾਉਣਾ ਚਾਹੀਦਾ। ਦੇਖੋ, ਇੱਕ ਤਾਂ ਜਿਨ੍ਹਾਂ ਦੀ ਮੈਰਿਜ ਬਹੁਤ ਅਰਲੀ ਸਟੇਜ ਤੇ ਹੋ ਜਾਂਦੀ ਹੈ, ਉਹ ਸੈਕਸ਼ੁਅਲੀ ਜਲਦੀ ਐਕਟਿਵ ਹੋ ਜਾਂਦੇ ਆ, ਇੱਕ ਤਾਂ ਉਹ ਪੇਸ਼ੈਂਟਸ ਨੂੰ ਹੋ ਗਿਆ। ਸੈਕੰਡਲੀ ਜਿੱਦਾਂ ਅਸੀਂ ਕਹਿ ਰਹੇ ਹਾਂ ਕਿ ਜਿਹੜੇ ਇਹਨਾਂ ਚੀਜ਼ਾਂ 'ਚ ਜ਼ਿਆਦਾ ਇੰਡਲਜ ਹੈ ਜਾਂ ਜਿਨ੍ਹਾਂ ਨੂੰ ਪਹਿਲੀ ਕੋਈ ਹਿਸਟਰੀ ਹੈ, ਉਹਨਾਂ ਨੂੰ ਤਾਂ ਪੱਕਾ ਕਰਵਾਉਣਾ ਚਾਹੀਦਾ ਈਅਰਲੀ। ਅਦਰਵਾਈਜ਼ 25 ਤੇ ਇੱਕ ਵਾਰ ਕਰਵਾਉਣ ਤੋਂ ਬਾਅਦ ਤੁਸੀਂ ਆਪਣੇ ਗਾਇਨੋਕੋਲੋਜਿਸਟ ਨੂੰ ਇੱਕ ਵਾਰ ਈਅਰਲੀ ਵਿਜ਼ਿਟ ਕਰੋ, ਉਹ ਤੁਹਾਨੂੰ ਆਪ ਹੀ ਦੱਸ ਦੇਣਗੇ ਕਿ ਆਫਟਰ 2 ਇਅਰਸ ਜਾਂ 3 ਇਅਰਸ ਐਟਲੀਸਟ 5 ਇਅਰਸ ਯੂ ਸ਼ੁੱਡ ਗੋ ਫॉर द ਪੈਪ ਸਮੀਅਰ। ਯੂ ਸ਼ੁੱਡ ਹੈਵ ਅ ਰਿਕਾਰਡ ਕਿ ਤੁਹਾਨੂੰ ਐਸੀ ਕੋਈ ਪ੍ਰੋਬਲਮ ਨਹੀਂ ਹੈ। ਜ਼ਰੂਰੀ ਨਹੀਂ ਹੈ ਕਿ ਤੁਹਾਨੂੰ ਸਿੰਪਟਮ ਹੋਣਗੇ, ਜਿੰਨੇ ਮੈਂ ਸਿੰਪਟਮ ਦੱਸੇ ਆ ਇਹਨਾਂ ਤੋਂ ਬਗੈਰ ਵੀ ਵਾਇਰਲ ਪੋਜ਼ਿਟਿਵ ਆ ਸਕਦਾ। ਉਹਦੇ 'ਚ ਤੁਸੀਂ ਮੇਨ ਤੁਸੀਂ ਦੇਖੋ ਕਿ ਪੇਸ਼ੈਂਟ ਨੂੰ ਭੁੱਖ ਲੱਗਣਾ ਬੰਦ ਹੋ ਜਾਂਦੀ ਹੈ, ਉਹਦਾ weight ਘਟਣਾ ਸ਼ੁਰੂ ਹੋ ਜਾਂਦਾ, ਠੀਕ ਹੈ। ਉਹਨੂੰ ਕਈ ਵਾਰ ਉਹ ਸੋਚਣ ਲੱਗ ਜਾਂਦੇ ਕਿ ਥਾਇਰਾਇਡ ਹੋ ਗਿਆ ਜਾਂ ਏਜ ਫੈਕਟਰ। ਜੇ ਤੁਹਾਨੂੰ HPV ਵਾਇਰਸ ਹੈ, ਹਾਂ, ਤਦ ਵੀ ਜੇ ਤੁਹਾਨੂੰ ਲੱਗ ਰਿਹਾ ਨਾ ਕਿ ਤੁਹਾਡੇ ਕੋਈ weight ਸਡਨਲੀ ਡਾਊਨ ਗਿਆ ਜਾਂ ਭੁੱਖ ਨਹੀਂ ਲੱਗ ਰਹੀ ਜਾਂ ਇਰੀਟੇਸ਼ਨ ਲੈਵਲ ਤੁਹਾਡਾ ਥੋੜਾ ਜਿਹਾ ਜ਼ਿਆਦਾ ਹੈ, ਤਾਂ ਕਾਈਂਡਲੀ ਗੋ ਫॉर दैट। ਕੋਈ ਹਾਰਮ ਤਾਂ ਨਹੀਂ ਹੈ ਨਾ ਜੀ, ਠੀਕ ਹੈ, ਪਰ ਉਹ ਜ਼ਰੂਰ ਕਰਵਾ ਲੈਣਾ ਚਾਹੀਦਾ। ਜੇ ਵਿਜਾਈਨਲ ਡਿਸਚਾਰਜ ਹੈ ਜਾਂ ਯੈਲੋ ਡਿਸਚਾਰਜ ਬਹੁਤ ਲੌਂਗ ਟਰਮ ਤੇ ਤੁਹਾਨੂੰ ਚੱਲ ਰਿਹਾ ਜਾਂ ਈਚਿੰਗ ਦੀ ਪ੍ਰੋਬਲਮ ਹੈ ਜਾਂ ਨੀਚੇ ਦਾਣੇ ਹੈ। ਇੱਕ ਹੋਰ ਚੀਜ਼ ਹੈ ਕਿ ਵਾਰਟਸ ਹੁੰਦੇ ਆ, ਵਾਰਟ ਯਾਨੀ ਮੱਸੇ, ਹੈ ਨਾ, ਉਹ ਵਿਜਾਈਨਲ ਏਰੀਆ 'ਚ ਜੇ ਤੁਹਾਨੂੰ ਲੱਗੇ ਜਾਂ ਬੋਡੀ ਦੇ ਕਿਸੇ ਪਾਰਟ ਤੇ ਵੀ ਹੋਵੇ, ਕਾਈਂਡਲੀ ਗੋ ਫॉर द ਟੈਸਟ, ਠੀਕ ਹੈ। ਵਾਰਟਸ ਜਿਹੜਾ ਸਭ ਤੋਂ ਵਾਰਟਸ ਮਤਲਬ ਮੈਂ ਪੰਜਾਬੀ ਭਾਸ਼ਾ 'ਚ ਕਹਾਂ ਜਿੱਦਾਂ ਆਪਾਂ ਮੱਸੇ ਕਹਿ ਦਿੰਦੇ ਹਾਂ, ਜੇ ਉਹ ਤੁਹਾਡੇ ਵਿਜਾਈਨਲ ਏਰੀਆ 'ਚ, ਮੇਲ ਫੀਮੇਲ ਦੋਨਾਂ 'ਚ ਹੀ ਗੱਲ ਕਰ ਰਹੀ ਹਾਂ ਕਿ ਮੁੰਡਿਆਂ 'ਚ ਜਾਂ ਕੁੜੀਆਂ 'ਚ, ਜੇ ਇਹ ਵਾਰਟ ਦਿਖਣ ਤਾਂ ਕਾਈਂਡਲੀ ਗੋ ਫॉर दैट। ਕਿ ਇਹ ਫਸਟ ਤੁਹਾਡਾ ਜਿਹੜੀ ਚੀਜ਼ ਹੈ ਤੁਹਾਨੂੰ ਇਸ ਚੀਜ਼ ਤੋਂ ਅਵੇਅਰ ਕਰ ਦੇਗਾ ਕਿ ਤੁਸੀਂ ਉਸ ਚੀਜ਼ 'ਚ ਲੀਡ ਤਾਂ ਨਹੀਂ ਕਰ ਰਹੇ। ਹਾਂਜੀ ਮੈਮ, ਜਿੱਦਾਂ ਮੈਂ ਤੁਹਾਨੂੰ ਇੱਕ ਇਨਸੀਡੈਂਟ ਦੱਸਿਆ ਸੀਗਾ ਕਿ ਇੱਕ ਕਪਲ ਦਾ ਡਿਵੋਰਸ ਹੋਇਆ ਨਾ ਇਸ ਚੀਜ਼ ਤੇ ਕਿ ਕੁੜੀ ਨੂੰ HPV ਵਾਇਰਸ ਸੀ ਤੇ ਉਹਨੂੰ ਲੱਗਿਆ ਕਿ ਇਹ ਕਿਉਰੇਬਲ ਨਹੀਂ ਹੈਗਾ, ਇਹ ਕੱਲ੍ਹ ਨੂੰ ਪ੍ਰੋਬਲਮ ਮੇਰੇ 'ਚ ਵੀ ਆ ਸਕਦੀ ਹੈ, ਹੈ ਨਾ। ਤਾਂ ਕੀ ਸੱਚੀ ਇੱਦਾਂ ਦਾ ਇਸ਼ੂ ਬਣ ਸਕਦਾ ਕਿ ਮਤਲਬ ਇਹਦਾ ਕੋਈ ਇਲਾਜ ਨਹੀਂ ਹੈ? ਨਹੀਂ, ਇਲਾਜ ਮੈਂ ਤੁਹਾਨੂੰ ਕਿਹਾ ਨਾ, ਇਨੀਸ਼ੀਅਲ ਸਟੇਜ ਤੇ ਸਿੰਪਲ ਐਂਟੀਬਾਇਓਟਿਕਸ ਦੇ ਨਾਲ ਵੀ ਇਹ ਕਵਰ ਹੋ ਸਕਦਾ। HPV HIV 'ਚ ਬਹੁਤ ਫਰਕ ਹੈ। HPV ਜਿਹੜਾ ਇਨਫੈਕਸ਼ਨ ਹੈ ਇਹ ਜਸਟ ਇੱਕ ਸਰਵਾਈਕਲ ਕੈਂਸਰ ਦੇ ਟੈਸਟ ਦੀ ਤਰ੍ਹਾਂ ਅਸੀਂ ਲੈਂਦੇ ਹਾਂ। ਤੇ ਇਹਦੀ ਅਵੇਅਰਨੈਸ 'ਚ ਮੈਂ ਇੱਕ ਗੱਲ ਹੋਰ ਕਹਿਣਾ ਚਾਹੁੰਦੀ ਹਾਂ ਕਿ ਆਪਣੀਆਂ ਬੱਚੀਆਂ ਨੂੰ 9 ਸਾਲ ਤੋਂ ਬਾਅਦ ਜਾਂ 12 ਸਾਲ ਤੋਂ ਬਾਅਦ ਵੈਕਸੀਨੇਸ਼ਨ ਜ਼ਰੂਰ ਕਰਾਉਣੀ ਹੈ। ਇਹਦੀਆਂ 3 ਡੋਜ਼ਸ ਹੁੰਦੀਆਂ, 0, 2 ਔਰ ਉਸ ਤੋਂ ਬਾਅਦ 6 ਮਹੀਨੇ ਬਾਅਦ, ਮਤਲਬ ਕਿ ਤੁਸੀਂ ਪਹਿਲੀ ਤੋਂ ਬਾਅਦ 2 ਮਹੀਨੇ ਬਾਅਦ ਫਿਰ 6 ਮਹੀਨੇ ਬਾਅਦ ਇਹ 3 ਵੈਕਸੀਨੇਸ਼ਨ ਜ਼ਰੂਰ ਕਰਵਾਓ। ਇਹ ਤੁਸੀਂ 12 ਸਾਲ ਤੋਂ ਲੈ ਕੇ 45 ਤੱਕ, ਠੀਕ ਹੈ, ਕਰਵਾ ਸਕਦੇ ਹੋ। ਜੇ ਕਿਸੇ ਨੇ ਪ੍ਰੈਗਨੈਂਸੀ ਪਲਾਨ ਕਰਨੀ ਹੈ ਤਾਂ ਆਪਣੇ ਗਾਇਨੋਕੋਲੋਜਿਸਟ ਨਾਲ ਗੱਲ ਕਰ ਲਓ, ਉਹਨਾਂ ਨੂੰ ਪੁੱਛੇ ਬਗੈਰ ਨਹੀਂ, ਕਿਉਂਕਿ ਜੇ ਤੁਸੀਂ ਰੀਸੈਂਟ ਵੈਕਸੀਨੇਸ਼ਨ ਇਹ ਲਈ ਹੈ ਕਿ ਤੁਸੀਂ ਅਬਰੋਡ 'ਚ ਜਾਣਾ ਹੈ ਜਾਂ ਕਿਸੇ ਵੀ ਰੀਜ਼ਨ ਕਰਕੇ, ਤਾਂ ਪ੍ਰੈਗਨੈਂਸੀ ਪਲਾਨ ਕਰਨ ਤੋਂ ਪਹਿਲਾਂ ਆਪਣੇ ਗਾਇਨੋਕੋਲੋਜਿਸਟ ਨਾਲ ਜ਼ਰੂਰ ਕਰ ਲੈਣਾ ਕਿ ਅਸੀਂ ਇਹ ਵੈਕਸੀਨੇਸ਼ਨ ਲਈ ਹੈ। ਇਹ ਬੱਚਿਆਂ ਨੂੰ ਤੁਹਾਨੂੰ ਜੇ ਤੁਹਾਡੇ ਘਰ 'ਚ ਕਿਸੇ ਨੂੰ ਪ੍ਰੀਵੀਅਸ ਹਿਸਟਰੀ ਹੈ ਕੈਂਸਰ ਦੀ ਤਦ ਵੀ ਔਰ ਨਹੀਂ ਹੈ ਤਦ ਵੀ, ਬੱਚਿਆਂ ਨੂੰ ਇਹ ਵੈਕਸੀਨੇਸ਼ਨ ਜ਼ਰੂਰ ਕਰਵਾਓ। ਇਹ ਮਸਟ ਹੈ ਅੱਜ ਦੀ ਡੇਟ 'ਚ ਜੋ ਤੁਹਾਡੀ ਅਵੇਅਰਨੈਸ ਹੈ। ਔਰ ਉਹਦਾ 16 ਔਰ 18 ਮੈंने ਕਿਹਾ ਕਿ ਉਹ ਥੋੜ੍ਹੀਆਂ ਜਿਹੀਆਂ ਸਟੇਜਸ ਐਡਵਾਂਸ ਹੁੰਦੀਆਂ, ਉਸ ਤੋਂ ਪਹਿਲਾਂ ਆਰਾਮ ਨਾਲ। ਇੱਕ ਜਿਹੜਾ ਤੁਸੀਂ ਡਿਵੋਰਸ ਦੀ ਗੱਲ ਕੀਤੀ ਮੈਨੂੰ ਯਾਦ ਆ ਗਿਆ, ਕਾਈਂਡਲੀ ਮੇਰਾ ਮੈਸੇਜ ਜ਼ਰੂਰ ਦੇਣਾ, ਹੈ ਨਾ, ਕਿ ਜਦੋਂ ਤੁਸੀਂ ਕਿਸੇ ਨਾਲ ਵੀ ਮੈਰਿਜ ਕਰਦੇ ਹੋ ਨਾ, ਇੱਕ ਕਮਿਟਮੈਂਟ ਹੁੰਦੀ ਹੈ। ਤੁਸੀਂ ਇਹ ਸੋਚ ਕੇ ਤਾਂ ਨਹੀਂ ਕਰਦੇ ਕਿ ਇਹਦੇ ਤੋਂ ਬੇਬੀ ਹੋਣਗੇ,
ਹੈ ਨਾ, ਜਾਂ ਇਹਦੇ ਤੋਂ ਕਿ ਇਹਨੂੰ ਕਦੇ ਕੋਈ ਲਾਈਫ 'ਚ ਬਿਮਾਰੀ ਨਹੀਂ ਹੋਏਗੀ, ਹੈ ਨਾ, ਕਿਸੇ ਨੂੰ ਵੀ ਹੋ ਸਕਦੀ ਹੈ ਕਿ, ਹੈ ਨਾ। ਮੈਂ ਹੁਣ ਇੱਕ ਪਿੱਛੇ ਇੰਸੀਡੈਂਟਸ ਦੱਸਦੀ ਹਾਂ, ਔਰ ਮੈਂ ਦੱਸਣਾ ਵੀ ਚਾਹੁੰਦੀ ਸੀ। ਇੱਕ ਮੇਰੀ ਬਹੁਤ ਅੱਛੀ ਪੇਸ਼ੈਂਟ ਆ, ਵੈਰੀ ਇਨੋਸੈਂਟ, ਬਹੁਤ ਜਿਹਨੂੰ ਕਹਿੰਦੇ ਨਾ, ਮੈਂ ਸ਼ਾਇਦ ਇਮੋਸ਼ਨਲ ਵੀ ਹਾਂ। ਉਹ ਬੱਚੀ ਮੈਨੂੰ, ਔਰ ਉਹਦਾ ਫੋਨ ਮੈਨੂੰ ਆਇਆ ਅੰਮ੍ਰਿਤਸਰ ਦੀ ਸਾਈਡ ਤੋਂ, ਮੈਂ ਨਾਮ ਨਹੀਂ ਲਊਂਗੀ, ਲੇਕਿਨ ਤੁਸੀਂ ਦੇਖੋ ਬੱਚੀ ਦੀ ਮੈਰਿਜ ਨੂੰ ਹਜੇ 1 ਸਾਲ ਹੋਇਆ। ਉਹ ਕੀ ਉਹਦੀ ਗਲਤੀ ਹੋ ਗਈ ਕਿ ਉਹਦਾ ਇੱਕ ਸਿੰਪਲ ਅਲਟਰਾਸਾਊਂਡ ਸੀ, ਉਹਦੇ 'ਚ PCOD ਆਇਆ। ਉਹਨੇ ਆਪਣੀ ਮਦਰ ਇਨ ਲਾਅ ਨਾਲ ਸ਼ੇਅਰ ਕੀਤਾ, ਉਹ ਰਿਪੋਰਟ ਉਹਦੇ ਹਸਬੈਂਡ ਕੈਨੇਡਾ 'ਚ ਬੈਠੇ ਆ, ਉੱਥੇ ਪਹੁੰਚ ਗਈ, ਔਰ ਉਹਨਾਂ ਨੇ ਇਮੀਡੀਏਟਲੀ ਬਲੌਕ ਕਰਤਾ। ਅੱਛਾ ਜੀ। ਕਮਾਲ ਨਹੀਂ, PCOD ਐਸਾ ਕੋਈ ਪ੍ਰੋਬਲਮ ਨਹੀਂ ਹੈ ਜਿਹਦੇ ਨਾਲ ਬੇਬੀ ਨਹੀਂ ਹੋ ਸਕਦਾ। ਔਰ ਇੱਕ ਹੈਲਦੀ ਕਪਲ ਜਿਨ੍ਹਾਂ 'ਚ ਕੋਈ ਪ੍ਰੋਬਲਮ ਨਹੀਂ ਹੈ, ਕਈ ਵਾਰ ਪ੍ਰੈਗਨੈਂਸੀ ਉਹਨਾਂ ਨੂੰ ਵੀ ਨਹੀਂ ਹੁੰਦੀ ਜੀ, ਬਿਲਕੁਲ, ਹੈ ਨਾ। ਤਾਂ ਇਹ ਤਾਂ ਕੋਈ ਰੀਜ਼ਨ ਹੀ ਨਹੀਂ ਹੋਇਆ ਨਾ। ਤੁਸੀਂ ਇੰਨਾ ਮਤਲਬ ਤੁਸੀਂ ਹਾਰਸ਼ ਹੋ ਸਕਦੇ ਹੋ ਕਿਸੇ ਲਈ। ਔਰ ਤੁਸੀਂ ਇਹ ਦੇਖੋ ਕਿ ਪਰਮਾਤਮਾ ਨਾ ਕਰੇ ਕੱਲ ਨੂੰ ਤੁਹਾਨੂੰ ਕੋਈ ਪ੍ਰੋਬਲਮ ਹੋ ਜਾਏ, ਉਹ ਛੱਡੇਗੀ ਕਦੇ ਵੀ ਨਹੀਂ। ਕੁੜੀਆਂ ਇਸ ਤਰ੍ਹਾਂ, ਮਤਲਬ ਲਾਈਫ ਪਾਰਟਨਰ ਚਾਹੇ ਲੜਕੀ ਹੈ ਚਾਹੇ ਲੜਕਾ, ਐਟਲੀਸਟ ਤੁਸੀਂ ਉਹਨਾਂ ਦੀ ਕੰਡੀਸ਼ਨ ਦੇਖ ਕੇ ਇੰਨੇ ਡਰਾਸਟਿਕ ਡਿਸੀਜਨ ਨਾ ਲਓ। ਤੁਸੀਂ ਗੂਗਲ ਕਰਕੇ, ਯੂ ਆਰ ਜਸਟ ਇੰਟਰਨੈਟ 'ਤੇ ਤੁਸੀਂ ਕੁਝ ਪੜ੍ਹ ਲਿਆ, ਔਰ ਤੁਸੀਂ ਕਿਉਂ ਨਹੀਂ ਡਾਕਟਰ ਨਾਲ ਕੰਸਲਟ ਕਰ ਰਹੇ ਕਿ ਇਹ ਚੀਜ਼ ਹੋ ਸਕਦੀ ਹੈ। ਇਹ ਨੋਰਮਲ ਹੈ, ਬਿਲਕੁਲ ਨੋਰਮਲ ਹੈ। ਮੇਰੇ ਕੋਲ ਹੁਣ ਪਿਛਲੇ ਮਹੀਨੇ 1 ਜਨਵਰੀ ਨੂੰ ਮੈਮ ਮੇਰੇ ਕੋਲ ਪੇਸ਼ੈਂਟ ਆਇਆ ਸੀ, ਉਹਨੂੰ PCOD ਦੀ ਪ੍ਰੋਬਲਮ ਸੀ। ਉਹਨੇ ਕਿਸੇ ਹਾਇਰ ਇੰਸਟੀਚਿਊਟ ਤੋਂ ਡਰਿਲਿੰਗ ਵਗੈਰਾ ਵੀ ਕਰਵਾ ਲਈ ਸੀ, ਤਦ ਵੀ ਕਨਸੀਵ ਨਹੀਂ ਹੋਈ ਉਹ ਬੱਚੀ, ਠੀਕ ਹੈ। ਉਹ ਮੇਰੇ ਕੋਲ ਆਈ, ਬੜੇ ਪਿਆਰ ਨਾਲ ਆਰਾਮ ਨਾਲ ਅਸੀਂ ਗੱਲ ਕੀਤੀ, ਇੱਕ ਸਿੰਪਲ ਮੈਡੀਸਨ ਦੇ ਨਾਲ 1 ਮਹੀਨੇ 'ਚ 3 ਫੈਬ ਨੂੰ ਉਹਦਾ ਪੋਜ਼ਿਟਿਵ ਆ ਗਿਆ। ਮੈਂ ਤੁਹਾਨੂੰ ਉਹਦੀਆਂ ਰਿਪੋਰਟਸ ਦਿਖਾ ਸਕਦੀ ਹਾਂ। ਇੰਨਾ ਵੱਡਾ ਇਸ਼ੂ ਨਹੀਂ ਹੈ ਜਿੰਨਾ ਤੁਸੀਂ ਸਭ ਨੇ ਬਣਾਇਆ ਹੋਇਆ, ਔਰ ਜੇ ਹੈ ਵੀ ਹੈ ਤੁਹਾਨੂੰ ਮਿਲ ਕੇ ਸੋਲਵ ਕਰਾਂਗੇ। ਡਿਵੋਰਸ ਤਾਂ ਉਹਦਾ ਹੱਲ ਨਹੀਂ ਹੈ। ਤੁਸੀਂ ਅਗਲੇ ਪਾਰਟਨਰ ਤੋਂ ਕੀ ਐਕਸਪੈਕਟ ਕਰ ਰਹੇ ਹੋ, ਗਾਰੰਟੀ ਹੈ ਜੀ? ਬਿਲਕੁਲ। ਔਰ ਦੇਖੋ ਤਦ ਹੀ ਮੈਨੂੰ ਲੱਗਦਾ ਨਾ ਕਿ ਬਹੁਤ ਸਾਰੀਆਂ ਕੁੜੀਆਂ ਨੇ ਜਿਹੜੀਆਂ ਛੋਟੀ ਹੋਵੇ ਪ੍ਰੋਬਲਮ ਚਾਹੇ ਵੱਡੀ, ਉਹ ਡਾਕਟਰ ਨੂੰ ਕੰਸਲਟ ਕਰਨ ਤੋਂ ਡਰਦੀਆਂ। ਔਰ ਤੁਸੀਂ ਇਹ ਦੇਖੋ ਕਿ ਤੁਸੀਂ ਉਸ ਬੱਚੀ ਤੋਂ ਇਹ ਮੈਸੇਜ ਦਿੱਤਾ ਕਿ ਜੇ ਕਦੇ ਕਿਸੇ ਨੂੰ ਪ੍ਰੋਬਲਮ ਹੈ ਨਾ ਤਾਂ ਇਨ-ਲॉज ਨਾਲ ਜਾਂ ਹਸਬੈਂਡ ਨਾਲ ਸ਼ੇਅਰ ਨਹੀਂ ਕਰਨਾ, ਹੈ ਨਾ। ਨਹੀਂ ਨਾ, ਦਿਸ ਇਜ਼ ਰੀਅਲੀ ਵੈਰੀ ਰੋਂਗ। ਔਰ ਅਗਰ ਤੁਹਾਡੇ ਬੀ ਸੋਸ਼ਲ ਤੋਂ ਇਹ ਮੈਸੇਜ ਉਹ ਵੀਰ ਜੀ ਤੱਕ ਜਾ ਰਿਹਾ, ਹੀ ਇਜ਼ ਇਨ ਕੈਨੇਡਾ, ਤਾਂ ਕਾਈਂਡਲੀ ਟਾਕ ਟੂ ਹਰ। ਮੈਨੂੰ ਨਹੀਂ ਦਿਖਾਣਾ, ਕਿਸੇ ਵੀ ਅੱਛੇ ਡਾਕਟਰ ਨੂੰ ਮਿਲਣਾ। ਐਸੀ ਕੋਈ ਪ੍ਰੋਬਲਮ ਨਹੀਂ ਹੈ ਕਿ ਤੁਸੀਂ ਇਸ ਛੋਟੀ ਜਿਹੀ ਰੀਜ਼ਨ ਕਰਕੇ, ਔਰ ਤੁਸੀਂ ਦੇਖੋ ਸਜ਼ਾ ਕਿੰਨੀ ਵੱਡੀ ਹੈ ਬੱਚੇ ਦੇ ਨਾਲ। ਉਹਦੇ ਤਾਂ ਹਜੇ ਚਾਅ ਵੀ ਨਹੀਂ ਪੂਰੇ ਹੋਏ, ਬਿਲਕੁਲ, ਹੈ ਨਾ। ਚੂੜਾ ਉਸਨੇ ਬੱਚੇ ਨੇ ਡਾਲਾ ਹੁਆ ਹੈ ਕਿ ਤੁਹਾਡੀਆਂ ਭੈਣਾਂ ਵੀ ਹੈਗੀਆਂ ਸਰ, ਕੱਲ ਨੂੰ ਤੁਹਾਡੀ ਵੀ ਫੈਮਿਲੀ ਵਧਣੀ ਹੈ। ਕਦੇ ਕਿਸੇ ਨਾਲ ਨਾ ਹੋਏ, ਕਦੇ ਕਿਸੇ ਨਾਲ ਨਾ ਹੋਏ। ਮੈਂ ਕਦੇ ਕਿਸੇ ਨੂੰ ਇਹ ਨਹੀਂ ਕਹਿੰਦੀ ਕਿ ਜੇ ਤੁਸੀਂ ਇੱਦਾਂ ਕਰ ਰਹੇ ਹੋ ਤੁਹਾਡੀ, ਨਹੀਂ, ਇਹ ਵੀ ਮੈਂ ਐਜ਼ ਅ ਲੇਡੀ ਬਹੁਤ ਗਲਤ ਗੱਲ ਹੈ ਕਿ ਇੱਦਾਂ ਹੋਏ। ਤੁਹਾਡੇ 'ਚ ਹੀ ਕੋਈ ਮੈਡੀਕਲ ਇਲਨੈਸ ਆ ਜਾਏ, ਅੱਜ ਕੱਲ੍ਹ ਤਾਂ 100 ਚੀਜ਼ਾਂ, ਤਾਂ ਐਟਲੀਸਟ ਇਹ ਚੀਜ਼ਾਂ ਨਹੀਂ, ਹੈ ਨਾ। ਇੰਨਾ ਨਾ ਤੁਸੀਂ ਉਹ ਕਰੋ ਕਿ ਲਾਈਫ ਪਾਰਟਨਰ ਹੈ ਨਾ, ਸੁੱਖ ਦੁੱਖ ਸਭ ਆਉਣਾ, ਬਿਲਕੁਲ, ਹੈ ਨਾ। ਤਾਂ ਮੈਂ ਉਹਨੂੰ ਮੈਡੀਕਲੀ ਟਰੀਟ ਕਰਨ ਦੀ ਕੋਸ਼ਿਸ਼ ਕਰੋ। ਦਿਸ ਇਜ਼ ਵੈਰੀ ਰੋਂਗ। ਇਹ ਮੈਨੂੰ ਮਤਲਬ ਮੈਨੂੰ ਨਾ ਇਹ ਚੀਜ਼ ਨੇ ਬਹੁਤ ਹਰਟ ਕੀਤਾ ਕਿ ਕੀ ਫਾਇਦਾ ਤੁਹਾਡੇ ਪੜ੍ਹੇ ਲਿਖੇ ਹੋਣ ਦਾ, ਤੁਸੀਂ ਜਾ ਕੇ ਉੱਥੇ ਸੈਟਲ ਵੀ ਹੋ ਗਏ, ਇੰਨੀ ਤੁਸੀਂ ਕਹਿੰਦੇ ਹੋ ਅਸੀਂ ਐਡਵਾਂਸ ਕੰਟਰੀ 'ਚ ਬੈਠੇ ਹੋ, ਤੁਸੀਂ ਇੱਕ ਬੇਸਿਕ ਚੀਜ਼ ਕਿਸੇ ਬੱਚੇ ਦੀ ਨਹੀਂ ਸਮਝ ਸਕੇ। ਕੋਈ ਫਾਇਦਾ ਨਹੀਂ ਹੋਣਾ ਇਸ ਪੈਸੇ ਦਾ। ਬਿਲਕੁਲ। ਦੇਖੋ ਅੱਜ ਕੱਲ੍ਹ ਨਾ ਇਹੀ ਚੀਜ਼ ਹੈ ਕਿ ਜਦੋਂ ਸਾਨੂੰ ਕਿਸੇ ਦੀ ਇੱਕ ਕਮਜ਼ੋਰੀ ਪਤਾ ਲੱਗ ਜਾਂਦੀ ਹੈ ਨਾ, ਖਾਸ ਕਰਕੇ ਬੱਚਿਆਂ ਵਾਲੇ ਮਾਮਲੇ, ਹਾਂਜੀ, ਬੱਚਿਆਂ ਵਾਲੇ ਮਾਮਲਿਆਂ 'ਚ ਅਸੀਂ ਇੰਨੇ ਜ਼ਿਆਦਾ ਮਤਲਬ ਅਸੀਂ ਨੈਰੋ ਮਾਈਂਡਡ ਆ ਨਾ ਕਿ ਸਾਨੂੰ ਹਮੇਸ਼ਾ ਲੱਗਦਾ ਕਿ ਜੇ ਬੱਚਾ ਨਹੀਂ ਹੋ ਰਿਹਾ ਤਾਂ ਸਵਾਲ ਹਮੇਸ਼ਾ ਫੀਮੇਲ 'ਤੇ ਚੁੱਕ ਸਕਦੇ ਹਾਂ। ਤੁਸੀਂ ਕਿਸੇ ਨੂੰ ਮਿਲਦੇ ਹੋ, ਤੁਸੀਂ ਆਪਣੇ ਰਿਸ਼ਤੇਦਾਰਾਂ 'ਚ ਜਾਂਦੇ ਹੋ, ਤਾਂ ਕਦੀ ਕੋਈ ਬੰਦਾ ਮੇਲ ਨੂੰ ਸਵਾਲ ਨਹੀਂ ਕਰਦਾ ਕਿ ਤੁਹਾਡੇ ਬੱਚਾ ਨਹੀਂ ਹੋ ਰਿਹਾ। ਉਹ ਹਮੇਸ਼ਾ ਆ ਕੇ ਫੀਮੇਲ ਨੂੰ ਕਰਨਗੇ, ਹੈ ਨਾ। ਅਤੇ ਫਿਰ ਤੁਸੀਂ ਕਹਿੰਦੇ ਹੋ ਕਿ ਉਹ ਕਨਸੀਵ ਵੀ ਕਰੇ, ਜਿਹਨੂੰ ਤੁਸੀਂ ਇੰਨਾ ਜ਼ਿਆਦਾ ਸਟਰੈਸ ਦੇ ਰਹੇ ਹੋ, ਜਿਹਨੂੰ ਤੁਸੀਂ ਪਹਿਲੇ ਦਿਨ ਇਹ ਸਮਝਾਤਾ ਕਿ ਜੇ ਬੱਚਾ ਹੋਏਗਾ ਤਾਂ ਤੇਰੀ ਇਸ ਘਰ 'ਚ ਵੈਲਿਊ ਆ, ਹੈ ਨਾ। ਅਤੇ ਉਹ ਬੰਦਾ ਕਿੱਦਾਂ ਮਤਲਬ ਇੱਕ ਬੱਚੇ ਲਈ ਤਿਆਰ ਹੋਊਗਾ? ਮੈਨੂੰ ਲੱਗਦਾ ਉਹ ਤਾਂ ਕਨਸੀਵ ਕਰ ਵੀ ਜਾਂਦਾ ਤਾਂ ਉਹ ਕਿੰਨਾ ਸਟਰੈਸ ਉਹਦੀਆਂ ਵਾਈਫਸ ਨੇ ਜਿਹੜੀਆਂ ਉਸ ਬੱਚੇ ਨੂੰ ਜਾ ਰਹੀਆਂ ਨੇ। ਹਾਂਜੀ। ਅਤੇ ਇਸੇ ਚੀਜ਼ ਨਾਲ ਜੁੜੀ ਹੋਈ ਇੱਕ ਚੀਜ਼ ਮੈਂ ਤੁਹਾਨੂੰ ਹੋਰ ਪੁੱਛਣਾ ਚਾਹੁੰਦੀ ਹਾਂ, ਜਿਵੇਂ ਮੰਨ ਲਓ ਕਿ ਕਿਸੇ ਦਾ ਪਹਿਲਾ ਬੱਚਾ ਕੁੜੀ ਆ, ਹੈ ਨਾ, ਅਤੇ ਸੈਕਿੰਡ ਟਾਈਮ ਕੁੜੀਆਂ ਡਰਦੀਆਂ ਨੇ ਦੂਜਾ ਬੱਚਾ ਕਰਨ ਤੋਂ, ਨਾ ਉਹਨਾਂ ਨੂੰ ਲੱਗਦਾ ਹੁੰਦਾ ਕਿ ਸਾਡੇ 'ਤੇ ਇੱਕ ਪ੍ਰੈਸ਼ਰ ਹੈ ਕਿ ਮੇਲ ਚਾਈਲਡ ਹੀ ਹੋਣਾ ਚਾਹੀਦਾ ਅਗਲੀ ਵਾਰੀ, ਹੈ ਨਾ। ਇਹ ਚੀਜ਼ ਹੋਣੀ ਚਾਹੀਦੀ ਹੈ ਤੁਹਾਨੂੰ ਲੱਗਦਾ ਹੈ? ਨਹੀਂ, ਤੁਸੀਂ ਮੈਂ ਪਿਛਲੀ ਇੰਟਰਵਿਊ 'ਚ ਵੀ ਕਿਹਾ ਸੀ ਕਿ ਬੇਬੀ 1 ਕਰ ਲਓ, 2 ਕਰ ਲਓ, ਲੇਕਿਨ ਇਸ ਸਟਰੈਸ 'ਚ ਨਾ ਕਰੋ। ਤੁਸੀਂ ਇੱਕ ਆਪਣੇ ਜਿਹੜਾ ਤੁਹਾਡਾ ਬੜਾ ਬੱਚਾ ਹੈ ਉਹਦੇ ਲਈ ਇੱਕ ਫਰੈਂਡ ਜਾਂ ਇੱਕ ਅੱਛੀ ਫੈਮਿਲੀ ਲੈ ਕੇ ਆਉਣਾ ਚਾਹੁੰਦੇ ਹੋ ਤਾਂ ਇਸ ਪ੍ਰੈਸ਼ਰ 'ਚ ਨਾ ਆਓ। ਇੰਨੀ ਹੁਣ ਦੇਖੋ ਮੈਂ ਐਜ਼ ਅ ਡਾਕਟਰ ਬੈਠੀ ਹਾਂ ਜੀ,
ਹੈ ਨਾ। ਅਸੀਂ ਵੀ ਦੋਨੋਂ ਸਿਸਟਰਸ ਹਾਂ। ਅੱਜ ਤੋਂ 25 ਸਾਲ ਪਹਿਲਾਂ ਜੇ ਮੇਰੇ ਫਾਦਰ ਸਮਝ ਸਕਦੇ ਆ ਕਿ ਐਡੀ ਵੱਡੀ ਗੱਲ ਨਹੀਂ ਸੀਗੀ, ਤਾਂ ਮੈਨੂੰ ਨਹੀਂ ਲੱਗਦਾ ਕਿ ਅੱਜ ਕੱਲ੍ਹ ਦੇ ਪੜ੍ਹੇ ਲਿਖੇ ਬੱਚੇ, ਦੇਖੋ ਮੇਰੇ ਫਾਦਰ ਵੀ ਬਹੁਤ ਅੱਛੀ ਪੋਸਟ ਤੋਂ ਰਿਟਾਇਰਡ ਹੈ, ਲੇਕਿਨ ਮੈਨੂੰ ਉਹਨਾਂ ਨੇ ਬਹੁਤ ਅੱਛੇ ਤਰੀਕੇ ਨਾਲ ਦੋਨਾਂ ਸਿਸਟਰਸ ਨੂੰ ਪਾਲਿਆ। ਨਹੀਂ, ਇਹ ਚੀਜ਼ ਨਾ ਤੁਸੀਂ ਦੇਖੋ ਨਾ 9 ਮੰਥ ਸਾਹ ਸੁੱਕ ਜਾਂਦਾ ਬੱਚਿਆਂ ਦਾ ਕਿ ਹੈ ਨਾ। ਔਰ ਮੇਰੇ ਕੋਲ ਤਾਂ ਬਹੁਤ ਵਾਰ ਇੱਦਾਂ ਸੀ ਕਿ ਪੇਸ਼ੈਂਟ ਮੈਨੂੰ ਨਾ ਹੱਥ ਫੜ ਕੇ ਇਸ ਤਰ੍ਹਾਂ ਕਿ ਮੈਡਮ ਕੀ ਹੋਏਗਾ, ਮੈਂ ਕਿਹਾ ਨਹੀਂ ਇਹਨਾਂ ਚੀਜ਼ਾਂ 'ਚ ਮੈਂ ਇੰਡਲਜ ਨਹੀਂ ਹੁੰਦੀ ਬੇਟਾ, ਪਰ ਪਰਮਾਤਮਾ 'ਤੇ ਵਿਸ਼ਵਾਸ ਰੱਖੋ, ਸਭ ਠੀਕ ਹੋਏਗਾ। ਪਹਿਲੀ ਚੀਜ਼ ਤੁਸੀਂ ਇਹ ਕਿਹਾ ਕਰੋ ਕਿ ਬੱਚਾ ਸਾਡਾ ਮੈਂਟਲੀ ਔਰ ਫਿਜ਼ੀਕਲੀ ਹੈਲਦੀ ਹੈ। ਤੁਸੀਂ ਇਸ ਚੀਜ਼ ਦਾ ਸਟ੍ਰੈਸ ਜਦੋਂ ਪਾਉਂਦੇ ਹੋ ਤੁਹਾਡੇ, ਔਰ ਉਹ ਸਾਰਾ ਤੁਹਾਡੇ ਆਪਣੇ ਹੀ ਫੈਮਿਲੀ ਦੇ ਬੱਚੇ 'ਤੇ ਜਾ ਰਿਹਾ ਜਿਹਨੇ ਹਜੇ ਆਉਣਾ ਦੁਨੀਆ 'ਚ, ਇਹ ਚੀਜ਼। ਔਰ ਮੈਂ ਤਾਂ ਹੁਣ ਨਾ ਇਹ ਵੀ ਦੇਖ ਲਿਆ ਮੈਮ ਕਿ ਜਿਨ੍ਹਾਂ ਦੇ ਫਸਟ ਫੀਮੇਲ ਚਾਈਲਡ ਹੈ ਨਾ, ਉਹ ਦੂਸਰਾ ਚਾਂਸ ਹੀ ਨਹੀਂ ਲੈਂਦੇ। ਬਿਲਕੁਲ, ਮੇਲ ਵਾਲੇ ਵੀ ਨਹੀਂ ਲੈਂਦੇ, ਹੁਣ ਤਾਂ ਫੀਮੇਲ ਵਾਲੇ ਵੀ ਇਸ ਚੀਜ਼ 'ਚ ਕਿ ਜੇ ਦੂਸਰਾ ਬੇਬੀ ਆ ਗਿਆ ਤਾਂ ਅਸੀਂ ਸਭ ਨੂੰ ਆਨਸਰ ਕਰਦੇ ਫਿਰਾਂਗੇ, ਹੈ ਨਾ। ਇਹ ਚੀਜ਼ ਨਹੀਂ, ਇਹ ਨਹੀਂ ਹੋਣੀ ਚਾਹੀਦੀ। ਔਰ ਫਸਟ ਬੇਬੀ ਵੀ ਇਹ ਗਰਲ ਆਉਂਦਾ ਤਾਂ ਤੁਸੀਂ ਕਬੀਲਦਾਰੀ ਵਰਗੀ ਜਾਂ ਇਸ ਤਰ੍ਹਾਂ ਦੇ ਵਰਡਸ ਨਾ ਯੂਜ਼ ਕਰੋ। ਯੂ ਸ਼ੁੱਡ ਵੈਲਕਮ। ਪਤਾ ਨਹੀਂ ਬੱਚਾ ਬਹੁਤ ਹੀ ਤੁਹਾਡੀ ਫੈਮਿਲੀ ਲਈ ਇੱਕ ਕਹਿ ਲਓ ਕਿ ਅੱਛਾ ਮੂਵਮੈਂਟ ਲੈ ਕੇ ਆਇਆ, ਉਹਨੂੰ ਵੈਲਕਮ ਕਰਨਾ ਚਾਹੀਦਾ। ਹਾਂਜੀ, ਜਿਵੇਂ ਆਪਣੀ ਇਸ ਚੀਜ਼ ਨਾਲ ਜੁੜੀ ਹੋਈ ਇੱਕ ਚੀਜ਼, ਜਿਵੇਂ ਵੀ ਮੰਨ ਲਓ ਕਿ ਲਕੋਰੀਆ ਤੇ ਤੁਸੀਂ ਇਗਨੋਰ ਕੀਤਾ, ਤੁਸੀਂ ਟ੍ਰੀਟਮੈਂਟ ਨਹੀਂ ਲਿਆ, ਹੈ ਨਾ। ਤੁਸੀਂ HPV ਤੇ ਵੀ ਤੁਸੀਂ ਕਦੀ ਮੈਡੀਸਨ ਲੈ ਲਈ। ਜਿਵੇਂ ਕਈਆਂ ਨੂੰ ਫੰਗਲ ਇਨਫੈਕਸ਼ਨ ਦਾ ਵੀ ਇਹ ਹੁੰਦਾ ਕਿ ਜਦੋਂ 15 ਕੁ ਦਿਨ ਹੁੰਦੀ ਹੈ ਤਾਂ ਉਨੇ ਦਿਨ ਮੈਡੀਸਨ ਖਾ ਲਈ ਜਾਂ ਉਨੇ ਦਿਨ ਆਪਣੀ ਥੋੜ੍ਹੀ ਜਿਹੀ ਚੰਗੀ ਸਾਫ਼ ਸਫਾਈ ਰੱਖ ਲਈ, ਫਿਰ ਉਸ ਤੋਂ ਬਾਅਦ ਜਦੋਂ ਤੱਕ ਨਹੀਂ ਹੁੰਦੀ ਤਾਂ ਅਸੀਂ ਮੈਡੀਸਨ ਛੱਡ ਦਿੰਦੇ ਹਾਂ ਨਾ। ਅਤੇ ਕਈ ਵਾਰੀ ਇਹੀ ਚੀਜ਼ਾਂ ਜਾ ਕੇ ਅੱਗੇ ਸਰਵੀਕਲ ਕੈਂਸਰ 'ਚ ਹੋ ਜਾਂਦੀਆਂ ਨੇ, ਹੈ ਨਾ। ਤਾਂ ਉਹ ਕਿਸ ਸਟੇਜ 'ਤੇ, ਮਤਲਬ ਜੇ ਅਸੀਂ ਡਾਇਗਨੋਜ਼ ਨਹੀਂ ਕਰਵਾਉਂਦੇ, ਜਾ ਕੇ ਡਾਕਟਰ ਨੂੰ ਨਹੀਂ ਮਿਲਦੇ, ਸਾਨੂੰ ਨਹੀਂ ਪਤਾ ਲੱਗਦਾ ਕਿ ਸਾਡੇ ਬਾਹਰੋਂ ਵੀ ਪਤਾ ਇਸ ਚੀਜ਼ ਦਾ, ਮਤਲਬ ਮੈਂ ਪਹਿਲਾਂ ਇਹਦੇ ਪ੍ਰੀਕਾਸ਼ਨਸ ਵੀ ਦੱਸਣਾ ਚਾਹਾਂਗੀ, ਹੈ ਨਾ। ਜਿਹੜੇ ਲਿਕੋਰੀਆ ਦੇ ਰੀਜ਼ਨ ਹੈ ਜੀ, ਪਹਿਲਾਂ ਤਾਂ ਹਾਰਮੋਨਲ ਰੀਜ਼ਨ ਹੁੰਦੇ। ਹਾਰਮੋਨਲ ਦਾ ਮਤਲਬ ਕਿ ਤੁਹਾਡੀ ਏਜ ਦੇ ਹਿਸਾਬ ਦੇ ਨਾਲ, ਠੀਕ ਹੈ। ਉਸ ਚੀਜ਼ 'ਚ ਜੇ ਤੁਹਾਡਾ ਸਟ੍ਰੈਸ ਲੈਵਲ ਜ਼ਿਆਦਾ ਹੁੰਦਾ ਤਾਂ ਉਹਦੇ ਵਿੱਚ ਵੀ ਇਹ ਪ੍ਰੋਬਲਮ ਆ ਜਾਂਦੀ ਹੈ। ਜੇ ਤੁਸੀਂ ਸਾਫ਼ ਸਫਾਈ ਰੱਖ ਵੀ ਰਹੇ ਹੋ ਤਾਂ ਤੁਸੀਂ ਸਟ੍ਰੈਸ। ਹਾਂ, ਦੂਸਰਾ ਤੁਸੀਂ ਜੇ ਆਪਣਾ ਹਾਈਜੀਨ ਮੇਨਟੇਨ ਨਹੀਂ ਕਰਦੇ, ਜਦੋਂ ਵੀ ਕਿਸੇ ਬੱਚੀ ਦੇ ਪੀਰੀਅਡ ਸਟਾਰਟ ਹੁੰਦੇ ਆ, ਤੁਹਾਨੂੰ ਪਹਿਲੀ ਅਵੇਅਰਨੈਸ ਹੈ ਕਿ ਜੇ ਤੁਸੀਂ ਪੈਡਸ ਯੂਜ਼ ਕਰ ਰਹੇ ਹੋ ਤਾਂ 2-3 ਆਵਰਸ ਬਾਅਦ ਆਪਣੇ ਪੈਡ ਬੇਟਾ ਚੇਂਜ ਕਰਨੇ ਆ, ਸਾਫ਼ ਸੁਥਰਾ ਕਾਟਨ ਕਲੋਥ ਯੂਜ਼ ਕਰਨਾ, ਠੀਕ ਹੈ। ਔਰ ਜੇ ਤੁਸੀਂ ਟੈਂਪੂਨਸ ਜਾਂ ਕੁਛ ਹੋਰ ਯੂਜ਼ ਕਰਦੇ ਹੋ ਤਾਂ ਉਹ ਹਾਈਜੀਨਿਕਲੀ ਜਾਂ ਉਹਨੂੰ ਸਟਰਲਾਈਜ਼ ਕਰਕੇ ਤੁਸੀਂ ਆਪਣੀ ਚੀਜ਼ ਯੂਜ਼ ਕਰਨੀ ਹੈ, ਠੀਕ ਹੈ। ਉਸ ਤੋਂ ਬਾਅਦ ਓਵਰ ਮੈਡੀਕੇਸ਼ਨ ਨਹੀਂ ਕਰਨੀ। ਲਿਕੋਰੀਆ ਦਾ ਸਭ ਤੋਂ ਵੱਡਾ ਰੀਜ਼ਨ ਹੈ ਕਿ ਜੇ ਤੁਸੀਂ ਬਿਨਾਂ ਸੋਚੇ ਸਮਝੇ ਐਂਟੀਬਾਇਓਟਿਕ, ਜਦੋਂ ਹੋਇਆ ਥੋੜ੍ਹੀ ਜਿਹੀ ਫੋਰਕੈਨ ਲੈ ਲਈ, ਜਦੋਂ ਦਿਲ ਕੀਤਾ ਡਾਕਸੀਸਾਈਕਲਿਨ ਲੈ ਲਈ, ਮੈਟਰੋਜਿਲ ਲੈ ਲਈ, ਜਾਂ ਹੋਰ ਐਂਟੀਬਾਇਓਟਿਕ ਦੇਖ ਕੇ ਤੁਸੀਂ ਸਰਚ ਕਰਕੇ ਲੈ ਲਏ, ਉਹਦਾ ਰੀਜ਼ਨ ਹੀ ਉਹ ਹੁੰਦਾ ਕਿ ਤੁਸੀਂ ਓਵਰ ਮੈਡੀਕੇਸ਼ਨ ਕਰ ਰਹੇ ਹੋ। ਉਸ ਤੋਂ ਇਲਾਵਾ ਮੇਨ ਪਾਣੀ ਘੱਟ ਪੀਣਾ, ਪਾਣੀ ਜ਼ਿਆਦਾ ਪੀਣਾ ਚਾਹੀਦਾ। ਇੱਕ ਨਾ ਮੈਂ ਬੜੀ ਜਰਨਲ ਜਿਹੜੀ ਗੱਲ ਦੇਖੀ ਹੈ ਐਜ਼ ਅ ਮਦਰ, ਐਜ਼ ਅ ਹਿਊਮਨ, ਤੁਸੀਂ ਪਹਿਲਾਂ ਹੁੰਦਾ ਸੀ ਕਿ ਅਸੀਂ ਕੱਪੜੇ ਲੈ ਕੇ ਆਉਂਦੇ ਸੀ ਘਰ, ਹੈ ਨਾ, ਨਵਾਂ ਸਟਿਚ ਕਰਦੇ ਸੀ। ਹੁਣ ਤੁਸੀਂ ਉੱਥੇ ਹੀ ਟਰਾਈ ਕਰਨਾ ਸ਼ੁਰੂ ਕਰ ਦਿੰਦੇ ਹੋ, ਹੈ ਨਾ। ਇਹ ਰੀਜ਼ਨ ਮੈਂ ਜ਼ਰੂਰ ਦੱਸਣਾ ਚਾਹੁੰਦੀ ਹਾਂ। ਕਾਈਂਡਲੀ ਆਪਣੇ ਇਨਰਵੇਅਰ ਉੱਥੇ ਟਰਾਈ ਨਾ ਕਰੋ। ਔਰ ਸਪੈਸ਼ਲੀ ਜਿਹੜੇ ਜਿੱਦਾਂ ਬੱਚੇ ਜੀਨਸ ਟਰਾਈ ਕਰਦੇ, ਤੁਹਾਨੂੰ ਕੀ ਪਤਾ ਪਹਿਲਾਂ ਕਿਸੇ ਨੂੰ ਸਕਿਨ ਇਨਫੈਕਸ਼ਨ ਸੀ ਕਿ ਨਹੀਂ ਸੀ, ਹੈ ਨਾ। ਉਹ ਬੱਚੇ ਨੇ, ਕਿਸੇ ਨੇ 2 ਵਾਰ ਟਰਾਈ ਕਰਕੇ ਉੱਥੇ ਹੀ ਰੱਖਤਾ, ਤੁਸੀਂ ਫਿਰ ਟਰਾਈ ਕਰ ਰਹੇ ਹੋ। ਕਾਈਂਡਲੀ ਡੋਂਟ ਡੂ ਦੈਟ। ਇਹ ਚੀਜ਼ਾਂ ਛੱਡ ਦਿਓ। ਤੁਹਾਨੂੰ ਲੱਗਦਾ ਕਿ ਅਸੀਂ ਬੜਾ ਅੱਛਾ ਕਰਕੇ ਆਏ ਹਾਂ, ਲੇਕਿਨ ਇਸ ਚੀਜ਼ ਨਾਲ ਵੀ ਤੁਸੀਂ ਕੋਈ ਇਨਫੈਕਸ਼ਨ ਘਰ ਲਿਆ ਕੇ ਆ ਸਕਦੇ ਹੋ। ਪਬਲਿਕ ਵਾਸ਼ਰੂਮ ਘੱਟ ਤੋਂ ਘੱਟ ਯੂਜ਼ ਕਰੋ, ਪਾਣੀ ਜ਼ਿਆਦਾ ਪੀਓ, ਔਰ ਹਾਈਜੀਨ ਵਾਸ਼ ਯੂਜ਼ ਕਰੋ। ਵੈਸੇ ਤਾਂ ਦੇਖੋ ਜੋ ਸਭ ਤੋਂ ਅੱਛੀ ਚੀਜ਼ ਜਿਹੜੀ ਹੁੰਦੀ ਹੈ, ਸਿੰਪਲ ਵਾਟਰ ਹੀ ਹੁੰਦਾ, ਉਹਦੇ ਨਾਲ ਜੇ ਤੁਸੀਂ ਕਲੀਨ ਕਰਦੇ ਹੋ ਮੋਰ ਦੈਨ ਇਨਫ ਹੈ। ਲੇਕਿਨ ਟਵਾਈਸ ਇਨ ਅ ਵੀਕ ਹਾਈਜੀਨ ਯੂਜ਼ ਕਰਨਾ ਚਾਹੀਦਾ। ਸੈਂਟਡ ਸੋਪ ਨਹੀਂ ਯੂਜ਼ ਕਰਨੇ ਜਿਨ੍ਹਾਂ ਤੋਂ ਖੁਸ਼ਬੂ ਆਉਂਦੀ ਹੈ, ਠੀਕ ਹੈ। ਬਬਲ ਬਾਥ ਨਹੀਂ ਲੈਣਾ। ਜੇ ਕੋਈ ਬੱਚਾ ਸਵਿਮਿੰਗ ਕਰਦਾ, ਉਹਨੂੰ ਇਹ ਧਿਆਨ ਰੱਖਣਾ, ਇੱਥੋਂ ਵੀ ਬਹੁਤ ਪ੍ਰੋਬਲਮ ਫੈਲਦੀ ਹੈ ਮੈਮ, ਠੀਕ ਹੈ। ਉੱਥੇ ਵੀ ਤੁਸੀਂ ਧਿਆਨ ਰੱਖਣਾ ਹੈ ਕਿ ਆਪਣੇ ਵੈਟ ਕਲੋਥ ਜਲਦੀ ਉਤਾਰ ਦੇਣ, ਔਰ ਇੱਕ ਉਸ ਜਗ੍ਹਾ 'ਤੇ ਜਾਣ ਜਿੱਥੇ ਹਾਈਜੀਨ ਹੋਵੇ, ਠੀਕ ਹੈ। ਔਰ ਟਾਈਟ ਕਲੋਥਿੰਗ ਨਹੀਂ ਕਰਨੀ ਚਾਹੀਦੀ। ਟਾਈਟ ਕਲੋਥਸ ਜਦੋਂ ਬੱਚੇ ਜ਼ਿਆਦਾ ਪਾਉਂਦੇ ਆ, ਜਿੱਦਾਂ ਜੀਨਸ ਹੋ ਗਈਆਂ, ਲੂਜ਼ ਕਾਟਨ ਕਲੋਥਸ ਪਾਓ। ਔਰ ਹਫਤੇ ਤੋਂ ਬਾਅਦ ਆਪਣੇ ਕੱਪੜੇ ਜਿਹੜੇ ਆ ਉਹ ਇੱਕ ਡੈਟੋਲ ਜਾਂ ਸੈਵਲੋਨ 'ਚ ਡਿਪ ਕਰਕੇ ਗਰਮ ਪਾਣੀ 'ਚ ਰੱਖੋ, ਧੁੱਪ 'ਚ ਸੁਕਾਓ ਜਾਂ ਡਰਾਇਰ ਦੇ ਨਾਲ ਸੁਕਾਓ। ਔਰ ਮੇਨ ਜਿਹੜਾ ਰਾਤ ਨੂੰ ਸਪੈਸ਼ਲੀ ਕਾਟਨ ਕਲੋਥਸ ਪਾ ਕੇ ਹੀ ਸੋ। ਔਰ ਅਨਪ੍ਰੋਟੈਕਟਡ ਸੈਕਸ ਨਹੀਂ, ਉਹ ਥੋੜ੍ਹਾ ਜਿਹਾ ਧਿਆਨ ਰੱਖਣਾ ਚਾਹੀਦਾ। ਜਿਵੇਂ ਅੱਜ ਕੱਲ੍ਹ ਇਨਰਵੇਅਰਸ ਬਹੁਤ ਲੋਕ ਸਿੰਥੈਟਿਕ ਯੂਜ਼ ਕਰਨ ਲੱਗ ਗਏ ਨਾ, ਫੈਂਸੀ ਦੇ ਚੱਕਰ 'ਚ ਅਸੀਂ ਹਰ ਚੀਜ਼ 'ਚ, ਮਤਲਬ ਉਹ ਵੀ ਬਹੁਤ ਸਾਰੇ ਜਿਹੜੇ ਡਾਕਟਰਸ ਨੇ ਹਮੇਸ਼ਾ ਰਿਕਮੈਂਡ ਕਰਦੇ ਕਿ ਤੁਸੀਂ ਹਮੇਸ਼ਾ ਕਾਟਨ ਮੈਮ ਸੋਕ ਕਰ ਲੈਂਦਾ ਤੁਹਾਡਾ ਮੋਇਸਚਰ। ਸਿੰਥੈਟਿਕ ਨੇ ਓਨਾ ਹੀ ਗਿੱਲਾ ਰੱਖਣਾ, ਉਹਦੇ ਨਾਲ ਫੰਗਲ ਦੇ ਚਾਂਸਸ ਵੱਧਦੇ ਆ। ਦੂਸਰਾ ਉਹ ਇਰੀਟੇਸ਼ਨ ਕਰਦਾ,
ਉਹਦੇ ਨਾਲ ਰੈਸ਼ਿਸ ਜਾਂ ਸਕ੍ਰੈਚਸ ਬਹੁਤ ਪੈਂਦੇ ਆ। ਇਸ ਕਰਕੇ ਹਮੇਸ਼ਾ ਆਪਣੇ ਜਿਹੜੇ ਕਲੋਥਸ ਆ ਨਾ ਕਾਟਨ ਹੀ ਪ੍ਰੈਫਰ ਕਰੋ। ਔਰ ਦੂਸਰਾ ਜਿਹੜਾ ਮੇਨ ਹੈ, ਰਾਤ ਨੂੰ ਟਾਈਟ ਕਲੋਥਿੰਗ ਨਹੀਂ ਪਾਣੀ। ਅਗਰ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਜੀਨਸ ਜਾਂ ਕੋਈ ਚੀਜ਼ ਪਾਣੀ ਹੈ ਤਾਂ ਐਟਲੀਸਟ ਉਹਨਾਂ ਨੂੰ ਰਾਤ ਨੂੰ ਨਹੀਂ ਯੂਜ਼ ਕਰਨਾ ਚਾਹੀਦਾ। ਪਜਾਮਾਸ ਜਾਂ ਤੁਸੀਂ ਸਿੰਪਲ ਕੱਪੜੇ ਯੂਜ਼ ਕਰੋ ਤਾਂ ਕਿ ਉੱਥੇ ਸਵੈਟਿੰਗ ਘੱਟ ਹੋਏ। ਸਵੈਟਿੰਗ ਘੱਟ ਹੋਏਗੀ ਤਾਂ ਉੱਥੇ ਫੰਗਲ ਜਾਂ ਦੂਸਰੇ ਇਨਫੈਕਸ਼ਨ ਦੇ ਚਾਂਸਸ ਘੱਟ ਜਾਂਦੇ। ਇੱਕ ਜਿਵੇਂ ਬਹੁਤ ਸਾਰੇ ਲੋਕ ਕਹਿ ਦਿੰਦੇ ਕਿ ਆਪਾਂ ਜਿਵੇਂ ਤੁਸੀਂ ਦੱਸਿਆ ਕਿ ਬੱਚੇ ਨੂੰ ਤੁਸੀਂ ਹਨਾ ਐਦਾਂ ਦੇ ਵਾਈਪਸ ਨਾਲ ਸਾਫ਼ ਨਾ ਕਰੋ, ਕਿਉਂਕਿ ਉਹ ਵੀ ਇੱਕ ਤਰ੍ਹਾਂ ਨਾਲ ਕੈਮੀਕਲ ਕਿੰਨੇ ਦਿਨ ਉਹ ਡਰਾਈ ਨਹੀਂ ਹੁੰਦੇ ਹਨਾ। ਤੁਸੀਂ ਇੱਕ ਕੱਪੜੇ ਨੂੰ ਪੂਰਾ ਗਿੱਲਾ ਕਰਕੇ ਵੀ ਬਾਹਰ ਰੱਖ ਦਿਓ, 15-20 ਮਿੰਟ ਚ ਡਰਾਈ ਹੋ ਜਾਂਦਾ। ਕਾਟਨ ਕਲੋਥਸ ਹੈ ਨਾ। ਤੇ ਸੇਮ ਉਹੀ ਚੀਜ਼ ਹੁੰਦੀ ਹੈ ਕਿ ਕੀ ਸਾਨੂੰ ਸੈਨੀਟਰੀ ਪੈਡ ਵੀ ਇਦਾਂ ਦੇਖ ਕੇ ਖਰੀਦਣੇ ਚਾਹੀਦੇ ਆ ਕਿ ਉਹਨਾਂ ਨਾਲ ਵੀ ਇਹ ਸਮੱਸਿਆ ਹੋ ਸਕਦੀ? ਬਿਲਕੁਲ, ਇਹ ਤਾਂ ਪਿੱਛੇ ਬਹੁਤ ਸਟੱਡੀਜ਼ ਵੀ ਆਈਆਂ ਸੀ ਕਿ ਸੈਨੀਟਰੀ ਪੈਡ ਤੁਹਾਡੇ ਜਿਹੜੇ ਹੈ ਕੈਂਸਰ ਦਾ ਵੀ ਕਾਜ਼ ਹੋ ਰਿਹਾ ਅੱਜ ਕੱਲ੍ਹ। ਹਾਂਜੀ, ਉਹਨਾਂ 'ਚ ਇੰਨੇ ਕਿਉਂਕਿ ਤੁਸੀਂ ਇਹ ਦੇਖੋ ਨਾ ਕਿ ਤੁਹਾਡਾ ਜਿਹੜਾ 2-3 ਗਲਾਸ ਬਲੱਡ ਹੈ ਕਿਸੇ ਚੀਜ਼ ਨੇ ਸੋਕ ਕਰਨਾ ਹੈ ਨਾ, ਤਾਂ ਸੋਕ ਕਰਨ ਲਈ ਕੁਛ ਨਾ ਕੁਛ ਤਾਂ ਕੈਮੀਕਲ ਪਾਣਗੇ। ਕਾਈਂਡਲੀ ਇੰਨਾ ਧਿਆਨ ਰੱਖੋ ਕਿ ਚਾਹੇ ਥੋੜਾ ਪੇਮੈਂਟ ਜ਼ਿਆਦਾ ਵੀ ਲੱਗ ਜਾਏ, ਐਲੋਵੇਰਾ ਬੇਸ ਆਪਣੇ ਜਿਹੜੇ ਹੈ ਨਾ ਉਹ ਯੂਜ਼ ਕਰਨੇ ਸ਼ੁਰੂ ਕਰ ਦਿਓ ਜਿਹੜੇ ਸੈਨੀਟਰੀ ਪੈਡਸ ਆ। ਅਦਰਵਾਈਜ਼ ਕਾਟਨ ਕਲੋਥ ਵਿਦ ਕਾਟਨ ਵੀ ਅੱਛਾ ਉਹ ਹੈ। ਜਿੰਨਾ ਤੁਸੀਂ ਜਿੱਦਾਂ ਕਹਿੰਦਾ ਨਾ ਟੈਂਪੂਨਸ ਜਾਂ ਨਵੀਆਂ ਚੀਜ਼ਾਂ 'ਚ ਇੰਡਲਜ ਹੋ ਰਹੇ ਹੋ, ਅਸੀਂ ਸੌਖੇ ਹੋਣ ਦੇ ਚੱਕਰ 'ਚ ਹੈ ਨਾ, ਉਹ ਚੀਜ਼ਾਂ ਜਾਂ ਥੋੜਾ ਮਾਡਰਨ ਹੋਣ ਦੇ ਚੱਕਰ 'ਚ ਗੁੱਸਾ ਨਾ ਕਰਨਾ। ਇਹ ਵੀ ਚੀਜ਼ ਮਾਡਰਨ ਵੀ ਸ਼ੋ ਕਰਦਾ ਕਿ ਅਸੀਂ ਪਤਾ ਨਹੀਂ ਕੀ ਯੂਜ਼ ਨਹੀਂ, ਐਸਾ ਮਤ ਕਰੋ। ਜੋ ਚੀਜ਼ ਕੰਫਰਟੇਬਲ ਤੁਹਾਡੇ ਵਜਾਈਨਾ ਨੂੰ ਹਰਟ ਨਾ ਕਰੇ, ਕੱਲ ਨੂੰ ਤੁਹਾਨੂੰ ਉਸ ਤੋਂ ਕੋਈ ਪ੍ਰੋਬਲਮ ਨਾ ਹੋਏ, ਇਹ ਚੀਜ਼ਾਂ ਦਾ ਤੁਸੀਂ ਸਪੈਸ਼ਲੀ ਧਿਆਨ ਰੱਖੋ। ਠੀਕ ਹੈ, ਬੱਚਿਆਂ ਨੂੰ ਵੀ ਸਪੈਸ਼ਲੀ ਇਹ ਧਿਆਨ ਰੱਖਣਾ ਚਾਹੀਦਾ। ਔਰ ਦੂਸਰਾ ਮੇਨ ਜਦੋਂ ਤੁਹਾਡੇ ਇਹ ਨਾ ਜਦੋਂ ਵੀ ਇਹ ਪੈਡਸ ਜਿਹੜੇ ਆ ਤੁਹਾਡੇ, ਉਹਨਾਂ ਨੂੰ ਪ੍ਰੋਪਰਲੀ ਇੱਕ ਜਿਹਨੂੰ ਕਹਿੰਦੇ ਆ ਕਿ ਨਿਊਜ਼ਪੇਪਰ 'ਚ ਰੈਪ ਕਰਕੇ, ਠੀਕ ਹੈ, ਤਦ ਉਹਨਾਂ ਨੂੰ ਤੁਸੀਂ ਥਰੋ ਆਊਟ ਕਰੋ। ਕਿਉਂਕਿ ਉਹ ਜਿੱਥੇ ਅੱਗੇ ਪ੍ਰੋਸੈਸ ਹੋ ਰਹੇ ਆ ਜਾਂ ਜਿਹੜੇ ਲੋਕ ਤੁਹਾਡੇ ਲੈ ਕੇ ਵੀ ਜਾ ਰਹੇ ਆ, ਉਹਨਾਂ ਨੂੰ ਵੀ ਇਨਫੈਕਸ਼ਨ ਇਹਨਾਂ ਚੀਜ਼ਾਂ ਤੋਂ ਹੋ ਸਕਦਾ। ਇਹ ਚੀਜ਼ਾਂ ਦੀ ਆਪਣੇ ਬੱਚਿਆਂ ਨੂੰ ਵੀ ਆਪ ਅਵੇਅਰਨੈਸ ਹੋਣੀ ਬਹੁਤ ਜ਼ਰੂਰੀ ਹੈ ਜੀ। ਹਾਂਜੀ, ਹੈ ਨਾ, ਅਲੱਗ ਵੀ ਜਿੱਦਾਂ ਮੈਮ ਆਪਾਂ ਜਿਵੇਂ ਛੋਟੇ ਤੁਸੀਂ ਕਿਹਾ ਸੀ ਕਿ ਅਰਲੀ ਟਾਈਮ ਤੇ ਹੁਣ ਤਾਂ ਬੱਚਿਆਂ ਨੂੰ ਪੀਰੀਅਡਸ ਆਉਣੇ ਸ਼ੁਰੂ ਹੋ ਜਾਂਦੇ ਆ, ਹੈ ਨਾ। ਜਿਵੇਂ ਹੁਣ ਤੁਸੀਂ ਹੋ, ਮੈਂ ਆ, ਜਾਂ ਆਪਾਂ ਵਰਕਿੰਗ ਪਲੇਸ ਤੇ ਵੀ ਆ, ਤਾਂ ਆਪਾਂ ਤਕਰੀਬਨ ਮਤਲਬ ਇੱਦਾਂ ਦੀਆਂ ਚੀਜ਼ਾਂ ਲੈ ਕੇ ਜਾਂਦੇ ਹਾਂ ਆਪਣੇ ਨਾਲ, ਹੈ ਨਾ। ਹੁਣ ਛੋਟਾ ਬੱਚਾ ਕਈ ਵਾਰ ਉਹ ਸਕੂਲ 'ਚ ਵਾਸ਼ਰੂਮ ਜਾਣ ਤੋਂ ਵੀ ਬਾਰ-ਬਾਰ ਮਤਲਬ ਉਹਨੂੰ ਝਿਜਕ ਆਉਂਦੀ ਆ ਉਹਨਾਂ ਦਿਨਾਂ ਦੇ ਵਿੱਚ ਵੀ, ਹੈ ਨਾ। ਅਤੇ ਬੱਚੇ ਨੂੰ ਬੋਡੀ 'ਚ ਆਇਆ ਚੇਂਜ ਜਾਂ ਉਹ ਸਾਰੀਆਂ ਚੀਜ਼ਾਂ ਮੈਂਟਲੀ ਵੀ ਉਹ ਮਤਲਬ ਉਹਨਾਂ ਦਿਨਾਂ 'ਚ ਮੈਨੂੰ ਲੱਗਦਾ ਡਿਸਟਰਬ ਹੁੰਦਾ, ਆਪਣੀ ਤਰ੍ਹਾਂ ਉਸ ਚੀਜ਼ ਨੂੰ ਨਹੀਂ ਸਮਝਦਾ, ਹੈ ਨਾ। ਕਿ ਜਿਹੜੇ ਬੱਚੇ ਨੂੰ ਤੁਸੀਂ ਇੱਦਾਂ ਪੂਰੀ ਤਰ੍ਹਾਂ ਪ੍ਰੀਪੇਅਰ ਨਹੀਂ ਕਰ ਪਾਏ ਉਸ ਚੀਜ਼ ਲਈ, ਉਹਦੇ ਲਈ ਕਾਟਨ ਕੱਪੜਾ ਤੁਹਾਨੂੰ ਲੱਗਦਾ ਕਿ ਬੈਸਟ ਆਲਟਰਨੇਟਿਵ ਹੋ ਸਕਦਾ? ਜੇ ਉਹ ਸਾਫ਼ ਹੋਏ, ਮਤਲਬ ਕਿ ਤੁਸੀਂ ਉਹਨੂੰ ਅੱਛੀ ਤਰ੍ਹਾਂ ਵਾਸ਼ ਕੀਤਾ ਹੋ, ਜ਼ਿਆਦਾ ਕੈਮੀਕਲ ਨਹੀਂ ਯੂਜ਼ ਕੀਤੇ ਹੋਣ, ਕਾਟਨ ਹੋਏ, ਫਿਰ ਯੂਜ਼ ਕਰ ਸਕਦੇ ਹੋ। ਉਹ ਬੈਟਰ ਚੋਇਸ ਰਹੇਗੀ। ਉਹ ਬੈਟਰ ਮਤਲਬ ਕਿ ਉਹਦੇ ਵਿੱਚ ਇੱਕ ਜਿੱਦਾਂ ਆਪਾਂ ਕਹਿ ਰਹੇ ਕਿ ਥੋੜਾ ਜਿਹਾ ਤੁਸੀਂ ਵੈਸੇ ਵੀ ਦੇਖੋ ਨਾ, ਜਿਹੜੇ ਦੂਸਰੇ ਨੈਪਕਿਨਸ ਹੁੰਦੇ ਆ ਉਹ ਰੈਸ਼ਸ ਵੀ ਕਰਦੇ ਆ, ਬੱਚਾ ਅਨਕੰਫਰਟੇਬਲ ਵੀ ਰਹਿੰਦਾ। ਉਹਦੇ ਨਾਲ ਥੋੜਾ ਜਿਹਾ ਬੱਚਾ ਕੰਫਰਟੇਬਲ ਰਹਿੰਦਾ। ਜੇ ਤੁਸੀਂ ਉਹ ਇੰਨੀ ਮਿਹਨਤ ਕਰ ਸਕਦੇ ਹੋ ਤਾਂ ਅੱਛੀ ਗੱਲ ਹੀ ਹੈ ਜੀ, ਹੈ ਨਾ, ਪਰ ਸਾਫ਼ ਹੋਣਾ ਚਾਹੀਦਾ। ਤੇ ਇੱਕ ਜਿਵੇਂ 14 ਜਾਂ 10 ਸਾਲ ਤੋਂ ਜਦੋਂ ਪੀਰੀਅਡ ਸਟਾਰਟ ਹੁੰਦੇ ਆ, 20 ਸਾਲ ਤੱਕ ਕੁੜੀ ਨੂੰ ਕਿੱਦਾਂ ਦੀ ਡਾਈਟ ਆਪਾਂ ਨੂੰ ਦੇਣੀ ਚਾਹੀਦੀ ਹੈ? ਕਿਉਂਕਿ ਮੇਰੇ ਨਾਲ ਇੱਕ ਇੱਦਾਂ ਹੀ ਮਤਲਬ ਜੁੜੇ ਹੋਏ ਨੇ ਕੋਈ, ਉਹਨਾਂ ਨੇ ਮੈਨੂੰ ਆਪਣੀ ਬੇਟੀ ਲਈ ਪੁੱਛਿਆ, ਹੈ ਨਾ। ਉਹਨਾਂ ਨੂੰ ਲੱਗਿਆ ਕਿ ਜਿਨ੍ਹਾਂ ਦੇ ਬੱਚੇ ਵੱਡੇ ਹੁੰਦੇ ਨੇ ਉਹ ਉਸ ਐਕਸਪੀਰੀਅੰਸ 'ਚੋਂ ਲੰਘ ਚੁੱਕੇ ਹੁੰਦੇ ਆ, ਹੈ ਨਾ, ਕਿ ਉਹਨਾਂ ਟਾਈਮ 'ਚ ਕੁੜੀਆਂ ਨੂੰ ਖਾਸ ਕਰਕੇ ਇਸ ਦਿਨਾਂ ਦੇ ਵਿੱਚ, ਜਾਂ ਫਿਰ ਜਿਵੇਂ ਆਪਣੇ ਕਹਿ ਦਿੰਦੇ ਖੱਟਾ ਨਹੀਂ ਉਹਨਾਂ ਦਿਨਾਂ 'ਚ ਦੇਣਾ, ਤੁਸੀਂ ਲੱਸੀ ਨਾ ਪੀਣ ਦਿਓ, ਦਹੀਂ ਨਾ ਖਾਣ ਦਿਓ ਬੱਚੇ ਨੂੰ, ਹੈ ਨਾ। ਤੇ ਕੀ ਕਿਸੇ ਖਾਸ ਕਿਸਮ ਦੀ ਡਾਈਟ ਦੀ ਜ਼ਰੂਰਤ ਹੁੰਦੀ ਹੈ ਬੱਚੇ? ਜੀ ਬਿਲਕੁਲ ਜ਼ਰੂਰਤ ਹੁੰਦੀ ਹੈ, ਕਿਉਂਕਿ ਇਸ ਟਾਈਮ ਉਹਨਾਂ ਨੇ ਹਾਈਟ ਵੀ ਆਪਣੀ ਮੇਨਟੇਨ ਕਰਨੀ ਹੁੰਦੀ ਹੈ, ਸਟੱਡੀਜ਼ ਦਾ ਵੀ ਸਟ੍ਰੈਸ ਹੁੰਦਾ ਹੈ, ਔਰ ਵੈਸੇ ਵੀ ਇੱਕ ਹੈਲਦੀ ਬੋਡੀ ਦੇ ਵਿੱਚ ਇੱਕ ਹੈਲਦੀ ਮਾਈਂਡ ਰਹਿੰਦਾ। ਮੈਨੂੰ ਤਾਂ ਸ਼ੁਰੂ ਤੋਂ ਇਹੀ ਲੱਗਦਾ। ਤਾਂ ਬੱਚਿਆਂ ਨੂੰ ਸਪੈਸ਼ਲੀ 2 ਟਾਈਮ ਦੁੱਧ ਜ਼ਰੂਰ ਦੇਣਾ ਚਾਹੀਦਾ, ਦੁਪਹਿਰ ਨੂੰ ਦਹੀਂ ਜ਼ਰੂਰ ਦੇਣਾ ਚਾਹੀਦਾ, ਠੀਕ ਹੈ। ਗ੍ਰੀਨ ਲੀਫੀ ਵੈਜੀਟੇਬਲਸ ਦੀ ਆਦਤ ਪਾਓ, ਜੰਕ ਘੱਟ ਤੋਂ ਘੱਟ ਦੇਣਾ। ਔਰ ਜਿੰਨਾ ਹੋ ਸਕੇ ਨਾ ਉਹਨੂੰ, ਜਿੱਦਾਂ ਅਸੀਂ ਕਹਿੰਦੇ ਹਾਂ ਪ੍ਰੋਟੀਨ ਕਿੱਥੋਂ ਮਿਲਦਾ, ਦਾਲਾਂ ਤੋਂ ਮਿਲਦਾ। ਸਾਡੇ ਘਰ 'ਚ ਸਭ ਕੁਝ ਹੈ। ਰਾਤ ਨੂੰ ਮਖਾਣੇ ਦੇ ਦਿਓ ਦੁੱਧ ਨਾਲ, ਮਖਾਣੇ ਖਾ ਸਕਦੇ ਆ ਬੱਚੇ, ਉਹਨਾਂ 'ਚ ਕੈਲਸ਼ੀਅਮ ਦਾ ਬੜਾ ਅੱਛਾ ਸੋਰਸ ਹੁੰਦਾ, ਠੀਕ ਹੈ। ਫਰੂਟ ਜਿਹੜਾ ਬੱਚੇ ਨੂੰ ਪਸੰਦ ਹੈ, ਇੱਕ ਪਲੇਟ ਦੇ ਵਿੱਚ ਤੁਹਾਡਾ 2-3 ਕਲਰ ਦਾ ਜੇ ਫਰੂਟ ਹੁੰਦਾ ਤਾਂ ਤੁਹਾਨੂੰ ਲਾਈਕੋਪਿਨ ਦੀ ਕਦੇ ਜ਼ਰੂਰਤ ਨਹੀਂ ਪਏਗੀ, ਆਇਰਨ ਦੀ ਕਦੇ ਜ਼ਰੂਰਤ ਨਹੀਂ ਪਏਗੀ। ਇੱਕ ਪਲੇਟ ਦੇ ਵਿੱਚ ਐਟਲੀਸਟ 2-3 ਕਲਰਸ ਹੋਣੇ ਚਾਹੀਦਾ, ਜਿੱਦਾਂ ਤੁਸੀਂ ਗ੍ਰੇਪਸ ਵੀ ਹੋ ਗਿਆ, ਬਨਾਨਾ ਹੋ ਗਿਆ, ਐਪਲ ਹੋ ਗਿਆ, ਸਟ੍ਰਾਬੇਰੀ ਹੋ ਗਿਆ, ਇਸ ਤਰ੍ਹਾਂ ਬੱਚਿਆਂ ਨੂੰ, ਔਰੇਂਜ ਹੋ ਗਿਆ। ਇਹ ਚੀਜ਼ਾਂ ਬੱਚਿਆਂ ਨੂੰ ਰੈਗੂਲਰ ਬੇਸ 'ਤੇ ਸ਼ੁਰੂ ਕਰੋ। ਬਦਾਮ ਭਿਗੋ ਕੇ ਦਿਓ,
ਤੁਸੀਂ ਜੇ ਕਿਸੇ ਦੇ ਬੱਚੇ ਦਾ ਆਇਰਨ ਘੱਟ ਹੈ ਤਾਂ ਉਹਨੂੰ ਕਿਸ਼ਮਿਸ਼ ਵੀ ਦੇ ਸਕਦੇ ਹੋ। ਇਹ ਚੀਜ਼ਾਂ ਮੈਂ ਹੁਣ ਪਿੱਛੇ ਪੇਸ਼ੈਂਟ ਆਇਆ ਸੀ ਮੇਰੇ ਕੋਲ, ਮੈਨੂੰ ਕਹਿੰਦੇ ਸੀ ਕਿ ਅਸੀਂ ਇਹਨੂੰ ਬੋਰਨਵੀਟਾ ਹਾਰਲਿਕਸ ਦਿੰਦੇ ਹਾਂ, ਤਾਂ ਮੈਂ ਉਹਨਾਂ ਨੂੰ ਗੱਲ ਕਹੀ ਸੀਗੀ ਕਿ ਤੁਸੀਂ ਇੱਕ ਵਾਰੀ ਸੋਚ ਕੇ ਦੇਖੋ, ਤੁਸੀਂ ਨਾ ਆਪਣਾ ਬਦਾਮ ਹੋ ਗਿਆ ਔਰ ਥੋੜਾ ਪਿਸਤਾ ਹੋ ਗਿਆ, ਮੂੰਗਫਲੀ ਹੋ ਗਿਆ ਔਰ ਭੁੱਜੇ ਚਨੇ, ਇਹਦਾ ਪਾਊਡਰ ਵਿਦ ਮਿਸ਼ਰੀ ਇਹ ਬਣਾਓ। ਇਹ ਜ਼ਿਆਦਾ ਬॉयਜ਼ ਔਰ ਗਰਲਸ ਦੋਨਾਂ ਲਈ, ਮੈਂ ਇਹ ਨਹੀਂ ਕਹਿੰਦੀ ਕਿ ਸਿਰਫ ਕੁੜੀਆਂ ਲਈ, ਮੁੰਡਿਆਂ ਲਈ ਵੀ ਔਰ ਕੁੜੀਆਂ ਲਈ ਵੀ ਇਹ ਜ਼ਿਆਦਾ ਬੈਟਰ ਹੈ ਜੀ, ਹੈ ਨਾ। ਇਹ ਚੀਜ਼ਾਂ ਦਿਓ ਤੁਸੀਂ ਬੱਚੇ ਨੂੰ, ਜਦੋਂ ਸਨੈਕਸ ਦੇ ਰਹੇ ਹੋ ਉਹਨੂੰ ਭੁੱਜੇ ਚਨੇ ਦੇ ਦਿਓ, ਹੈ ਨਾ। ਇਸ ਚੀਜ਼ ਨਾਲ ਤੁਸੀਂ ਉਹਨੂੰ ਜੇ ਹੈਲਦੀ ਫੂਡ ਦੀ ਆਦਤ ਪਾਓਗੇ ਤੁਹਾਡੇ ਲਈ ਵੀ ਅੱਛਾ ਹੈ, ਔਰ ਇੱਕ ਤੁਸੀਂ ਜਿਹੜਾ ਸਮਾਜ 'ਚ ਅੱਗੇ ਰਿਪਰੈਜ਼ੈਂਟ ਕਰਨਾ ਐਜ਼ ਅ ਫੀਮੇਲ ਉਹ ਵੀ ਅੱਛਾ ਹੈ ਕਿ ਆਪ ਹੈਲਦੀ ਹੈ ਤਾਂ ਅੱਗੇ ਆਪਣੇ ਬੱਚਿਆਂ ਨੂੰ ਵੀ ਇੱਕ ਹੈਲਦੀ ਫੂਡ ਦੀ ਆਦਤ ਪਾਉਣ। ਜਿਵੇਂ ਸਾਨੂੰ ਤਾਂ ਹਮੇਸ਼ਾ ਹੀ ਲੱਗਦਾ ਹੁੰਦਾ ਕਿ ਸਾਡੇ ਮਨ 'ਚ ਜਿੰਨੇ ਸਾਰੇ ਸਵਾਲ ਸੀ ਅਸੀਂ ਤੁਹਾਨੂੰ ਕਰ ਲਏ, ਹੈ ਨਾ। ਅਤੇ ਦੇਖਣ ਵਾਲੇ ਦਰਸ਼ਕਾਂ ਦੀਆਂ, ਜਿਵੇਂ ਤੁਸੀਂ ਨੇ ਕਿਹਾ ਸੀ ਕਿ ਹਰ ਇੱਕ ਦੀ ਬੋਡੀ ਟਾਈਪ ਇੱਕ ਨਹੀਂ ਹੁੰਦਾ, ਹੈ ਨਾ, ਹਰ ਇੱਕ ਦੀ ਬੋਡੀ ਦਾ ਕਲਰ ਇੱਕ ਨਹੀਂ ਹੁੰਦਾ, ਕਿਸੇ ਦੀ ਵੀ ਸਮੱਸਿਆ ਇੱਕ ਨਹੀਂ ਹੁੰਦੀ। ਤਾਂ ਮੈਨੂੰ ਲੱਗਦਾ ਕਿ ਸਾਰਿਆਂ ਕੋਲ ਇੱਕੋ ਜਿਹੇ ਸਵਾਲ ਨਹੀਂ ਹੋ ਸਕਦੇ, ਨਾ। ਬਹੁਤ ਸਾਰੇ ਲੋਕਾਂ ਦੇ ਮਨਾਂ 'ਚ ਸ਼ਾਇਦ ਹੋਰ ਬਹੁਤ ਤਰ੍ਹਾਂ ਦੇ ਸਵਾਲ ਹੁੰਦੇ ਹੋਣਗੇ। ਅਤੇ ਇੱਕ ਸਵਾਲ ਬਹੁਤ ਜ਼ਿਆਦਾ ਆਇਆ ਸੀ ਸਾਨੂੰ ਕਿ ਤੁਸੀਂ ਮਤਲਬ ਕਿੱਥੇ ਪ੍ਰੈਕਟਿਸ ਕਰਦੇ ਹੋ, ਹੈ ਨਾ। ਜੇ ਤੁਹਾਨੂੰ ਕੋਈ ਮਿਲਣਾ ਚਾਹੁੰਦਾ ਤਾਂ ਮੈਂ ਚਾਹੁੰਦੀ ਹਾਂ ਕਿ ਤੁਸੀਂ ਆਪਣੇ ਆਪ ਹੀ ਦੱਸੋ ਕਿ ਜੇ ਤੁਹਾਨੂੰ ਕੋਈ ਮਿਲਣਾ ਚਾਹੁੰਦਾ ਤੁਹਾਡੇ ਨਾਲ ਕਿੱਦਾਂ ਕੰਟੈਕਟ ਹੋ ਸਕਦਾ, ਜਾਂ ਹਾਂਜੀ, ਜਾਂ ਉਹ ਇੱਕ ਚੀਜ਼ ਜੋ ਤੁਸੀਂ ਮਤਲਬ ਇੱਕ ਡਾਕਟਰ ਹੋਣ ਦੇ ਨਾਤੇ ਲੋਕਾਂ ਨੂੰ ਕਹਿਣੀ ਚਾਹੁੰਦੇ। ਮੈਮ ਦੇਖੋ, ਮੈਂ ਇੱਕ ਗੱਲ ਕਹਿੰਦੀ ਹਾਂ ਕਿ ਜੇ ਮੈਂ ਕੋਈ ਪੇਸ਼ੈਂਟ ਨੂੰ ਦੇਖਦੀ ਹਾਂ ਤਾਂ ਮੈਂ ਥੋੜਾ ਕਮਿਟਮੈਂਟ ਨਾਲ ਦੇਖਦੀ ਹਾਂ। ਮੇਰੀ ਕੋਈ 100-200 ਦੀ OPD ਨਹੀਂ ਹੁੰਦੀ, 50 ਦੀ ਵੀ ਨਹੀਂ ਹੁੰਦੀ। ਹਾਂਜੀ, ਮੈਂ ਬਹੁਤ ਲਿਮਿਟਡ ਪੇਸ਼ੈਂਟ ਦੇਖਦੀ ਹਾਂ, ਪਰ ਜਿਹੜਾ ਪੇਸ਼ੈਂਟ ਮੈਂ ਦੇਖਦੀ ਹਾਂ ਉਹਨੂੰ ਮੈਂ ਆਪਣਾ 100% ਦਿੰਦੀ ਹਾਂ। ਠੀਕ ਹੈ, ਮੈਂ ਇਹ ਨਹੀਂ ਕਹਿੰਦੀ ਮੇਰੇ 100% ਸਕਸੈਸ ਰੇਟ ਹੈ, ਲੇਕਿਨ ਮੈਂ ਐਸੇ ਪੇਸ਼ੈਂਟ ਵੀ ਦੇਖਿਆ ਜਿਨ੍ਹਾਂ ਦੇ ਆਲਮੋਸਟ 9 ਕਹਿ ਦਿੱਤਾ ਸੀ, 42 ਤੇ ਲਾਸਟ ਮੇਰਾ ਇੱਕ ਪੇਸ਼ੈਂਟ ਨੇ ਹੁਣ ਬੇਬੀ ਬॉय ਡਿਲੀਵਰ ਕੀਤਾ। ਠੀਕ ਹੈ, ਇੱਕ ਪੇਸ਼ੈਂਟ ਸੀ ਉਹਦਾ ਐਂਟੀ ਮਲੇਰੀਅਨ ਹਾਰਮੋਨ 0.3 ਸੀ ਆਲਮੋਸਟ। ਇਹ ਚੀਜ਼ ਇਹ ਵੀ ਮੈਂ ਥੋੜਾ ਜਿਹਾ ਡਿਸਕਸ ਬਾਅਦ 'ਚ ਕਰੂੰਗੀ। ਉਹਦਾ 0.3 ਸੀ, ਉਹਦੇ 13 ਸਾਲ ਬਾਅਦ ਉਹਦੇ ਬੇਟਾ ਹੋਇਆ, ਹੈ ਨਾ। ਤਾਂ ਮੈਂ ਬੇਸਿਕਲੀ ਮੈਂ ਚਾਹੁੰਦੀ ਹਾਂ ਕਿ ਚਾਹੇ ਮੈਂ ਦਿਨ 'ਚ 10 ਪੇਸ਼ੈਂਟ ਦੇਖਾਂ, ਲੇਕਿਨ ਉਹ ਪੇਸ਼ੈਂਟ ਐਸੇ ਹੋਣ ਕਿ ਉਹਨਾਂ ਦੀ ਜਿਹੜੀ ਉਹ ਮੇਰੇ ਕੋਲ ਪ੍ਰੋਬਲਮ ਲੈ ਕੇ ਆਏ ਆ ਉਹ ਮੈਂ ਉਹਨਾਂ ਦੀ ਸੋਲਵ ਕਰ ਸਕਾਂ, ਕਿ ਮੈਂ ਇੱਕ ਕਮਿਟਮੈਂਟ ਨਾਲ ਕੰਮ ਕਰਦੀ ਹਾਂ। ਪਟਿਆਲਾ 'ਚ ਹੈ ਜੀ ਮੇਰਾ ਇੱਕ ਛੋਟਾ ਹੈਲਥ ਕੇਅਰ ਸੈਂਟਰ ਹੈ ਡਾਕਟਰ ਮਮਤਾ ਦੇ ਨਾਮ ਤੋਂ, ਔਰ ਮੇਰੇ ਹਸਬੈਂਡ ਮੈਡੀਸਨ 'ਚ ਹੈ, ਮੈਂ ਗਾਇਨੀ 'ਚ ਕਰਦੀ ਹਾਂ। ਔਰ ਮੇਰਾ ਮੇਨ ਇਨਫਰਟੀਲਿਟੀ, ਮੈਨੂੰ ਇਹ ਬਲੈਸਿੰਗ ਲੱਗਦਾ, ਇਨਫਰਟੀਲਿਟੀ ਮੈਨੂੰ ਬਲੈਸਿੰਗ ਲੱਗਦਾ ਕਿ ਕੋਈ ਬਹੁਤ ਦੂਰ ਬੈਠਾ ਵੀ ਜੇ ਕਿਸੇ ਦੇ ਬੇਬੀ ਹੁੰਦਾ ਨਾ, ਤਾਂ ਉਹ ਮੈਨੂੰ ਜਦੋਂ ਮੈਸੇਜ ਕਰਦੇ ਆ ਜਾਂ ਆਪਣੇ ਬੇਬੀ ਨੂੰ ਲੈ ਕੇ ਆਉਂਦੇ ਆ ਤਾਂ ਮੇਰੇ ਫੇਸ ਤੇ ਗਲੋ ਹੀ ਅਲੱਗ। ਮੈਨੂੰ ਲੱਗਦਾ ਕਿ ਜਦੋਂ ਕਈ ਪੇਸ਼ੈਂਟ ਨੇ ਤਾਂ ਮੈਮ ਨਾਮ ਵੀ ਮੈਨੂੰ ਪੁੱਛ ਕੇ ਰੱਖਿਆ ਜਿਨ੍ਹਾਂ ਦੇ 12-13 ਸਾਲ ਬਾਅਦ ਹੁੰਦੇ ਨਾ, ਮੈਡਮ ਇਹਦਾ ਨਾਮ ਮੇਰੇ ਫੇਵਰੇਟ 'ਚੋਂ ਯੂਵੀ ਹੈ, ਅਨਹਦ ਹੈ, ਗੁਰਸ਼ਬਦ ਹੈ, ਬਹੁਤ ਮਤਲਬ ਬਹੁਤ ਹੈ। ਮੈਂ ਸੌਰੀ ਜੇ ਮੈਂ ਕਿਸੇ ਦਾ ਨਾਮ ਨਹੀਂ ਲੈ ਪਾ ਰਹੀ, ਲੇਕਿਨ ਬੱਚੀਆਂ ਅਮਾਨਤ ਹੈ, ਬਹੁਤ ਮਤਲਬ ਮੇਰੀ ਨਾ ਇੱਕ ਫੈਮਿਲੀ ਹੈ। ਮੈਂ ਤੁਹਾਨੂੰ ਤਾਂ ਹੀ ਜਦੋਂ ਇੰਟਰਵਿਊ ਸ਼ੁਰੂ ਹੋਈ ਸੀ ਤਾਂ ਮੈਂ ਇਹ ਗੱਲ ਕਹੀ ਸੀ ਕਿ ਥੈਂਕ ਯੂ ਫॉर ਐਕਸਪੈਂਡਿੰਗ ਮਾਈ ਫੈਮਿਲੀ। ਬਿਲਕੁਲ, ਹੈ ਨਾ। ਤਾਂ ਮੈਨੂੰ ਇਹ ਫੈਮਿਲੀ ਲੱਗਦੇ ਆ ਕਿ ਜਦੋਂ ਕੋਈ ਆ ਰਿਹਾ, ਸਪੈਸ਼ਲੀ ਡਾਕਟਰ ਸਾਹਿਬ ਦੀ ਵੀ ਨੇਚਰ ਐਸੀ ਹੈ ਕਿ ਜੇ ਅਸੀਂ ਵੈਕਸੀਨੇਸ਼ਨ ਵੀ ਕਰਦੇ ਨਾ ਤਾਂ ਬੱਚਾ ਰੋ ਕੇ ਨਾ ਜਾਏ, ਹੈ ਨਾ। ਤਾਂ ਇੱਕ ਬੜੇ ਹੈਲਦੀ ਜਿਹੇ ਐਟਮੋਸਫੇਅਰ 'ਚ ਜਾਏ। ਔਰ ਇੰਨਾ ਹੈ ਕਿ ਹਾਂ ਕਿ ਜੇ ਕੰਮ ਕਰੂੰਗੀ ਤਾਂ ਕਮਿਟਮੈਂਟ ਨਾ ਕਰੂੰਗੀ, ਸ਼ਾਇਦ ਇਸ ਕਰਕੇ ਰਿਜ਼ਲਟ ਵੀ ਮਿਲਦੇ ਆ ਕਈ, ਮਤਲਬ ਬਹੁਤ ਜਿੱਥੇ ਬਿਲਕੁਲ ਮੇਰੇ ਕੋਲ ਮੈਮ 3 IVF ਵਾਲਾ ਵੀ ਪੋਜ਼ਿਟਿਵ ਆ ਗਿਆ ਕਿ 3 IVF ਫੇਲ ਹੋ ਗਏ ਸੀ ਉਹਨਾਂ ਦੇ। ਉਸ ਤੋਂ ਬਾਅਦ ਇੱਕ ਜਰਨਲ ਮੈਡੀਸਨ ਦੇ ਨਾਲ ਹੀ ਪੇਸ਼ੈਂਟ ਨੇ ਕਨਸੀਵ ਕੀਤਾ। ਤੇ ਮੈਨੂੰ ਲੱਗਦਾ ਕਿ ਬੜੀ ਇੱਕ ਇਹ ਨਹੀਂ ਮੈਂ ਕਹਿ ਸਕਦੀ ਹੁੰਦਾ ਪਰਮਾਤਮਾ। ਦੇਖੋ ਮੈਂ ਨਾ ਇੱਕ ਗੱਲ ਕਹਿੰਦੀ ਹਾਂ ਕਿ ਜ਼ਿੰਦਗੀ ਜੀਣਾ ਤੇ ਇੱਕ ਮਰਨਾ ਇਹ ਪਰਮਾਤਮਾ ਨੇ ਹਜੇ ਵੀ ਆਪਣੇ ਹੱਥ 'ਚ ਹੀ ਰੱਖਿਆ ਹੋਇਆ, ਨਹੀਂ ਤਾਂ ਫਿਰ ਤਾਂ ਇਨਸਾਨ ਸਮਝੇ ਕਿ ਮੈਂ ਪਤਾ ਨਹੀਂ ਕੀ ਹਾਂ। ਕਰਨ ਵਾਲਾ ਪਰਮਾਤਮਾ ਹੁੰਦਾ, ਇੱਕ ਸਹੀ ਰਾਹ 'ਤੇ ਪਾਉਣਾ ਮੇਰਾ ਕੰਮ ਹੈ, ਉਹ ਮੈਂ ਹਮੇਸ਼ਾ ਇੱਕ ਕਮਿਟਮੈਂਟ ਨਾਲ ਕਰਦੀ ਹਾਂ। ਇਸ ਕਰਕੇ ਰਿਜ਼ਲਟ ਵੀ ਕਹਿ ਲਓ ਕਿ ਠੀਕ ਹੈ, ਹਾਂ ਅੱਛੇ ਮਿਲ ਜਾਂਦੇ। ਇੱਕ ਮੈਂ ਚਲੋ ਮਤਲਬ ਆ ਤੁਹਾਡੀ ਗੱਲ ਕਰੀ ਤੋਂ ਬਾਅਦ ਮੈਨੂੰ ਲੱਗਿਆ ਕਿ ਇਹਦੇ 'ਤੇ ਵੀ ਆਪਾਂ ਗੱਲ ਕਰ ਹੀ ਲਈਏ। ਜਿਵੇਂ ਕਈ ਕਪਲ ਨਾ 2 ਸਾਲ ਵੇਟ ਕਰਕੇ ਹੀ IVF ਲਈ ਚਲੇ ਜਾਂਦੇ ਆ, ਹੈ ਨਾ। ਤਾਂ ਫਿਰ ਉਹ ਕਹਿਣਗੇ 2 ਵਾਰ ਕਰਵਾਇਆ 3 ਵਾਰ, ਜਦ ਕਿ ਸਭ ਨੂੰ ਪਤਾ ਕਿ ਬਹੁਤ ਮਹਿੰਗਾ ਟਰੀਟਮੈਂਟ ਆ, ਹੈ ਨਾ। ਅਤੇ ਇਹਦੇ ਬਾਰੇ ਬਹੁਤ ਸਾਰੀਆਂ ਫੇਕ ਚੀਜ਼ਾਂ ਵੀ ਨੇ, ਜਾਂ ਉਹ ਰਿਐਲਿਟੀ 'ਚ ਨੇ, ਸਾਨੂੰ ਨਹੀਂ ਪਤਾ ਕਿ ਇਹ ਵੀ ਆ ਜਾਂਦਾ ਜੀ ਇਹ ਸਾਰੇ ਸਪਰਮਸ ਨੇ ਹੁੰਦੇ ਨੇ ਜਿਹੜੇ ਜੀ ਇਹ ਦੂਜੀਆਂ ਸਟੇਟਾਂ ਦੇ ਨੇ, ਜਾਂ ਇੱਦਾਂ ਇੱਦਾਂ ਨਾ ਬਹੁਤ ਚੀਜ਼ਾਂ ਇਹਨਾਂ ਬਾਰੇ ਚੱਲਦੀਆਂ ਰਹਿੰਦੀਆਂ। ਕਿੰਨਾ ਕੁ ਚਿਰ ਇੱਕ ਕਪਲ ਨੂੰ ਨੋਰਮਲੀ ਵੇਟ ਕਰਨੀ ਚਾਹੀਦੀ ਹੈ ਵਿਆਹ ਤੋਂ ਬਾਅਦ, ਕਿ ਜੇ ਉਹਨਾਂ ਨੂੰ ਮਤਲਬ ਬੱਚਾ ਕਨਸੀਵ ਨਹੀਂ ਹੋ ਰਿਹਾ ਕੁੜੀ ਨੂੰ, ਤਾਂ ਕਿੰਨੇ ਕੁ ਚਿਰ ਬਾਅਦ ਡਾਕਟਰ ਕੋਲ ਜਾਣਾ ਚਾਹੀਦਾ? ਦੇਖੋ ਪਹਿਲਾਂ ਤਾਂ ਅਸੀਂ ਜਦੋਂ ਸ਼ੁਰੂ ਅਸੀਂ ਕਰਦੇ ਹਾਂ ਨਾ ਟ੍ਰੀਟਮੈਂਟ 1 ਈਅਰ ਤੱਕ ਤਾਂ ਅਸੀਂ ਕਹਿੰਦੇ ਹਾਂ ਕਿ ਕਿਸੇ ਨੂੰ ਟ੍ਰੀਟਮੈਂਟ ਦੀ ਲੋੜ ਹੀ ਨਹੀਂ ਹੁੰਦੀ। 1 ਈਅਰ ਤੱਕ ਜਸਟ ਇੰਜੋਏ ਯੋਰ ਲਾਈਫ।
ਕਈ ਵਾਰ ਕੋਈ ਇਸ ਤਰ੍ਹਾਂ ਹੁੰਦਾ ਕਿ ਡੇਜ਼ ਨਹੀਂ ਪਤਾ ਹੁੰਦੇ ਜਾਂ ਕੁਝ ਵੀ ਕਹਿ ਲਓ ਕਿ ਇੱਕ 1 ਈਅਰ ਤੱਕ ਤਾਂ ਕੋਈ ਟ੍ਰੀਟਮੈਂਟ ਨਹੀਂ ਹੁੰਦਾ, ਸਿੰਪਲ ਅਸੀਂ ਅਵੇਅਰ ਹੀ ਕਰਦੇ ਹਾਂ ਕਿ ਤੁਸੀਂ ਇਸ ਤਰ੍ਹਾਂ ਟਰਾਈ ਕਰਕੇ ਦੇਖੋ, ਹੋ ਜਾਂਦਾ। 1 ਈਅਰ ਤੋਂ ਬਾਅਦ ਇੱਕ ਮੈਡੀਕਲ ਹਿਸਟਰੀ ਹੁੰਦੀ ਹੈ, ਠੀਕ ਹੈ, ਉਹਦੇ ਵਿੱਚ ਤੁਸੀਂ ਇੱਕ ਬੇਸਿਕ ਹਾਰਮੋਨ ਸਾਰੇ ਪੇਸ਼ੈਂਟਸ ਦੇ ਮੈਂ ਕਰਵਾਉਂਦੀ ਹਾਂ, ਹੈ ਨਾ, ਉਸ ਜੋ ਤੁਹਾਨੂੰ ਲੱਗਦਾ ਉਹ ਟੈਸਟ ਦੇ ਬਾਅਦ ਅਸੀਂ IVF ਸਭ ਤੋਂ ਲਾਸਟ ਹੈ। ਲੇਕਿਨ ਉਸ ਦਾ ਸਭ ਤੋਂ ਪਤਾ ਕੀ ਹੈ, ਮੈਨੂੰ ਇੱਕ ਹੋਰ ਬੜਾ ਲੱਗਦਾ ਕਿ ਜਿੱਦਾਂ ਕੋਈ ਪੇਸ਼ੈਂਟ IVF ਲਈ ਗਿਆ, ਜਦੋਂ ਉਹਦੇ ਪ੍ਰੈਗਨੈਂਸੀ ਨਹੀਂ ਹੁੰਦੀ ਨਾ, ਉਹਦੇ ਦਿਮਾਗ 'ਚ ਸਾਈਕੋਲੋਜੀਕਲੀ ਆ ਜਾਂਦਾ ਹੁਣ ਤਾਂ ਹੋਣੀ ਹੀ ਨਹੀਂ। ਉਹ ਲਾਸਟ ਲੋਕਾਂ ਦੀ ਉਹ ਲਾਸਟ ਨਹੀਂ ਹੈ। ਮੈਂ ਤੁਹਾਨੂੰ ਇਹ ਗੱਲ ਕਹਿ ਰਹੀ ਹਾਂ, ਮੈਂ 3 IVF ਵਾਲਾ ਵੀ ਪੇਸ਼ੈਂਟ ਜਿਹੜਾ ਉਹ ਨੈਚੁਰਲ ਕਨਸੀਵ ਕਰਵਾਇਆ ਹੋਇਆ, ਮਤਲਬ ਮੈਂ ਤਾਂ ਕੀ ਪ੍ਰਮਾਤਮਾ ਵੱਲੋਂ। ਲੇਕਿਨ ਮੈਂ ਇਹ ਕਹਿ ਰਹੀ ਹਾਂ ਕਿ ਗਾਈਡਲਾਈਨ ਉਹ ਜਿਹੜੀ ਚੀਜ਼ ਹੈ ਨਾ ਕਿ ਹਾਂ ਪਹਿਲਾਂ IVF ਕਿਉਂ ਹੁੰਦੇ ਸੀ ਕਿ ਕਿਸੇ ਦੇ ਜਿੱਦਾਂ ਕਹਿ ਦਿਓ ਕਿ ਫੈਲੋਪੀਅਨ ਟਿਊਬਸ 'ਚ ਪ੍ਰੋਬਲਮ ਹੈ ਜਾਂ ਕੋਈ ਬਹੁਤ ਵੱਡਾ ਇਸ਼ੂ ਹੈ। ਹੁਣ ਤਾਂ ਮੈਨੂੰ ਲੱਗਦਾ ਕਿ 3 ਸਾਲ ਬਾਅਦ ਹਰ ਤੀਸਰੇ ਪੇਸ਼ੈਂਟ ਨੂੰ ਇਹੀ ਕਹੀ ਜਾ ਰਿਹਾ ਹੈ ਨਾ ਕਿ IVF ਕਰਵਾ ਲਓ, IVF ਮੇਰੇ ਕੋਲ ਇੱਕ ਅਬਰੋਡ ਤੋਂ ਵੀ ਪੇਸ਼ੈਂਟ ਦਾ ਆਇਆ ਕਿ ਉਹ 2 IUI ਤੋਂ ਬਾਅਦ ਉਹਨਾਂ ਨੇ IVF ਹੀ ਰਿਕਮੈਂਡ ਕਰਤਾ, ਠੀਕ ਹੈ। ਇਹ ਮਤਲਬ ਕਿ ਐਟਲੀਸਟ ਤੁਹਾਨੂੰ ਜੇ ਪੇਸ਼ੈਂਸ ਹੈ ਤਾਂ ਡਾਕਟਰ ਤੋਂ ਪ੍ਰੋਪਰ ਟ੍ਰੀਟਮੈਂਟ ਲਓ ਔਰ ਹਰ ਤੀਸਰੇ ਮਹੀਨੇ ਨਾ ਡਾਕਟਰ ਨਾ ਚੇਂਜ ਕਰੋ। ਕਈ ਵਾਰ ਆਪਾਂ ਕੀ ਕਰਦੇ ਹਾਂ ਕਿ ਜਦੋਂ ਤੁਸੀਂ ਪੀਕ ਤੇ ਪਹੁੰਚ ਰਹੇ ਹੁੰਦੇ ਹੋ ਤੁਸੀਂ ਛੱਡ ਦਿੰਦੇ ਹੋ, ਠੀਕ ਹੈ। ਉਹ ਔਰ ਕਈ ਪੇਸ਼ੈਂਟ ਤਾਂ ਮੈਮ ਐਸੇ ਵੀ ਹੁੰਦੇ ਕਿ ਜਦੋਂ ਟ੍ਰੀਟਮੈਂਟ ਛੱਡਦੇ ਨਾਲ ਦੀ ਨਾਲ ਪ੍ਰੈਗਨੈਂਸੀ ਹੋ ਜਾਂਦੀ। ਰੀਜ਼ਨ ਕੀ ਹੁੰਦਾ, ਸਟ੍ਰੈਸ ਲੈਵਲ ਘਟਿਆ ਹੁੰਦਾ ਪੇਸ਼ੈਂਟ ਦਾ, ਹੈ ਨਾ। ਜਦੋਂ ਸਟ੍ਰੈਸ ਲੈਵਲ ਥੋੜਾ ਘਟ ਜਾਂਦਾ ਤਾਂ ਉਸ ਟਾਈਮ ਵੀ ਪ੍ਰੈਗਨੈਂਸੀ ਆਪਣੇ ਆਪ ਹੀ ਹੋ ਜਾਂਦੀ, ਠੀਕ ਹੈ। ਇਸ ਕਰਕੇ IVF ਹਾਂ IVF ਕਰਵਾਉਣਾ ਚਾਹੀਦਾ ਜਿੱਥੇ ਤੁਹਾਨੂੰ ਲੱਗਦਾ ਕਿ ਹਸਬੈਂਡ 'ਚ ਜਾਂ ਵਾਈਫ 'ਚ ਕੋਈ ਇੱਕ ਬਹੁਤ ਮੇਜਰ ਇਸ਼ੂ ਹੈ ਜਾਂ ਫਿਰ ਕੋਈ ਏਜ ਫੈਕਟਰ ਐਸਾ ਆ ਰਿਹਾ ਕਿ ਉਹਦੇ 'ਚ ਤੁਸੀਂ ਨਹੀਂ ਕਨਸੀਵ ਕਰ ਸਕਦੇ। ਇੱਕ ਮੈਂ ਤੁਹਾਡੇ ਮਾਧਿਅਮ ਰਾਹੀਂ ਇਹ ਵੀ ਕਹਿਣਾ ਚਾਹੁੰਦੀ ਹਾਂ ਕਿ ਦੇਖੋ ਫਰਟਾਈਲ ਏਜ ਜਿਹੜੀ ਹੈ ਨਾ, ਜਿੱਦਾਂ ਮੈਂ ਪਹਿਲਾਂ ਵੀ ਕਿਹਾ ਸੀਗਾ ਕਿ 25 ਤੋਂ 30 'ਚ ਐਗ ਬਹੁਤ ਅੱਛੇ ਬਣਦੇ ਆ ਫੀਮੇਲ 'ਚ, 30 ਤੋਂ 35 'ਚ ਰਿਜ਼ਰਵ ਘਟਣਾ ਸ਼ੁਰੂ ਹੋ ਜਾਂਦਾ, 35 ਤੋਂ ਬਾਅਦ ਕਾਫੀ ਘਟ ਜਾਂਦਾ। ਜੇ ਕੋਈ ਬੱਚੀਆਂ ਜਾਂ ਆਪਣੀ ਫੈਮਿਲੀ ਹਜੇ ਮਤਲਬ ਜੀ ਨਹੀਂ, ਮੈਂ ਦੇਖੋ ਜੌਬ ਵੀ ਇੰਪੋਰਟੈਂਟ ਹੈ, ਲਾਈਫ 'ਚ ਸੈਟਲ ਹੋਣਾ ਵੀ ਇੰਪੋਰਟੈਂਟ ਹੈ, ਮੈਂ ਉਹਨੂੰ ਗਲਤ ਨਹੀਂ ਕਹਿੰਦੀ। ਲੇਕਿਨ ਜੇ ਤੁਸੀਂ ਇਹ ਚੀਜ਼ਾਂ ਕਹਿੰਦੇ ਹੋ ਕਿ ਅਸੀਂ ਥੋੜ੍ਹਾ ਮੈਰਿਜ ਹਜੇ ਲੇਟ ਕਰਨੀ ਹੈ, ਅਸੀਂ ਆਪਣੇ ਪ੍ਰੋਫੈਸ਼ਨ ਨੂੰ ਟਾਈਮ ਦੇਣਾ, ਤਾਂ ਐਟਲੀਸਟ ਆਪਣੀ ਬੋਡੀ ਨੂੰ ਉਨਾ ਕੁ ਰੱਖੋ ਕਿ ਉਹ ਜਿੱਦਾਂ ਓਵੇਰੀਅਨ ਰਿਜ਼ਰਵ ਘਟਣਾ ਨਾ ਸ਼ੁਰੂ, ਜਿੱਦਾਂ ਤੁਸੀਂ ਫੋਲਿਕ ਐਡਿਕੁਏਟ ਲਓ। ਔਰ ਇੱਕ ਮੇਨ ਚੀਜ਼ ਹੈ D3 ਡੈਫੀਸ਼ੀਐਂਸੀ। ਹੁਣ ਬਹੁਤ ਅੱਛੀ ਧੁੱਪ ਆ ਰਹੀ ਹੈ ਨਾ, ਆਪਣੇ ਬੱਚਿਆਂ ਨੂੰ ਸਪੈਸ਼ਲੀ ਗਰਲਸ ਨੂੰ 3-4 ਘੰਟੇ ਧੁੱਪੇ ਬੈਠਣਾ ਚਾਹੀਦਾ, ਉਸ ਤੋਂ ਬਹੁਤ ਅੱਛਾ D3 ਮਿਲਦਾ। ਆਪਣੀ ਬਾਡੀ ਨੂੰ ਐਕਟਿਵ ਰੱਖੋ, ਯੋਗਾ ਮੈਡੀਟੇਸ਼ਨ ਕਰੋ। ਤੁਸੀਂ ਇਹ ਕਹਿੰਦੇ ਹੋ ਕਿ ਅਸੀਂ ਸਟ੍ਰੈਸ ਵੀ ਲੈਣਾ, ਅਸੀਂ ਮੈਰਿਜ ਵੀ ਨਹੀਂ ਕਰਨੀ, ਅਸੀਂ ਪਹਿਲਾਂ ਆਪਣੇ ਪ੍ਰੋਫੈਸ਼ਨ ਨੂੰ ਵੀ ਕਰਨਾ, ਫਿਰ ਥੋੜ੍ਹਾ ਜਿਹਾ ਪ੍ਰੋਬਲਮ ਤਾਂ ਦੇਖੋ ਬੇਟਾ ਆਉਂਦੀ ਹੈ। ਇਸ ਕਰਕੇ ਜੇ ਤੁਸੀਂ ਠੀਕ ਹੈ, ਤੁਹਾਡੀ ਬਿਲਕੁਲ ਸਹੀ ਗੱਲ ਹੈ ਕਿ ਤੁਸੀਂ ਆਪਣੀ ਸਟੱਡੀ ਕਰਕੇ ਸੈਟਲ ਹੋਣਾ ਚਾਹੁੰਦੇ ਹੋ, ਜ਼ਰੂਰ ਹੋ, ਲੇਕਿਨ ਉਸ ਟਾਈਮ ਤੱਕ ਆਪਣੀ ਬਾਡੀ ਨੂੰ ਵੀ ਇੱਕ ਅੱਛੇ ਉਹਦੇ 'ਚ ਰੱਖੋ ਕਿ ਉਹ PCOD 'ਚ ਨਾ ਲੀਡ ਕਰੇ ਜਾਂ ਤੁਹਾਡਾ ਹਾਰਮੋਨਸ ਡਾਊਨ ਜਾਣੇ ਨਾ ਸ਼ੁਰੂ ਹੋਣ। ਆਪਣੇ ਏਜ ਫੈਕਟਰ ਨੂੰ ਰੋਕ ਤਾਂ ਸਕਦੇ ਆ ਨਾ ਆਪਾਂ, ਉਸ ਚੀਜ਼ ਨੂੰ ਥੋੜ੍ਹਾ ਜਿਹਾ ਆਪਣੀ ਬਾਡੀ ਨੂੰ ਇੰਨਾ ਕਿ ਤੁਸੀਂ ਪ੍ਰੋਪਰ ਵਾਕ ਕਰੋ, ਠੀਕ ਹੈ। ਕੋਈ ਅੱਛਾ ਮਤਲਬ ਜੇ ਜਿਮ ਨਹੀਂ ਜੁਆਇਨ ਕਰਾ ਸਕਦੇ ਤਾਂ ਸਿੰਪਲ ਘਰ ਆਪਣੀ ਐਕਸਰਸਾਈਜ਼ ਕਰੋ, ਹਾਈਜੀਨ ਆਪਣਾ ਮੇਨਟੇਨ ਰੱਖੋ, ਹੈਲਦੀ ਫੂਡ ਖਾਓ, ਫਰੂਟਸ ਜ਼ਰੂਰ ਆਪਣੀ ਬਾਡੀ 'ਚ ਰੱਖੋ ਕਿ ਮੈਂ ਇੰਨਾ ਕੁ ਤਾਂ ਜਿੱਦਾਂ ਮੈਂ ਤੁਹਾਨੂੰ ਦੱਸਿਆ ਇੱਕ ਫੁੱਲ ਪਲੇਟ ਜੇ ਆਪਾਂ ਲੈਂਦੇ ਹਾਂ ਫਰੂਟਸ ਦੀ ਜਾਂ ਸਬਜ਼ੀਆਂ ਦੀ ਤਾਂ ਅਸੀਂ ਲਾਈਕੋਪਿਨ ਪੂਰਾ ਕਰ ਲੈਂਦੇ ਹਾਂ। ਤਾਂ ਉਹ ਜ਼ਰੂਰ ਬੱਚੇ ਆਪਣਾ ਧਿਆਨ ਰੱਖੋ ਕਿ ਜੇ ਤੁਸੀਂ ਥੋੜ੍ਹਾ ਜਿਹਾ ਲੇਟ ਵੀ ਪਲਾਨ ਕਰੋ ਤਾਂ ਉਸ ਟਾਈਮ ਤੁਸੀਂ ਮੈਡੀਸਨ 'ਚ ਨਾ ਇੰਡਲਜ ਹੋ। ਬਿਲਕੁਲ। ਅੱਜ ਕੱਲ੍ਹ ਤਾਂ ਅਸੀਂ ਸਕਿਨ ਟੈਨ ਨਾ ਹੋ ਜਾਵੇ ਤਾਂ ਅਸੀਂ ਧੁੱਪੇ ਨਹੀਂ ਬੈਠਦੇ, ਹੈ ਨਾ, ਇਸ ਚੱਕਰ 'ਚ। ਅਤੇ ਕਮਾਉਣ ਦੇ ਚੱਕਰ 'ਚ ਅਸੀਂ ਕਹਿੰਦੇ ਹਾਂ ਕਿ ਖਾਣਾ ਬਣਾਉਣ 'ਤੇ ਕੌਣ ਅੱਧਾ ਘੰਟਾ ਵੇਸਟ ਕਰੂਗਾ, ਅਸੀਂ ਆਰਡਰ ਕਰਨਾ ਜ਼ਿਆਦਾ ਈਜ਼ੀ ਸਮਝਦੇ ਹਾਂ, ਹੈ ਨਾ। ਅਤੇ ਮੈਨੂੰ ਲੱਗਦਾ ਸਾਨੂੰ ਇਹ ਨਹੀਂ ਪਤਾ ਕਿ ਇਹ ਸਾਰੀਆਂ ਚੀਜ਼ਾਂ ਇਕੱਠੀਆਂ ਹੋ ਕੇ ਸਾਡੇ ਫਿਊਚਰ 'ਚ ਸਾਡੇ ਲਈ ਕੀ ਕੁਝ ਕਰਦੀਆਂ ਨੇ। ਮੈਮ ਮੈਂ ਇਹੀ ਅਵੇਅਰਨੈਸ ਪਿਛਲੀ ਵਾਰ ਵੀ ਤੁਹਾਨੂੰ ਇਹ ਗੱਲ ਕਹੀ ਸੀਗੀ ਕਿ ਤੁਸੀਂ ਹੁਣ ਜਿੰਨਾ ਤੁਸੀਂ ਜ਼ੋਮੈਟੋ ਔਰ ਸਵੀਗੀ ਮੂਵ ਕਰਦੇ ਦੇਖਦੇ ਹੋ, ਨਾਰਮਲ ਵਾਹੀਕਲ ਨਹੀਂ ਚੱਲ ਰਹੇ ਹੁੰਦੇ, ਹੈ ਨਾ। ਤੁਸੀਂ ਹਰ ਟਾਈਮ ਨਹੀਂ ਇਹਨਾਂ ਚੀਜ਼ਾਂ 'ਚ ਇੰਡਲਜ ਕਰ ਸਕਦੇ। ਆਪਣੀ ਖਾਣਾ ਹੁਣ ਜਿੰਨਾ ਅੱਛਾ, ਮੈਂ ਹੁਣ ਮੇਰੇ ਕੋਲ ਜਿੰਨੇ ਪੇਸ਼ੈਂਟ ਹੁਣ ਤੁਹਾਡੇ ਇਸ ਤੋਂ 20 ਸੋਸ਼ਲ ਦੀ ਇੰਟਰਵਿਊ ਤੋਂ ਬਾਅਦ ਆਏ ਆ, ਮੇਰੇ ਖਿਆਲ 'ਚ ਮੈਂ 40% ਪੇਸ਼ੈਂਟ ਜਿਹੜੇ ਆ ਨਾ ਇਹ ਡਾਈਟ ਪਲਾਨ ਜਾਂ ਐਕਸਰਸਾਈਜ਼ ਇਹਨਾਂ ਨਾਲ ਵੀ ਰਿਕਵਰ ਕੀਤੇ ਆ। ਇੰਟਰਵਿਊ ਨੂੰ ਹਜੇ ਟਾਈਮ ਪਿਛਲੇ ਨੂੰ ਕਿੰਨਾ ਹੋਇਆ, ਮੇਰੇ 4-5 ਪੇਸ਼ੈਂਟ ਤਾਂ ਹੁਣ ਵੀ ਪੋਜ਼ਿਟਿਵ ਆ ਗਏ ਪ੍ਰੈਗਨੈਂਸੀ ਟੈਸਟ, ਹੈ ਨਾ। ਤਾਂ ਉਹ ਚੀਜ਼ਾਂ ਜਿਹੜੀਆਂ ਨਾ ਤੁਹਾਡਾ ਥੋੜ੍ਹਾ ਜਿਹਾ ਜਿਹਨੂੰ ਤੁਸੀਂ ਕਹਿੰਦੇ ਹੋ ਕਿ ਰੂਟੀਨ ਤੋਂ ਹਟ ਕੇ ਆਪਣੇ ਮੇਨ ਚੀਜ਼ ਕੀ ਹੈ ਕਿ ਮੈਂ ਹਰ ਇੱਕ ਪੇਸ਼ੈਂਟ ਨੂੰ ਨਾ ਇੱਕ ਗੱਲ ਸਮਝਾਉਂਦੀ ਹੁੰਦੀ ਹਾਂ ਕਿ ਤੁਸੀਂ ਆਪਣੇ ਸਕੂਟਰ ਜਾਂ ਗੱਡੀ 'ਚ ਮਾੜਾ ਪੈਟਰੋਲ ਨਹੀਂ ਪਵਾਉਂਦੇ। ਬਿਲਕੁਲ। ਕਿ ਇਹਨੇ ਰਾਸਤੇ 'ਚ ਰੁਕ ਜਾਣਾ। ਹਾਂ,
ਪਰ ਅਸੀਂ ਬਾਡੀ ਦੇ ਵਿੱਚ ਸਭ ਕੁਝ ਮਾੜਾ ਪਾਈ ਜਾਂਦੇ ਆ ਕਿ ਜਿਹਨੂੰ ਤੁਸੀਂ ਚਾਹੁੰਦੇ ਹੋ ਕਿ ਉਹ ਤੁਹਾਡਾ ਸਾਥ ਵੀ ਦੇਵੇ ਤੇ ਕੰਮ ਵੀ ਕਰੇ। ਐਟਲੀਸਟ ਇੰਨਾ ਤਾਂ ਧਿਆਨ ਤੁਸੀਂ ਆਪ ਵੀ ਰੱਖ ਸਕਦੇ ਹੋ। ਜੇ ਤੁਸੀਂ ਇੱਕ ਜਿਹਨੂੰ ਕਹਿੰਦੇ ਆ ਨੌਨ ਲਿਵਿੰਗ ਚੀਜ਼ ਲਈ ਇੰਨੇ ਅਵੇਅਰ ਹੋ ਕਿ ਤੁਸੀਂ ਪੈਟਰੋਲ ਗਲਤ ਨਹੀਂ ਪਵਾਉਣਾ, ਤਾਂ ਆਪਣੇ ਆਪ ਨੂੰ ਪੈਟਰੋਲ ਕਿਉਂ ਗਲਤ ਦੇ ਰਹੇ ਹੋ? ਗਲਤ ਦੇ ਰਹੇ ਹੋ, ਬਿਲਕੁਲ। ਕੋਈ ਹੋਰ ਚੀਜ਼ ਜਿਹੜੀ ਆਪਣੀ ਇਸ ਪੂਰੀ ਮੁਲਾਕਾਤ 'ਚ ਛੁੱਟ ਗਈ ਹੋਵੇ, ਤੁਹਾਨੂੰ ਲੱਗਦਾ ਹੈ ਕਿ ਕੁੜੀਆਂ ਨੂੰ ਜਾਂ ਫਿਰ ਮੁੰਡਿਆਂ ਨੂੰ ਜਾਂ ਫਿਰ ਕਿਸੇ ਨੂੰ ਵੀ ਤੁਸੀਂ ਮਤਲਬ ਇੱਕ ਡਾਕਟਰ ਹੋਣ ਦੇ ਨਾਤੇ ਕੁਝ ਕਹਿਣਾ ਚਾਹੁੰਦੇ ਹੋ, ਤਾਂ ਮੈਂ ਚਾਹੁੰਦੀ ਹਾਂ ਕਿ ਉਹ ਮੈਸੇਜ ਤੁਸੀਂ ਜ਼ਰੂਰ ਦੇਣਾ। ਦੇਖੋ, ਮੈਂ ਜਿਹੜੀ ਮੇਨ ਮੇਰਾ ਮੈਸੇਜ ਹੈ ਉਹ ਇਹ ਹੈ ਕਿ ਪਹਿਲੀ ਆਪਣੀ ਕਮਿਟਮੈਂਟ, ਠੀਕ ਹੈ, ਐਜ਼ ਅ ਫੈਮਿਲੀ ਤੁਹਾਨੂੰ ਜਦੋਂ ਵੀ ਤੁਸੀਂ ਮੈਰਿਜ ਕਰਦੇ ਹੋ ਤਾਂ ਇੱਕ ਕਮਿਟਮੈਂਟ ਨਾਲ ਕਰੋ ਕਿ ਇਸ ਚੀਜ਼ ਲਈ ਇਮੋਸ਼ਨਲੀ ਦੋਨੋਂ ਇੱਕ ਦੂਜੇ ਨਾਲ ਅਟੈਚ ਰਹੋ, ਇੱਕ ਦੂਜੇ ਨੂੰ ਟਾਈਮ ਦਿਓ। ਉਹ ਤੁਹਾਨੂੰ ਬਹੁਤ ਸਾਰੀਆਂ ਦਵਾਈਆਂ ਤੋਂ ਬਚਾ ਦੇਗਾ। ਤੁਹਾਡਾ ਇੱਕ ਸ਼ਾਮ ਨੂੰ ਬੈਠ ਕੇ ਚਾਹ ਪੀਣਾ, ਇੱਕ ਕੱਪ ਚਾਹ ਪੀਣਾ ਵੀ ਸ਼ਾਇਦ ਤੁਹਾਨੂੰ ਨਾ ਪਤਾ ਵੀ ਨਹੀਂ ਹੁੰਦਾ ਕਿ ਇੱਕ ਪੇਸ਼ੈਂਟ ਕਦੋਂ ਛੋਟੀ ਗੱਲ ਤੋਂ ਲੈ ਕੇ ਇੱਕ ਵੱਡੀ ਡਿਪਰੈਸ਼ਨ 'ਚ ਪਹੁੰਚ ਜਾਂਦਾ। ਜਦੋਂ ਤੁਸੀਂ ਇੱਕ ਅੱਛਾ ਫੈਮਿਲੀ ਦਾ ਮਾਹੌਲ ਰੱਖਦੇ ਹੋ ਜਾਂ ਸ਼ਾਮ ਨੂੰ ਆਪਣੇ ਬੱਚਿਆਂ ਨਾਲ ਬੈਠ ਕੇ ਇੱਕ ਸਨੈਕ ਸਿੰਪਲ ਜੀ ਸ਼ੇਅਰ ਕਰ ਲੈਂਦੇ ਹੋ ਨਾ, ਤੁਹਾਨੂੰ ਇਹ ਨਹੀਂ ਪਤਾ ਹੁੰਦਾ ਉਹਨਾਂ 4-5 ਮੈਂਬਰਾਂ 'ਚੋਂ ਕਿਹਨੂੰ ਤੁਸੀਂ ਇੱਕ ਡਿਪਰੈਸ਼ਨ 'ਤੋਂ ਬਚਾ ਰਹੇ ਹੋ। ਉਹ ਸ਼ਾਇਦ ਤੁਹਾਨੂੰ ਆਪਣੇ ਘਰ ਦੀ ਦਿਲ ਦੀ ਗੱਲ ਦੱਸ ਦਿੰਦਾ। ਤਾਂ ਇਹ ਬਹੁਤ ਜ਼ਰੂਰੀ ਹੈ ਕਿ ਮੇਨ ਚੀਜ਼ ਜਿਹੜੀ ਹੈ, ਜੇ ਲਾਈਫ 'ਚ ਤੁਸੀਂ ਸਟ੍ਰੈਸ ਘੱਟ ਰੱਖਣਾ ਚਾਹੁੰਦੇ ਹੋ ਤਾਂ ਉਹਦਾ ਸਭ ਤੋਂ ਅੱਛਾ ਤਰੀਕਾ ਕਿ ਇੱਕ ਦੂਜੇ ਨੂੰ ਸਪੋਰਟ ਕਰੋ। ਔਰ ਮੇਨ ਜਿਹੜਾ ਗਰਲਸ ਦੇ ਲਈ ਹੈ, ਅੱਜ ਕੱਲ੍ਹ ਦੀ ਅਵੇਅਰਨੈਸ ਹੈ ਕਿ ਬੇਟਾ ਜਿਹੜਾ ਅੱਜ ਕੱਲ੍ਹ ਟ੍ਰੈਂਡ ਚੱਲ ਪਿਆ ਮਲਟੀਪਲ ਪਾਰਟਨਰਸ ਵਾਲਾ, ਕਾਈਂਡਲੀ ਅਵੋਇਡ ਕਰੋ। ਤੁਹਾਨੂੰ ਨਹੀਂ ਪਤਾ ਤੁਸੀਂ ਕਿਸ ਮੈਸ 'ਚ ਲੀਡ ਕਰ ਰਹੇ ਹੋ, ਨਹੀਂ ਪਤਾ। ਮੇਰੇ ਕੋਲ ਪਿੱਛੇ ਵੀ ਇੱਕ ਬੱਚੀ ਆਈ ਸੀ, ਮੈਂ ਉਹਨੂੰ ਬਹੁਤ ਪਿਆਰ ਨਾਲ ਸਮਝਾਇਆ ਕਿ ਬੱਚੇ ਤੇਰਾ ਲੋਸ ਬਹੁਤ ਬੜਾ ਹੈ ਨਾ, ਕਿ ਤੁਹਾਨੂੰ ਪਤਾ ਵੀ ਨਹੀਂ ਕਿ ਤੁਸੀਂ ਕਿਸ ਚੀਜ਼ 'ਚ ਇੰਡਲਜ ਹੋ ਜਾਓਗੇ। ਤਾਂ ਇਹ ਕਾਈਂਡਲੀ ਇਹ ਚੀਜ਼ਾਂ ਦੀ ਅਵੇਅਰਨੈਸ ਰੱਖੋ। ਹਾਂਜੀ, ਵੈਸੇ ਆਪਾਂ ਬਹੁਤ ਸਾਰੀਆਂ ਗੱਲਾਂ ਕੀਤੀਆਂ ਨੇ ਹੈ ਨਾ, ਅਤੇ ਤੁਹਾਡੀ ਖੂਬਸੂਰਤੀ ਵੀ ਹੈ, ਤੁਸੀਂ ਬਹੁਤ ਡਿਟੇਲ 'ਚ ਚੀਜ਼ ਦੱਸਦੇ ਹੋ। ਅਤੇ ਮੈਨੂੰ ਲੱਗਦਾ ਕਿ ਅੱਜ ਕੱਲ੍ਹ ਹਰ ਮੁੱਦੇ 'ਤੇ ਗੱਲਾਂ ਹੋ ਜਾਂਦੀਆਂ ਨੇ, ਪਰ ਸਿਹਤ ਦੇ ਮਾਮਲੇ 'ਚ ਅਸੀਂ ਸੱਚੀ ਬਹੁਤ ਇਗਨੋਰੈਂਸ ਰੱਖਦੇ ਹਾਂ। ਅਤੇ ਇਸ ਫੀਲਡ 'ਚ ਅਵੇਅਰਨੈਸ ਜਿਹੜੀ ਹੋਣੀ ਚਾਹੀਦੀ ਹੈ ਨਾ, ਖਾਸ ਕਰਕੇ ਔਰਤਾਂ 'ਚ, ਕਿਉਂਕਿ ਉਹ ਬਹੁਤ ਝਿਜਕਦੀਆਂ ਨੇ, ਬਹੁਤ ਸੰਗਦੀਆਂ ਨੇ। ਆਪਣੀ ਕੋਈ ਸਰੀਰਕ ਬਿਮਾਰੀ ਨੂੰ ਪਹਿਲਾਂ ਹੀ ਤਾਂ ਉਹ ਪਰਿਵਾਰ 'ਚ ਵੀ ਨਹੀਂ ਸਾਂਝਾ ਕਰਦੀਆਂ ਨਾ, ਜਦੋਂ ਹੱਦ ਤੋਂ ਵੱਧ ਜਾਂਦੀ ਹੈ ਫਿਰ ਉਹ ਡਾਕਟਰ ਕੋਲ ਜਾਂਦੀਆਂ। ਮੈਂ ਇੱਕ ਇੰਸੀਡੈਂਸ ਹੋਰ ਦੱਸਾਂ ਮੈਮ, ਇੱਕ ਬੜਾ ਅੱਛਾ ਇੰਸਟੀਟਿਊਟ ਹੈ ਇੱਥੇ, ਹੈ ਨਾ। ਮੈਂ ਉੱਥੇ ਇੱਕ ਕੈਂਪ ਲਗਾਇਆ ਔਰ ਮੈਂ ਉੱਥੇ ਬਹੁਤ ਅੱਛਾ ਸਭ ਨੂੰ ਸਮਝਾ ਵੀ ਦਿੱਤਾ, ਬੱਚਿਆਂ ਨੂੰ ਸਾਰਾ ਕੁਝ। ਤੁਸੀਂ ਮੰਨੋਗੇ ਬਹੁਤ ਅੱਛਾ ਹਾਈ ਕਲਾਸ ਜਿਹਨੂੰ ਕਹਿੰਦੇ ਆ। ਔਰ ਉਹਨਾਂ ਨੂੰ ਮੈਂ ਸਾਰਾ ਦੱਸਣ ਤੋਂ ਬਾਅਦ ਮੈਂ ਕਿਹਾ ਬੇਟਾ ਅਗਰ ਕਿਸੇ ਨੇ ਕੋਈ ਕੁਐਸਚਨ ਪੁੱਛਣੇ ਤਾਂ ਕਾਈਂਡਲੀ ਕਮ ਟੂ ਮੀ। ਨੋਬਡੀ ਕੇਮ। ਅੱਧਾ ਘੰਟਾ ਮੈਮ ਮੇਰੇ ਕੋਲ ਕੋਈ ਨਹੀਂ ਆਇਆ, ਹੈ ਨਾ। ਮੈਨੂੰ ਬੜਾ, ਫਿਰ ਮੈਂ ਉਹਨਾਂ ਨੂੰ ਹੌਲੀ ਹੌਲੀ ਨਾ ਮੈਂ ਕਿਹਾ ਜੇ ਕਿਸੇ ਨੂੰ ਇਹ ਪ੍ਰੋਬਲਮ ਹੈ, ਤੁਹਾਡੀ ਮਦਰ ਨੂੰ ਪ੍ਰੋਬਲਮ ਹੈ ਨਾ, ਤਾਂ ਵੀ ਤੁਸੀਂ ਮੇਰੇ ਨਾਲ ਸ਼ੇਅਰ ਕਰੋ, ਹੈ ਨਾ, ਕਿ ਤੁਸੀਂ ਆਪਣੇ ਘਰ ਜਾ ਕੇ ਆਪਣੀ ਮੰਮਾ ਨੂੰ ਸਮਝਾ ਸਕੋ। ਤੁਸੀਂ ਮੰਨੋਗੇ ਮੈਮ, ਇੱਕ ਝਿਜਕ ਖਤਮ ਹੋਈ, 80% ਗਰਲਸ ਵਰ ਸਫਰ। ਸਾਹਮਣੇ ਹੀ ਨਹੀਂ ਆ ਰਹੇ ਸੀ ਬੱਚੇ। ਨਹੀਂ, ਤੁਸੀਂ ਇਸ ਤਰ੍ਹਾਂ ਨਾ ਕਰੋ ਆਪਣੇ ਆਪ ਨੂੰ। ਯੂ ਆਰ ਅ ਹਿਊਮਨ। ਜੇ ਤੁਹਾਨੂੰ ਲੱਗਦਾ, ਪਹਿਲੀ ਚੀਜ਼ ਤਾਂ ਮੈਂ ਜਿਹੜੀ ਹਮੇਸ਼ਾ ਇਹ ਗੱਲ ਕਹਿੰਦੀ ਹਾਂ ਕਿ ਇਨਜਸਟਿਸ ਤੇ ਕਹਿ ਲਓ ਆਪਣੀ ਬਿਮਾਰੀ, ਇਹਨੂੰ ਪਹਿਲੇ ਦਿਨ ਤੋਂ ਨੋ ਕਹਿਣਾ ਸਿੱਖੋ। ਵਕੀਲ ਤੇ ਡਾਕਟਰ ਤੋਂ ਕਹਿੰਦੇ ਕੁਝ ਨਹੀਂ। ਹਾਂ, ਮਤਲਬ ਕਿ ਜੇ ਤੁਹਾਡੇ ਨਾਲ ਕੁਝ ਗਲਤ ਹੋ ਰਿਹਾ, ਉਹਨੂੰ ਪਹਿਲੇ ਦਿਨ ਜਿਸ ਦਿਨ ਰੋਕ ਦੋਗੇ ਨਾ, ਤੁਹਾਡੇ ਨਾਲ ਕਦੇ ਨਹੀਂ ਹੋਏਗਾ। ਇਸੇ ਤਰ੍ਹਾਂ ਬਿਮਾਰੀ ਦੀ ਜਿਹੜੀ ਚੀਜ਼ ਹੈ, ਜੇ ਪਹਿਲੇ ਸਿੰਪਟਮ ਤੇ ਡਾਕਟਰ ਕੋਲ ਜਾਓਗੇ ਤਾਂ ਸਾਰੀ ਜ਼ਿੰਦਗੀ ਸਫਰ ਨਹੀਂ ਕਰੋਗੇ। ਸ਼ਕਲ ਤਾਂ ਤੁਹਾਡੀ 40 ਤੇ ਵੀ ਰਿਫਲੈਕਟ ਕਰ ਦਿੰਦੀ ਹੈ ਕਿ ਪਿਛਲਾ ਪਾਸਟ ਕੀ ਹੈ। ਬਿਲਕੁਲ, ਹੈ ਨਾ। ਤੁਹਾਡੀ 40 ਦੱਸ ਦਿੰਦਾ ਕਿ ਤੁਹਾਡੀ ਪਿਛਲੀ ਲਾਈਫ ਬਹੁਤ ਵਧੀਆ ਨਿਕਲੀ ਹੈ ਕਿ ਇੱਕ ਸਟ੍ਰੈਸਫੁਲ ਲਾਈਫ ਨਿਕਲੀ ਹੈ। ਤਾਂ ਉਸ ਚੀਜ਼ ਨੂੰ ਜੇ ਤੁਸੀਂ 20 ਸਾਲ ਪਹਿਲਾਂ ਸੋਚਿਆ ਹੁੰਦਾ ਨਾ ਕਿ ਮੈਂ ਇਹ ਨਹੀਂ ਸਹਿਣਾ ਸੀ ਜਾਂ ਮੈਂ ਇਹ ਡਾਕਟਰ ਨੂੰ ਦਿਖਾਣਾ ਸੀ, ਤਾਂ ਉਹ ਚੀਜ਼ ਤੁਹਾਨੂੰ ਬਾਅਦ 'ਚ 20 ਸਾਲ ਬਾਅਦ ਰਿਫਲੈਕਟ ਨਹੀਂ ਕਰੇਗੀ। ਤੁਸੀਂ ਉਸ ਚੀਜ਼ ਨੂੰ ਉੱਥੇ ਖ਼ਤਮ ਕਰਕੇ ਅੱਗੇ ਆਓਗੇ। ਸਹੀ ਗੱਲ ਹੈ। ਸ਼ੁਕਰੀਆ ਮੈਮ। ਅਸੀਂ ਚਾਹੁੰਦੇ ਹਾਂ, ਮਤਲਬ ਤੁਸੀਂ ਪਹਿਲਾਂ ਹੀ ਬਹੁਤ ਚੰਗਾ ਕੰਮ ਕਰ ਰਹੇ ਹੋ, ਕਿਸੇ ਦਾ ਪਰਿਵਾਰ ਪੂਰਾ ਕਰਨਾ, ਹੈ ਨਾ। ਮੈਨੂੰ ਲੱਗਦਾ ਕਿ ਲੋਕ ਕਹਿੰਦੇ ਹੁੰਦੇ ਡਾਕਟਰ ਹੈ ਜਿਹੜਾ ਉਹ ਦੂਜਾ ਰੱਬ ਹੁੰਦਾ, ਹੈ ਨਾ। ਅਤੇ ਤੁਸੀਂ ਇਸ ਪ੍ਰੋਫੈਸ਼ਨ ਦੀ ਜ਼ਿੰਮੇਵਾਰੀ ਨੂੰ ਸਮਝਦੇ ਹੋ, ਤਾਂ ਇਹ ਬਹੁਤ ਰੇਅਰ ਹੈ ਅਤੇ ਬਹੁਤ ਚੰਗਾ ਲੱਗਿਆ, ਹੈ ਨਾ, ਗੱਲਾਂ ਬਾਤਾਂ ਕਰਕੇ। ਅਤੇ ਇੱਦਾਂ ਹੀ ਰਹੋ ਤੁਸੀਂ, ਹਮੇਸ਼ਾ ਚੜ੍ਹਦੀ ਕਲਾ 'ਚ ਰਹੋ। ਅਤੇ ਤੁਹਾਡਾ ਜਿਹੜਾ ਇਹ ਪ੍ਰੋਫੈਸ਼ਨ ਆ, ਲੋਕਾਂ ਦੇ ਚਿਹਰਿਆਂ 'ਤੇ ਮੁਸਕਰਾਹਟ ਲਿਆਵੇ, ਅਸੀਂ ਹਮੇਸ਼ਾ। ਹਾਂ, ਮੈਨੂੰ ਨਾ ਖਿਲਦੇ ਚਿਹਰੇ ਜਾਂ ਕਹਿ ਲਓ ਕਿ ਇਹ ਚੀਜ਼ ਬਹੁਤ ਪਸੰਦ ਹੈ ਕਿ ਜੇ ਅਸੀਂ ਕਦੇ ਕਿਸੇ ਦੇ ਕੰਮ ਆ ਸਕੀਏ। ਛੋਟੀ ਜਿਹੀ ਚੀਜ਼ ਕਹਿ ਸਕਦੇ ਹੋ, ਲੇਕਿਨ ਕਿਸੇ ਦੀ ਜ਼ਿੰਦਗੀ ਜੇ ਥੋੜ੍ਹੀ ਜਿਹੀ। ਮੈਂ ਹਮੇਸ਼ਾ, ਹੁਣ ਮੇਰੇ ਅਬਰੋਡ ਪੇਸ਼ੈਂਟ ਹੈ, ਮੈਂ ਉਹਨਾਂ ਨੂੰ ਇੱਕੋ ਗੱਲ ਕਹਿੰਦੀ ਹੁੰਦੀ ਹਾਂ ਕਿ ਜੇ ਕਿਸੇ ਦਾ ਪੋਜ਼ੀਟਿਵ ਆਉਂਦਾ ਤਾਂ 2 ਚਾਕਲੇਟ ਦਿਓ, ਅਤੇ ਜੇ ਕੋਈ ਅਬਰੋਡ ਹੈ ਤਾਂ ਜਦੋਂ ਆਉਂਗੇ ਮੈਨੂੰ ਆਪਣਾ ਬੇਬੀ ਦਿਖਾ ਕੇ ਜ਼ਰੂਰ ਜਾਈਓ। ਬਿਲਕੁਲ, ਹੈ ਨਾ। ਉਹ ਤੁਹਾਨੂੰ ਲੱਗਦਾ ਕਿ ਇੱਕ ਬੌਂਡ ਬੜਾ ਅੱਛਾ ਜਿਹਾ ਹੁੰਦਾ ਔਰ ਉਹ ਹਮੇਸ਼ਾ ਰਹਿੰਦਾ। ਮੈਨੂੰ ਸ਼ਾਇਦ ਤੁਸੀਂ ਯਕੀਨ ਨਹੀਂ ਮੰਨੋਗੇ, ਮੇਰੀ ਜਦੋਂ ਮੈਰਿਜ ਹੋਈ ਸੀਗੀ ਉਸ ਟਾਈਮ ਵੀ ਮੈਂ ਇੱਕ ਕੇਸ ਸੋਲਵ ਕੀਤਾ ਸੀਗਾ। ਉਸ ਬੇਟੇ ਦੀ ਉਮਰ ਔਰ ਮੇਰੇ ਬੇਟੇ ਦੀ ਉਮਰ ਇੱਕੋ ਹੈ।
ਹਾਂਜੀ ਉਹ ਮੈਨੂੰ ਅੱਜ ਵੀ ਮਤਲਬ ਸਾਡਾ ਬੜਾ ਪਿਆਰ ਹੈ। ਉਹ ਮਤਲਬ ਵੀਰ ਜੀ ਔਰ ਉਹਨਾਂ ਦੇ ਬੇਟਾ, ਉਹ ਮੈਨੂੰ ਕਿਸੇ ਮੈਰਿਜ ਤੇ ਮਿਲਦੇ ਆ ਤਾਂ ਬਹੁਤ ਰਿਗਾਰਡ ਕਰਦੇ ਆ ਕਿ ਮੈਂ ਉਹ ਨਹੀਂ ਕਿ ਜਿਹਨੂੰ ਕਹਿ ਦੋ ਕਿ ਡਾਕਟਰ ਥੋੜੀ ਦੇਰ ਬਾਅਦ ਨਹੀਂ ਯਾਦ ਹੁੰਦਾ ਕਿ ਕਿਹੜਾ ਪੇਸ਼ੈਂਟ ਹੈ। ਇਹ ਬਹੁਤ ਅੱਛਾ ਪ੍ਰੋਫੈਸ਼ਨ ਹੈ ਜੀ। ਔਰ ਮੈਨੂੰ ਲੱਗਦਾ ਕਿ ਐਜੂਕੇਸ਼ਨ ਪਲੱਸ ਇਹ ਵਾਲਾ ਮੈਡੀਸਨ, ਇਹਦੇ 'ਚ ਪ੍ਰੋਫੈਸ਼ਨਲਿਜ਼ਮ ਨਾ ਆਉਣ ਦਿਓ, ਬਿਲਕੁਲ ਨਾ ਆਉਣ ਦਿਓ। ਹਾਂ ਦੇਖੋ, ਰੋਟੀ ਸਭ ਨੇ ਖਾਣੀ ਹੈ, ਕਮਾਣਾ ਸਭ ਨੇ ਹੈ, ਲੇਕਿਨ ਇੰਨਾ ਜਸਟਿਸ ਤਾਂ ਜ਼ਰੂਰ ਕਰੋ ਕਿ ਜਿਹੜਾ ਤੁਹਾਡੇ ਕੋਲ ਆਇਆ ਉਹਦੀ ਪ੍ਰੋਬਲਮ ਸੋਲਵ ਹੋ। ਸਵਾਲ ਕਰੋ। ਬਿਲਕੁਲ, ਸ਼ੁਕਰੀਆ ਮੈਮ। ਥੈਂਕ ਯੂ ਸੋ ਵੈਰੀ ਮਚ। ਵੈਸੇ ਤਾਂ ਤੁਸੀਂ ਸਾਰੀਆਂ ਗੱਲਾਂ ਸੁਣ ਹੀ ਲਈਆਂ ਨੇ, ਪਰ 2 ਗੱਲਾਂ ਮੈਂ ਜ਼ਰੂਰ ਕਹਿਣਾ ਚਾਹਾਂਗੀ। ਜਿਵੇਂ ਉਹਨਾਂ ਨੇ ਪਹਿਲਾਂ ਕਿਹਾ ਕਿ ਕਈ ਵਾਰੀ ਨਾ ਬੱਚਾ ਨਾ ਹੋਣ ਦਾ ਕਾਰਨ ਉਨਾ ਜ਼ਿਆਦਾ ਕੋਈ ਮਤਲਬ ਸਰੀਰਕ ਸਮੱਸਿਆ ਨਹੀਂ ਹੁੰਦੀ, ਸਟ੍ਰੈਸ ਹੀ ਹੋ ਜਾਂਦਾ ਹੈ। ਅਤੇ ਜੇ ਤੁਸੀਂ ਵਿਆਹ ਕਰਾਉਂਦੇ ਹੋ ਤਾਂ ਸੱਚੀ ਮਤਲਬ ਕਦੀ ਨਾ ਸੋਚੋ ਕਿ ਇੱਕ ਜਿਹੜੀ ਕੁੜੀ ਆ ਰਹੀ ਹੈ ਉਹ ਸਿਰਫ ਤੁਹਾਡੇ ਘਰ 'ਚ ਬੱਚੇ ਪੈਦਾ ਕਰਨ ਲਈ ਆ ਰਹੀ ਹੈ। ਉਹਨੂੰ ਇਸ ਮਾਮਲੇ 'ਚ ਬਿਲਕੁਲ ਸਟ੍ਰੈਸ ਨਾ ਦਿਓ। ਜੇ ਕੁਦਰਤ ਨੇ ਲਿਖਿਆ ਹੋਇਆ ਜਾਂ ਜਿਵੇਂ ਚੰਗਾ ਕੋਈ ਡਾਕਟਰ ਤੁਹਾਨੂੰ ਮਿਲ ਗਿਆ ਤਾਂ ਕਦੇ ਵੀ ਤੁਹਾਡੇ ਘਰ ਬੱਚਾ ਹੋ ਸਕਦਾ। ਮਤਲਬ ਇਹਦੇ 'ਚ ਕੋਈ ਉਹ ਨਹੀਂ ਹੈਗਾ ਕਿ ਤੁਸੀਂ ਇੱਕ ਪਰਮਾਨੈਂਟ ਮੋਹਰ ਲਾਤੀ ਕਿ ਨਹੀਂ ਜੀ ਹੁਣ ਇਸ ਕੁੜੀ ਨੂੰ ਬੱਚਾ ਨਹੀਂ ਹੋਊਗਾ, ਹੈ ਨਾ। ਇੱਦਾਂ ਦਾ ਕੁਛ ਵੀ ਨਹੀਂ ਹੁੰਦਾ। ਅਤੇ ਦੂਜੀ ਚੀਜ਼ ਇਹ ਵੀ ਐਕਸੈਪਟ ਕਰਨਾ ਸਿੱਖੋ ਕਿ ਪ੍ਰੋਬਲਮ ਇਕੱਲੀਆਂ ਕੁੜੀਆਂ 'ਚ ਨਹੀਂ, ਮੁੰਡਿਆਂ 'ਚ ਵੀ ਹੋ ਸਕਦੀ ਆ। ਅਤੇ ਸਵਾਲ ਹਮੇਸ਼ਾ ਕੁੜੀਆਂ ਨੂੰ ਨਾ ਕਰਿਆ ਕਰੋ। ਅਤੇ ਬਹੁਤ ਵੱਡੀ ਚੀਜ਼ ਜਿਹੜੀ ਉਹਨਾਂ ਨੇ ਕਹੀ ਕਿ ਲਕੋਰੀਆ ਅੱਜ ਕੱਲ੍ਹ ਬਹੁਤ ਆਮ ਪ੍ਰੋਬਲਮ ਹੋ ਗਈ ਹੈ ਅਤੇ ਕਿਤੇ ਨਾ ਕਿਤੇ ਇਹਦਾ ਇੰਨਾ ਜ਼ਿਆਦਾ ਹੋ ਜਾਣਾ, ਫਿਰ ਉਹੀ ਗੱਲ ਹੈ ਕਿ ਅਸੀਂ ਕੁੜੀਆਂ ਸੰਗਦੀਆਂ ਇਹਨਾਂ ਚੀਜ਼ਾਂ ਬਾਰੇ ਗੱਲਾਂ ਨਹੀਂ ਕਰਦੀਆਂ, ਹੈ ਨਾ। ਅਤੇ ਜ਼ਰੂਰ ਤੁਸੀਂ ਜੇ ਕੋਈ ਇੱਦਾਂ ਦੀ ਸਮੱਸਿਆ ਤੁਹਾਨੂੰ ਆਉਂਦੀ ਹੈ, ਆਪਣੀ ਪਹਿਲਾਂ ਤਾਂ ਸਾਫ਼ ਸਫਾਈ ਦਾ ਉਹਨਾਂ ਨੇ ਕਿਹਾ ਕਿ ਪੂਰਾ ਧਿਆਨ ਰੱਖੋ। ਖਾਣਾ ਹੈ ਜਿਹੜਾ ਘਰ ਦਾ ਬਣਿਆ ਖਾਓ, ਸਾਫ਼ ਸੁਥਰਾ ਖਾਓ, ਸੀਜ਼ਨਲ ਖਾਓ, ਸਭ ਤੋਂ ਵੱਡੀ ਚੀਜ਼ ਹੈ। ਕਿਉਂਕਿ ਆਊਟ ਆਫ ਸੀਜ਼ਨ ਜਦੋਂ ਕੋਈ ਵੀ ਚੀਜ਼ ਪੱਕਦੀ ਹੈ ਜਾਂ ਬਣਦੀ ਹੈ ਜਾਂ ਬੀਜੀ ਜਾਂਦੀ ਹੈ ਤਾਂ ਬਹੁਤ ਸਾਰੇ ਪੈਸਟੀਸਾਈਡ ਨੇ ਜਿਹੜੇ ਉਹਦੇ 'ਤੇ ਯੂਜ਼ ਹੁੰਦੇ ਨੇ। ਅਤੇ ਆਪਣੀ ਸਿਹਤ ਆ ਜਿਹੜੀ ਉਹਨੂੰ ਹਰ ਚੀਜ਼ ਨਾਲੋਂ ਜ਼ਿਆਦਾ ਅਹਿਮੀਅਤ ਦਿਓ। ਸਟਾਰਟਿੰਗ 'ਚ ਜਦੋਂ ਅਸੀਂ ਇਹਨਾਂ ਨੂੰ ਮਿਲੇ ਸੀ ਤਾਂ ਉਹਨਾਂ ਨੇ ਇੱਕ ਗੱਲ ਕਹੀ ਸੀ ਕਿ 2000 ਦਾ ਟੈਸਟ ਕਰਾਉਣ ਤੋਂ ਅਸੀਂ ਝਿਜਕਦੇ ਹਾਂ, ਪਰ 2000 ਦਾ ਸੂਟ ਨਹੀਂ ਅਸੀਂ ਪਾਉਂਦੇ, ਉਹ ਸਾਨੂੰ ਸਸਤਾ ਲੱਗਦਾ ਹੈ। ਸਿਹਤ ਆ ਜਿਹੜੀ ਉਹ ਕਿਸੇ ਚੀਜ਼ ਨਾਲੋਂ ਸਸਤੀ ਨਹੀਂ ਹੁੰਦੀ। ਅਸੀਂ ਕੋਸ਼ਿਸ਼ ਕਰਾਂਗੇ ਕਿ ਇੱਦਾਂ ਦੀਆਂ ਮੁਲਾਕਾਤਾਂ ਅਸੀਂ ਵੱਧ ਤੋਂ ਵੱਧ ਕਰੀਏ ਤਾਂ ਜੋ ਜੇ ਤੁਹਾਨੂੰ ਕੋਈ ਸਮੱਸਿਆ ਤਾਂ ਤੁਸੀਂ ਜ਼ਰੂਰ ਕਿਸੇ ਡਾਕਟਰ ਤੱਕ ਪਹੁੰਚ ਕਰੋ। ਅਗਲੀ ਵਾਰ ਫਿਰ ਮਿਲਾਂਗੇ। ਸਤਿ ਸ਼੍ਰੀ ਅਕਾਲ।